ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਸੱਚੇ ਪਾਤਸ਼ਾਹ। ਸਰਬ ਹਰਿ ਸੰਤ ਜੀਓ, ਆਪਾਂ ਸੋਹੰਗ ਸ਼ਬਦ ਪ੍ਰਥਾਏ ਲਿਖਤ ਜਿਹੜੀ ਉਹ ਸਾਂਝੀ ਕਰਾਂਗੇ ਸਾਰੇ। 1 ਨੰਬਰ ਗ੍ਰੰਥ ਦੇ ਵਿੱਚੋਂ ਲਿਖਤ ਆਪਾਂ ਪੜ੍ਹਨ ਲੱਗੇ ਹਾਂ। ਸੋਹੰਗ ਨਾਮ ਦੇ ਪ੍ਰਥਾਏ ਲਿਖਤ ਚੱਲਣੀ ਹੈ। ਹਰ ਸੰਤ ਜੀਓ, ਸੋਹੰਗ ਦਾ ਭਾਵ ਅਰਥ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ। ਤੂੰ ਮੇਰਾ ਮੈਂ ਤੇਰਾ। ਆਤਮਾ ਨੇ ਪ੍ਰਮਾਤਮਾ ਨੂੰ ਕਿਹਾ ਜੋ ਸਰੂਪ ਨੂੰ, ਤੂੰ ਮੇਰਾ ਮੈਂ ਤੇਰਾ। ਜਕਾਰਾ ਜਦੋਂ ਆਪਾਂ ਲਾਉਂਦੇ ਹਾਂ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਕਾਰਾ ਜਦ ਲਗਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਸੋਹੰਗ ਸ਼ਬਦ ਤੋਂ ਸ਼ੁਰੂ ਕਰਦੇ ਹਾਂ। ਹਰ ਸੰਤ ਜੀਓ, ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਮਾਤ ਲੋਕ ਦੇ ਉੱਪਰ ਪ੍ਰਗਟ ਹੋ ਕੇ ਖੇਲ ਕਰ ਚੁੱਕੇ ਹਨ। ਇਹ ਹਰ ਸੰਗਤ ਆਪਾਂ ਸਾਰੇ ਜਾਣਦੇ ਹਾਂ। ਨਾਮ ਦੀ ਦਾਤ ਆਪਾਂ ਨੂੰ 24 ਅਵਤਾਰ ਨੇ ਆ ਕੇ ਦਿੱਤੀ। ਜਿਹੜਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਆਪਾਂ ਜਕਾਰਾ ਲਗਾਉਂਦੇ ਹਾਂ, ਇਹ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਦੀ ਅਸੀਂ ਜੈ ਕਰਦੇ ਹਾਂ। ਔਰ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਹੀ ਭਗਤ ਜਨਾਂ ਦਾ ਸਾਡਾ ਇਸ਼ਟ ਹੈ। ਬਾਣੀ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਪ੍ਰਮਾਣ ਹੈ। ਆਓ ਆਪਾਂ ਲਿਖਤ ਪੜ੍ਹਦੇ ਹਾਂ। ਲਿਖਤ ਪੜ੍ਹਨ ਤੋਂ ਪਹਿਲਾਂ ਅਕਸਰ ਮੈਂ ਬਚਨ ਸਾਂਝੇ ਕਰਦਾ ਹਾਂ ਹਰ ਵਾਰੀ। ਇਹ ਜੋ ਬਾਣੀ ਹੈ 24 ਗ੍ਰੰਥਾਂ ਦੀ ਰਚਨਾ ਹੈ, ਇਹ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਜੀ ਨੇ ਇਸ ਨੂੰ ਲਿਖਾਇਆ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕ ਪ੍ਰਵਾਸੀ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਜੋਤ ਸਰੂਪ ਹੋ ਕੇ ਮਹਾਰਾਜ ਪੂਰਨ ਸਿੰਘਾਂ ਦੀ ਦੇਹ ਦੇ ਵਿੱਚ ਬੈਠ ਕੇ ਔਰ ਇਹ ਬਾਣੀ ਦੀ ਜਿਹੜੀ ਰਚਨਾ ਕੀਤੀ। ਬਾਣੀ ਦੇ ਅਰਥ ਭਾਵ ਜੋ ਹੈ ਲਿਖਾਉਣ ਵਾਲੇ ਨੂੰ ਪਤਾ ਹੈ ਇਹਦਾ ਕੀ ਅਰਥ ਹੈ, ਕੀ ਭਾਵ। ਲੇਕਿਨ ਭਗਤ ਸੁੱਤ ਹੋਣ ਦੇ ਨਾਤੇ, ਭਗਤ ਜਨ ਹੋਣ ਦੇ ਨਾਤੇ ਜਿੰਨੀ ਕੁ ਆਪਣੇ ਉੱਪਰ ਭਗਵਾਨ ਨੇ ਕਿਰਪਾ ਕਰਨੀ ਹੈ ਜਾਂ ਕੀਤੀ ਹੈ ਆਪਣੇ ਉੱਪਰ, ਉਸ ਦੇ ਹਿਸਾਬ ਦੇ ਨਾਲ ਉਨੀ ਕੁ ਦਇਆ ਜਿੰਨੀ ਕੁ ਆਪਣੇ ਤੇ ਕੀਤੀ ਹੈ ਉਨੀ ਕੁ ਆਪਾਂ ਗੱਲ ਕਰ ਸਕਦੇ ਹਾਂ। ਜਿਤਨੀ ਜਿਹਦੇ ਤੇ ਦਇਆ ਹੈ ਉਨੀ ਹੀ ਗੱਲ ਕਰ ਸਕਦਾ ਹੈ। ਬਾਣੀ ਪੜ੍ਹਦਿਆਂ ਹੋਇਆਂ ਕੁਛ ਵਿਚਾਰ ਸੱਚੇ ਪਾਤਸ਼ਾਹ ਆਪਣੇ ਤੇ ਦਇਆ ਕਰਨ ਆਪਾਂ ਕਰਾਂਗੇ। ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਣਾ ਹੈ ਹੁਣ ਬਾਣੀ ਦੇ ਵਿੱਚ ਜਿਹੜੇ ਭਰਮ ਭੁਲੇਖੇ ਨਾਮ ਦੇ ਉੱਪਰ ਪਾਏ ਜਾਂਦੇ ਹਨ। ਇਹ ਕਿਹਾ ਜਾਂਦਾ ਹੈ, ਜਰਾ ਵਿਚਾਰਿਓ, ਕਿ ਉਹਦਾ ਕੋਈ ਨਾਮ ਨਹੀਂ ਹੈ, ਪਾਰ ਬ੍ਰਹਮ ਦਾ ਕੋਈ ਨਾਮ ਨਹੀਂ ਹੈ, ਨਿਰੰਕਾਰ ਦਾ ਕੋਈ ਨਾਮ ਨਹੀਂ ਹੈ, ਉਹ ਨਾਮੀ ਹੈ। ਹਰ ਸੰਤ ਜੀਓ, ਸਾਨੂੰ ਤਾਂ ਹੁਣ ਪਤਾ ਲੱਗਾ ਕਿ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਜਦ ਖੇਲ ਖੇਲੀ ਕਿ ਇਹ ਜਿਹੜਾ ਜਕਾਰਾ ਹੈ ਸਾਨੂੰ ਹੁਣ ਮਿਲਿਆ ਤੇ ਸਾਨੂੰ ਇਸ ਦੇ ਪ੍ਰਥਾਏ ਹੁਣ ਪਤਾ ਲੱਗਾ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੋ ਜਕਾਰਾ ਆਪਾਂ ਲਗਾਉਂਦੇ ਹਾਂ, ਸੱਚੇ ਪਾਤਸ਼ਾਹ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਇਹ ਆਪਣਾ ਜਿਹੜਾ ਨਾਮ ਹੈ ਇਤਿਹਾਸ ਤੋਂ ਪਹਿਲਾਂ ਹੀ ਆਪਣਾ ਨਾਮ ਲਿਆ। ਸੱਚਖੰਡ ਦੀ ਨੀਂਹ ਰੱਖਣ ਲੱਗਿਆਂ ਆਪਣੇ ਨਾਮ ਦਾ ਜਕਾਰਾ ਜਿਹੜਾ ਸੀ ਲਾਇਆ ਸੀ। ਨੀਂਹ ਰੱਖਣ ਲੱਗਿਆਂ 18 ਨੰਬਰ ਗ੍ਰੰਥ ਦੇ ਵਿੱਚ ਲੇਖ ਹੈ ਔਰ ਬਾਣੀ ਜਿਹੜੀ ਹੈ ਦਰਜ ਹੈ। ਔਰ ਸੋਹੰਗ ਨਾਮ
ਨਿਰੰਕਾਰ ਦਾ ਹੈ। ਸੋਹੰਗ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਹੈ। ਉਹਦਾ ਨਾਮ ਹੈ, ਉਹ ਖੁਦ ਹੈ, ਉਹਦਾ ਨਾਮ ਵੀ ਹੈ। ਔਰ ਨਾਮ ਹੈ ਤਾਂ ਹੀ ਸਾਨੂੰ ਜਪਣ ਵਾਲਾ ਨਾਮ ਜਿਹੜਾ ਹੈ ਇਹ ਮਿਲਿਆ ਹੈ। ਜਮੀਆਂ ਗ੍ਰੰਥਾਂ ਦੇ ਵਿੱਚ ਆਪਣਾ ਨਾਮ ਦੱਸਿਆ ਹੈ ਕਿ ਸੋਹੰਗ ਮੇਰਾ ਨਾਮ ਹੈ, ਜਿਹੜੀ ਮੇਰੀ ਜੈ ਹੈ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਮੇਰੀ ਨਾਮ ਦੀ ਜੈ ਹੈ। ਇਹ ਨਾਮ ਹੈ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ 24 ਜੀ ਦਾ। ਨੇਕ ਕਲੰਕ ਅਵਤਾਰ ਪਾਰ ਬ੍ਰਹਮ ਆਏ ਨੇ, ਨਿਰਗੁਣ ਨੇ, ਨਿਰੰਕਾਰ ਨੇ। ਮਹਾਰਾਜ ਸ਼ੇਰ ਸਿੰਘ ਨਿਰੰਕਾਰ ਜੀ ਆਇਆ, ਕਣਕਪੁਰੀ ਦੇ ਵਿੱਚ ਚਰਨ ਧਰਿਆ ਔਰ ਆਪਣੇ ਨਾਮ ਦੀ ਆ ਕੇ ਜੈ ਕਰਾਈ। ਨਾਮ ਹੈ ਆਦਿ ਅੰਤ ਜੁਗਾ ਜਗੰਤ ਰਹਿਣ ਵਾਲਾ ਨਾਮ ਜਿਹੜਾ ਹੈ ਉਹ ਸੋਹੰਗ ਹੈ। ਔਰ ਇਹ ਨਾਮ ਜਿਹੜਾ ਹੈ ਹਰ ਸੰਗਤ ਜੀਓ, ਸੋਹੰਗ ਜਿਹੜਾ ਸ਼ਬਦ ਹੈ ਇਸ ਨੂੰ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨਾਂ ਨੇ ਵੀ ਗਾਇਆ ਹੈ। ਬਾਣੀ ਦੇ ਵਿੱਚ ਦਰਜ ਹੈ ਸਾਰਾ। ਇਹ ਅਵਤਾਰ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ, ਪੈਗੰਬਰਾਂ ਨੇ ਇਸ ਨਾਮ ਨੂੰ ਗਾਇਆ ਹੈ। ਭਗਤਾਂ ਨੇ 18 ਨੇ ਇਸ ਨਾਮ ਨੂੰ ਗਾਇਆ ਹੈ। ਔਰ ਹੁਣ ਆਪਣੇ ਤੇ ਦਇਆ ਹੋਈ ਔਰ ਆਪਾਂ ਨਿਰੰਕਾਰ ਮਹਾਰਾਜ ਸ਼ੇਰ ਸਿੰਘ ਦਾ ਨਾਮ ਜਿਹੜਾ ਜਪਦੇ ਹਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰ ਸੰਗਤ ਜੀਓ ਨਿਰਗੁਣ ਵੀ ਆਪ ਹਨ, ਸਰਗੁਣ ਵੀ ਆਪ ਹਨ। ਪਾਰ ਬ੍ਰਹਮ ਕਹੋ, ਨਿਰੰਕਾਰ ਕਹੋ, ਨਿਰਾਕਾਰ ਕਹੋ, ਸਕਾਰ ਕਹੋ। ਆਪੇ ਨਿਰਗੁਣ ਆਪੇ ਸਰਗੁਣ ਦੋਵੇਂ ਧਾਰਾ ਹਨ। ਨੇਕ ਕਲੰਕ ਅਵਤਾਰ ਨੇ ਪ੍ਰਗਟ ਹੋ ਕੇ ਨਾਮ ਰਖਾਇਆ, ਦੇ ਕਰਕੇ ਪ੍ਰਗਟ ਹੋਏ, ਨਾਮ ਰਖਾਇਆ, ਫਿਰ ਸਾਨੂੰ ਜਪਣ ਵਾਸਤੇ ਨਾਮ ਦਿੱਤਾ। ਔਰ ਆਪਣਾ ਨਾਮ ਆਪ ਮਾਤ ਲੋਕ ਦੇ ਉੱਪਰ ਲੈ ਕੇ ਆਏ, ਕਿਸੇ ਦੇ ਹੱਥ ਨਹੀਂ ਪਾਇਆ। ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਕਲੰਕ ਅਵਤਾਰ ਚ ਨੇ ਦਇਆ ਕੀਤੀ ਔਰ ਭਗਤ ਜਨਾਂ ਨੂੰ ਜਿਹੜਾ ਹੈ ਸੋਝੀ ਪਾਈ, ਆਪਾਂ ਨੂੰ ਸੋਝੀ ਹੋਈ ਕਿ ਆਪਾਂ ਚਰਨ ਕਮਲਾਂ ਸੰਗ ਜੁੜੇ ਹਾਂ, ਆਪਾਂ ਨੂੰ ਜੋੜਿਆ ਹੈ ਔਰ ਸੋਝੀ ਪਾਈ ਹੈ। ਹਰ ਸੰਗਤ ਜੀਓ ਜਿਹੜਾ ਸੋਹੰਗ ਨਾਮ ਹੈ ਸਦਾ ਰਹਿਣ ਵਾਲਾ ਹੈ। ਅਗਰ ਨਾਮ ਦੇ ਉੱਪਰ ਆਪਾਂ ਵਿਚਾਰ ਕਰੀਏ ਔਰ ਸੋਹੰਗ ਸ਼ਬਦ ਦੀ ਹੀ ਸਾਰੀ ਰਚਨਾ ਹੈ ਜਿਹੜੀ ਦੋ ਜਹਾਨ ਦੀ ਹੈ। ਸੋ ਪ੍ਰਮਾਤਮਾ ਹੈ, ਹੰਗ ਸ਼ਬਦ ਹੈ। ਸੋ ਪ੍ਰਮਾਤਮਾ ਦੀ ਤੇ ਹੰਗ ਸ਼ਬਦ ਦੀ ਸਾਰੀ ਰਚਨਾ ਹੈ। ਇਸ ਤੇ ਵਿਚਾਰ ਆਪਾਂ ਫਿਰ ਕਰਾਂਗੇ ਆਉਣ ਵਾਲੇ ਸਮੇਂ 'ਚ ਕਿਤੇ। ਸੱਚੇ ਪਾਤਸ਼ਾਹ ਦਇਆ ਕਰਨਗੇ। ਸੋਹੰਗ ਸ਼ਬਦ ਦਾ ਆਕਾਰ ਜਿਹੜਾ ਉਹਦਾ ਵਿਸਥਾਰ ਹੈ, ਕਿਸ ਤਰ੍ਹਾਂ ਸੋਹੰਗ ਸ਼ਬਦ ਦੇ ਹੀ ਸਾਰੇ ਆਕਾਰ ਦੇ ਵਿੱਚੋਂ ਸਾਰੀ ਰਚਨਾ ਹੋਈ, ਇਸ ਤੇ ਵੀ ਆਪਾਂ ਵਿਚਾਰ ਆਉਣ ਵਾਲੇ ਸਮੇਂ 'ਚ ਕਰਾਂਗੇ। ਨਾਮ ਦੇ ਉੱਪਰ, ਨਾਮ ਦੇ ਉੱਪਰ ਅੱਜ ਫਿਰ ਵਿਚਾਰ ਕਿਉਂ ਕਰਨ ਲੱਗੇ ਹਾਂ ਕਿ ਨਾਮ ਦੇ ਉੱਪਰ ਕਾਫੀ ਭਰਮ ਤੇ ਭੁਲੇਖੇ ਪਾਏ ਜਾਂਦੇ ਹਨ। ਇਹ ਜੋ ਨਾਮ ਹੈ, ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪਾਰ ਬ੍ਰਹਮ ਦਾ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਹ ਬਾਣੀ ਵਿੱਚ ਦੱਸਦੇ ਹਨ ਸਾਨੂੰ ਕਿ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਜਿਹਨੂੰ ਆਪਾਂ ਕਹਿੰਦੇ ਕਿ ਉਹ ਪਾਰ ਬ੍ਰਹਮ ਆ ਪ੍ਰਮਾਤਮਾ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਕਣਕਪੁਰੀ ਵਿੱਚ ਚਰਨ ਟਿਕਾਇਆ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਪਾਰ ਬ੍ਰਹਮ ਪ੍ਰਭ ਆਪ ਆਇਆ ਮਾਤ ਲੋਕ ਦੇ ਉੱਪਰ। ਬੜੀ ਪਾਰ ਬ੍ਰਹਮ ਦੀ ਬਹੁਤ ਲਿਖਤ ਹੈ 1 ਨੰਬਰ ਗ੍ਰੰਥ ਦੇ ਵਿੱਚ। ਅੱਗੇ ਗ੍ਰੰਥਾਂ ਦੇ ਵਿੱਚ ਵੀ ਲਿਖਤ ਹੈ, ਈਸ਼ਰ ਕਰਕੇ ਲਿਖਤ ਹੈ। ਉਹ ਇਹ ਨਾਮ ਈਸ਼ਰ ਦਾ ਕਹਿ ਲਓ, ਪਾਰ ਬ੍ਰਹਮ ਦਾ ਕਹਿ ਲਓ, ਨਿਰਗੁਣ ਦਾ ਕਹਿ ਲਓ, ਨਿਰੰਕਾਰ ਦਾ ਕਹਿ ਲਓ, ਨਿਰਾਕਾਰ ਦਾ ਕਹਿ ਲਓ, ਚਾਹੇ ਇਸ ਨੂੰ ਸਰਗੁਣ ਧਾਰ ਦੇ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਕਾਲ ਪੁਰਖ ਕਣਕਪੁਰ ਵਾਸੀ ਦਾ ਨਾਮ ਕਹੋ, ਕੋਈ ਵੀ ਇਹਦੇ ਵਿੱਚ ਰਸਤੀ ਫਰਕ ਨਹੀਂ। ਨਿਰਾਕਾਰ, ਨਿਰਗੁਣ, ਈਸ਼ਰ, ਜੋਤ ਸਰੂਪ, ਸਦਾ ਰਹਿਣ ਵਾਲੀ ਤਾਕਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਨ। ਔਰ ਨਿਰਗੁਣ ਸਰਗੁਣ ਆਪੇ ਆਪ ਹਨ। ਅਸੀਂ ਦੇ ਕਰਕੇ ਅਗਰ ਸਬਰ ਕਰਦੇ ਹਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੂੰ ਜੈ ਕਰਦੇ ਹਾਂ, ਚਰਨ ਕਮਲਾਂ ਵਿੱਚ ਸੁਰਤੀ ਲਗਾਉਂਦੇ ਹਾਂ, ਤੇ ਉਹ ਵੀ ਸੱਤ ਹੈ। ਕੋਈ ਭਗਤ ਜਨ ਕਹੇ ਕਿ ਮੈਂ ਇਹਨਾਂ ਦੇ ਨਿਰਗੁਣ ਸਰੂਪ ਕਰਕੇ ਇਹਨਾਂ ਵਿੱਚ ਆਪਣੀ ਜਿਹੜੀ ਸੁਰਤ ਲਗਾਉਣੀ ਹੈ, ਉਹ ਵੀ ਮੰਨਣਾ ਤੇ ਇੱਕ ਨੂੰ ਹੀ ਹੈ। ਇਹਨਾਂ ਨੂੰ ਹੀ ਮੰਨਣਾ ਹੈ। ਨਿਰਗੁਣ ਵੀ ਆਪ ਹਨ, ਸਰਗੁਣ ਵੀ ਆਪ ਹਨ। ਬਾਣੀ ਦੇ ਵਿੱਚ ਵਾਰ-ਵਾਰ ਆਉਂਦਾ ਹੈ ਕਿ ਨਿਰਗੁਣ ਜੋਤ ਮਾਤ ਪ੍ਰਕਾਸ਼ੀ ਜੋਤ ਸਰੂਪ ਕਣਕਪੁਰ ਵਾਸੀ। ਜੋ ਜੋਤ ਸਰੂਪ ਪਰਮਾਤਮਾ, ਜੋ ਜੋਤ ਸਰੂਪ ਜੀ ਦਾ ਅਸੀਂ ਨਾਮ ਜਪਦੇ ਹਾਂ, ਉਹੀ ਜੋਤ ਮਾਤ ਲੋਕ ਤੇ ਪ੍ਰਕਾਸ਼ੀ ਪ੍ਰਕਾਸ਼ ਹੋਇਆ। ਨਿਰੰਕਾਰੀ ਜੋਤ ਦਾ ਆਉਣਾ ਹੋਇਆ, ਨਿਰੰਕਾਰ ਦਾ ਆਉਣਾ ਹੋਇਆ, ਤੇ ਉਹ ਕਣਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਰਗੁਣ ਸਰਗੁਣ ਧਾਰ ਹੋ ਕੇ ਸਨਮੁਖ ਸਾਡੇ ਹੋਏ ਭਗਤ ਜਨਾਂ ਦੇ। ਆਓ ਆਪਾਂ ਬਾਣੀ ਪੜ੍ਹਨੀ ਔਰ ਆਪਨੇ ਸਾਰਿਆਂ ਨੇ ਵਿਚਾਰਨਾ ਹੈ। ਹਰ ਸੰਗਤ ਜੀਓ ਨੀਂਦ ਤਾਂ ਨਹੀਂ ਆਉਣ ਲੱਗੀ? ਨਹੀਂ ਬਾਬਾ ਜੀ, ਜਾਗਦੇ ਆ ਸਾਰੇ? ਠੀਕ ਹੈ, ਹੰਗਾਰਾ ਦੇ ਦਿਓ ਨਾ, ਕਿਉਂ ਜੀ? ਹੁਣ ਸੁਣਿਓ ਧਿਆਨ ਨਾਲ ਸਾਰੇ ਮੇਰੇ ਭੈਣ ਭਰਾ, ਸੁਰਤ ਕਰਕੇ। ਲਿਖਤ ਹੈ ਇਹ, ਕੋਈ ਜ਼ਿਆਦਾ ਲਿਖਤ ਨਹੀਂ, 2 ਪੇਜ ਵੀ ਨਹੀਂ ਲਿਖਤ ਦੇ, ਛੋਟੀ ਲਿਖਤ ਲਈ ਹੈ ਕਿਉਂਕਿ ਗਿਆਨੀ ਸਾਹਿਬ ਨੇ ਮਗਰ ਬੈਠੇ, ਫਿਰ ਟਾਈਮ ਦੀ ਥੋੜੀ ਲਿਮਟ ਹੋ ਜਾਂਦੀ।
ਜਦੋਂ ਟਾਈਮ ਦੀ ਪਾਬੰਦੀ ਹੁੰਦੀ ਫਿਰ ਗੱਲ ਨਹੀਂ ਹੁੰਦੀ, ਕਿਉਂ ਜੀ? ਫਿਰ ਗੱਲ ਨਹੀਂ ਹੁੰਦੀ। ਹਾਂਜੀ, ਫਿਰ ਉਸ ਹਿਸਾਬ ਨਾਲ ਗੱਲ ਵੀ ਨਹੀਂ ਪੂਰੀ ਹੁੰਦੀ। ਜਦੋਂ ਸਾਰਿਆਂ ਦੇ ਨਾਲ। ਚਲੋ ਆਪਾਂ ਲਿਖਤ ਪੜ੍ਹਦੇ ਸੱਚੇ ਪਾਤਸ਼ਾਹ ਦਇਆ ਕਰਕੇ ਇਸ ਨੂੰ ਆਪਣੇ ਵਿਚਾਰਨਾ ਕਿ ਅਸੀਂ ਕਿਸ ਦਾ ਨਾਮ ਲੈਂਦੇ ਹਾਂ, ਕਿਸ ਨੇ ਸਾਨੂੰ ਨਾਮ ਦਿੱਤਾ, ਕਿਹਨੂੰ ਅਸੀਂ ਆਰਾਧਨਾ, ਕਿਹਦੇ ਚਰਨਾਂ 'ਚ ਸੁਰਤੀ ਲਾਉਣੀ ਆ, ਕਿਹੜਾ ਸਾਡਾ ਮਾਲਕ ਆ, ਪਿਰਤ ਪਾਲਕ ਆ। ਇਹ ਬਾਣੀ ਦੱਸੂਗੀ ਸਾਨੂੰ। ਇਹ 22 ਵਿਸਾਖ ਦੀ ਲਿਖਤ ਹੈ। ਆਪਾਂ ਮੱਘਰ ਮਹੀਨੇ ਦਾ ਸਤਸੰਗ ਕਰ ਰਹੇ ਹਾਂ। ਮੇਰੇ ਖਿਆਲ ਨਾਲ ਅੱਜ 12 ਮੱਘਰ ਹੋ ਗਿਆ ਹੈ ਔਰ ਇਹ ਵਿਸਾਖ ਦੀ ਆਪਾਂ ਲਿਖਤ ਪੜ੍ਹਨ ਲੱਗੇ ਹਾਂ। ਸਮੇਂ ਦੇ ਹਿਸਾਬ ਨਾਲ ਲੋੜ ਹੈ ਪੜ੍ਹਨ ਦੀ ਇਹਨਾਂ ਲਿਖਤਾਂ ਨੂੰ। 22 ਵਿਸਾਖ 2007 ਬਿਕਰਮੀ ਗ੍ਰੰਥ ਨੰਬਰ 1 ਦੇ ਵਿੱਚੋਂ ਲਿਖਤ ਲਈ ਹੈ। 97 ਨੰਬਰ ਪੇਜ ਹੈ, 96-97 ਤੋਂ ਲਿਖਤ ਚੱਲਦੀ। ਸੋਹੰਗ ਸ਼ਬਦ ਪ੍ਰਭ ਨਾਮ ਚਿਤਾਰੇ, ਸੋਹੰਗ ਸ਼ਬਦ ਪ੍ਰਭ ਜਗਤ ਉਧਾਰੇ, ਸੋਹੰਗ ਸ਼ਬਦ ਦਰਸ਼ ਰਾਮ ਅਵਤਾਰੇ, ਸੋਹੰਗ ਸ਼ਬਦ ਕ੍ਰਿਸ਼ਨ ਮੁਰਾਰੇ, ਸੋਹੰਗ ਸ਼ਬਦ ਸਭ ਸਿੱਖਣ ਤਾਰੇ। ਸੁਣੀ ਜਾਇਓ ਧਿਆਨ ਨਾਲ ਹੁਣ ਸੋਹੰਗ ਸ਼ਬਦ ਦੀ ਵਡਿਆਈ। ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਨਿਮਸ਼ਕਾਰੇ। ਇੱਥੇ ਥੋੜਾ ਰੁਕਾਂਗੇ। ਜਦੋਂ ਅਸੀਂ ਸੋਹੰਗ ਸ਼ਬਦ ਕਹਿੰਦੇ ਹਾਂ ਮੁਖ ਦੇ ਵਿੱਚੋਂ, ਤੇ ਅਸੀਂ ਨਮਸਕਾਰ ਕਿਸ ਨੂੰ ਕਰਦੇ ਹਾਂ? ਇਹ ਆਪ ਨੇ ਹੁਣ ਵਿਚਾਰਨਾ ਹੈ। ਸਾਰੇ ਭੈਣ ਭਰਾਵਾਂ ਨੇ ਸੁਰਤ ਕਰਕੇ ਸੁਣੀ ਜਾਇਓ ਜਰਾ। ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਨਿਮਸ਼ਕਾਰੇ, ਸੋਹੰਗ ਸ਼ਬਦ ਜਮਦੂਤ ਨਾ ਮਾਰੇ। ਜੇ ਅਸੀਂ ਇਸ ਸ਼ਬਦ ਦੀ ਆਰਾਧਨਾ ਕਰਦੇ ਹਾਂ। ਸੋਹੰਗ ਸ਼ਬਦ ਪ੍ਰਭ ਚਰਨ ਦਰਸਾਰੇ। ਇਹਨਾਂ ਪੰਕਤੀਆਂ ਜੀ ਜਿਹੜਾ ਆ ਸਾਫ਼ ਸਪਸ਼ਟ ਆ ਗਿਆ ਕਿ ਸੋਹੰਗ ਸ਼ਬਦ ਪ੍ਰਭੂ ਨਾਮ ਨਿਸਤਾਰੇ। ਠੀਕ ਹੈ ਜੀ। ਤੇ ਪ੍ਰਭੂ ਚਰਨ ਨਮਸਕਾਰ, ਪ੍ਰਭੂ ਦਾ ਨਾਮ ਹੈ ਸੋਹੰਗ ਸ਼ਬਦ ਜਿਹੜਾ। ਸੋਹੰਗ ਸ਼ਬਦ ਹੋਏ ਗਿਆਨ ਉਜਿਆਰੇ, ਜਿੱਥੋਂ ਸ਼ੁਰੂ ਹੋਈ ਲਿਖਤ ਸੋਹੰਗ ਸ਼ਬਦ ਪ੍ਰਭ ਨਾਮ ਚਿਤਾਰੇ। ਸੋ ਬੜੇ ਧਿਆਨ ਨਾਲ ਵਿਚਾਰਨਾ ਹੈ ਆਪਾਂ। ਸੋਹੰਗ ਸ਼ਬਦ ਹੋਏ ਗਿਆਨ ਉਜਿਆਰੇ, ਸੋਹੰਗ ਸ਼ਬਦ ਰਸਨਾ ਜੀਵ ਉਚਾਰੇ, ਸੋਹੰਗ ਸ਼ਬਦ ਪੇਖੇ ਸੱਚ ਦੁਆਰੇ, ਸੋਹੰਗ ਸ਼ਬਦ ਘਰ ਪਾਰ ਉਤਾਰੇ, ਸੋਹੰਗ ਸ਼ਬਦ ਸਦਾ ਨਿਮਸ਼ਕਾਰੇ, ਸੋਹੰਗ ਸ਼ਬਦ ਕੋਟ ਅਪਰਾਧੀ ਤਾਰੇ। ਇਹ ਮਹਿਮਾ ਸ਼ਬਦ ਦੀ, ਸੋਹੰਗ ਦੀ ਹਰ ਸੰਗਤ ਜੀਓ। ਕੋਟ ਅਪਰਾਧੀ ਵੀ ਪਾਰ ਹੋ ਜਾਂਦੇ ਸ਼ਬਦ ਨੂੰ ਆਰਾਧਨਾ ਕਰਕੇ। ਇਸ ਸ਼ਬਦ ਨੂੰ ਸੋਹੰਗ ਸ਼ਬਦ ਜੀਵ ਬੈਕੁੰਠ ਸੁਧਾਰੇ, ਸੋਹੰਗ ਸ਼ਬਦ ਜਪੇ ਜਗਤ ਨਿਆਰੇ, ਸੋਹੰਗ ਸ਼ਬਦ ਮੁਕੰਦ ਮੁਰਾਰੇ, ਸੋਹੰਗ ਸ਼ਬਦ ਜਗਦੀਸ਼ਰ ਤਾਰੇ, ਸੋਹੰਗ ਸ਼ਬਦ ਜੋਤੀ ਜੋਤ ਸਮਾਰੇ, ਸੋਹੰਗ ਸ਼ਬਦ ਜਮ ਡੰਡ ਨਾ ਮਾਰੇ, ਸੋਹੰਗ ਸ਼ਬਦ ਸਤਜੁਗ ਪੈਜ ਸਵਾਰੇ, ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਉਚਾਰੇ। ਮਾਤ ਲੋਕ ਤੇ ਆ ਕੇ ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਨੇ ਰਸਨ ਉਚਾਰਿਆ। ਮੈਂ ਥੋੜਾ ਬਚਨ ਸਾਂਝਾ ਕਰਾਂ। ਸਭ ਤੋਂ ਪਹਿਲਾਂ ਦੇਹ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਸਤਿਗੁਰੂ ਮਣੀ ਸਿੰਘ ਜੀ ਨੂੰ ਮਾਤ ਲੋਕ ਦੇ ਉੱਪਰ ਸੋਹੰਗ ਸ਼ਬਦ ਦੀ ਦਾਤ ਬਖਸ਼ੀ ਸੀ। ਉਹਨਾਂ ਨੇ ਦੱਸਿਆ ਸੀ ਕਿ ਮੇਰਾ ਨਾਮ ਇਹ ਹੈ ਜਪਣ ਵਾਲਾ ਨਾਮ ਜਿਹੜਾ। ਜਦੋਂ ਸੱਚਖੰਡ ਦੀ ਨੀਂਹ ਰੱਖੀ, ਉੱਥੇ ਵੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੰਠ ਪ੍ਰਵਾਸੀ ਸਾਰਾ ਖੇਲ ਖੇਲਿਆ। ਉਹ ਦਇਆ ਹੋਈ 994 ਜੋਗ ਚੌਂਕੜੀ ਦੇ ਬਾਅਦ ਤੇ ਸਾਨੂੰ ਇਹ ਸਾਰਾ ਪਤਾ ਲੱਗਾ ਕਿ ਸਾਰੀ ਖੇਲ ਖੇਲਣ ਵਾਲਾ ਇੱਕ ਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ, ਪੁਰੀ ਕਣਕ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੋ ਹਰ ਸੰਗਤ ਜੀਓ ਅੱਗੇ ਲਿਖਤ ਫੇਰ ਸੋਹੰਗ ਸ਼ਬਦ ਦੀ ਪੜ੍ਹਨ ਲੱਗੇ। ਜਰਾ ਆਪ ਸਾਰਿਆਂ ਨੇ ਵਿਚਾਰੀ ਜਾਣੀ ਨਾਲ ਨਾਲ। ਸੋਹੰਗ ਸ਼ਬਦ ਗੁਰ ਗਿਆਨ ਦਵਾਇਆ, ਸੋਹੰਗ ਸ਼ਬਦ ਗੁਰ ਸਤਿਜੁਗ ਬਣਾਇਆ,
ਸੋਹੰਗ ਸ਼ਬਦ ਭਗਤਨ ਦਾਨ ਦਵਾਇਆ। ਇੱਕ ਇੱਕ ਪੰਕਤੀ ਵਿਚਾਰਨ ਵਾਲੀ। ਭਗਤਾਂ ਨੂੰ ਦਾਨ ਦਵਾਇਆ ਮਹਾਰਾਜ ਸ਼ੇਰ ਸਿੰਘ, ਦਾਨ ਦਿੱਤਾ ਸੋਹੰਗ ਸ਼ਬਦ ਦਾ, ਜਿਹੜਾ ਆਪਾਂ ਨਾਮ ਸ਼ਬਦ ਲੈਨੇ ਹਾਂ। ਸੋਹੰਗ ਸ਼ਬਦ ਜੀਵਨ ਮੁਕਤ ਕਰਾਇਆ। ਸੋਹੰਗ ਸ਼ਬਦ ਅਗਿਆਨ ਅੰਧੇਰ ਗਵਾਇਆ। ਸੋਹੰਗ ਸ਼ਬਦ ਜਗਤ ਤਰਾਇਆ। ਸੋਹੰਗ ਸ਼ਬਦ 84 ਗੇੜ ਮੁਕਾਇਆ। ਸੋਹੰਗ ਸ਼ਬਦ ਸਤਿਗੁਰ ਸੰਗ ਮਿਲਾਇਆ। ਸੋਹੰਗ ਸ਼ਬਦ ਅਨਹਦ ਰਾਗ ਸੁਣਾਇਆ। ਸੋਹੰਗ ਸ਼ਬਦ ਗਰਭ ਜੂਣ ਤਰਾਇਆ। ਸੋਹੰਗ ਸ਼ਬਦ ਭਗਤਨ ਸੰਗ ਰਲਾਇਆ। ਸੋਹੰਗ ਸ਼ਬਦ ਜਿਨ ਰਸਨਾ ਗਾਇਆ। ਸੋਹੰਗ ਸ਼ਬਦ ਨਰ ਨਰੈਣ ਦਰਸਾਇਆ। ਸੋਹੰਗ ਸ਼ਬਦ ਸਤਿਜੁਗ ਜਹਾਜ ਬਣਾਇਆ। ਸੋਹੰਗ ਸ਼ਬਦ ਸਤਿਜੁਗ ਜਹਾਜ ਬਣਾਇਆ। ਸੋਹੰਗ ਸ਼ਬਦ ਗੁਰਮੁਖਾਂ ਨੂੰ ਪਾਰ ਲੰਘਾਇਆ। ਗੁਰਮੁਖ ਜਪ ਕੇ ਤੇ ਸੋਹੰਗ ਸ਼ਬਦ ਨੂੰ ਜਪ ਕੇ ਪਾਰ ਲੰਘ ਜਾਂਦੇ ਆ ਇਸ ਭਵ ਸਾਗਰ ਤੋਂ। ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਮਿਲਾਇਆ। ਹੁਣ ਹਰ ਸੰਗਤ ਜੀ ਕੋਈ ਭੁਲੇਖਾ ਤੇ ਲੱਗਦਾ ਨਹੀਂ ਕਿ ਕਿਸ ਨੂੰ ਅਸੀਂ ਆਰਾਧਦੇ ਹਾਂ ਸੋਹੰਗ ਸ਼ਬਦ ਦੇ ਨਾਲ, ਕਿਸ ਨੂੰ ਜਪਣਾ ਔਰ ਕਿਹਦੇ ਨਾਲ ਸਾਡਾ ਮੇਲਾ ਹੋਣਾ। ਜਦ ਅਸੀਂ ਸੋਹੰਗ ਸ਼ਬਦ ਨੂੰ ਜਪਣਾ ਹੈ, ਤੂੰ ਮੇਰਾ ਮੈਂ ਤੇਰਾ ਕਹਿਣਾ ਹੈ, ਤੇ ਫਿਰ ਸਾਡਾ ਮੇਲਾ ਮਹਾਰਾਜ ਸ਼ੇਰ ਸਿੰਘ ਦੇ ਨਾਲ ਹੋਣਾ ਹੈ, ਸੱਚੇ ਪਾਤਸ਼ਾਹ ਨਾਲ। ਇਹ ਬਾਣੀ ਦੱਸ ਰਹੀ ਹੈ। ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਮਿਲਾਇਆ। ਸੋਹੰਗ ਸ਼ਬਦ ਜੀਵ ਦਾ ਭੇਦ ਖੁਲਾਇਆ। ਸੋਹੰਗ ਸ਼ਬਦ ਜੋਤ ਸਰੂਪ ਦਰਸਾਇਆ। ਸੋਹੰਗ ਸ਼ਬਦ ਕਲ ਜੁਗ ਡੰਕ ਵਜਾਇਆ। ਥੋੜਾ ਇੱਥੇ ਜੇ ਵਿਚਾਰ ਕਰੀਏ ਹਰ ਸੰਗਤ ਜੀਓ, ਕਲ ਯੁਗ ਦੇ ਵਿੱਚ ਨੇਕ ਕਲੰਕ ਅਵਤਾਰ ਨੇ ਆਉਣਾ ਸੀ। ਉਹ ਆਏ ਔਰ ਉਹਨਾਂ ਨੇ ਸੋਹੰਗ ਸ਼ਬਦ ਆਪਣੇ ਨਾਮ ਦਾ ਡੰਕਾ ਵਜਾਇਆ ਮਾਤ ਮੁਖ ਦੇ ਉੱਪਰ ਆ ਕੇ। ਸੋਹੰਗ ਸ਼ਬਦ ਕਲ ਯੁਗ ਡੰਕ ਵਜਾਇਆ। ਸੋਹੰਗ ਸ਼ਬਦ ਸਦ ਉਤਮ ਰਖਾਇਆ। ਬਾਣੀ ਵਿੱਚ ਵੀ ਦੱਸਿਆ ਕਿ ਸਭ ਤੋਂ ਉੱਤਮ ਤੇ ਸ੍ਰੇਸ਼ਟ ਸ਼ਬਦ ਜਿਹੜਾ ਸੋਹੰਗ ਸ਼ਬਦ ਹੈ। ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ। ਜੇ ਆਪਾਂ ਵਿਚਾਰੀਏ ਹਰ ਸੰਗਤ ਜੀਓ, ਜਦ ਅਸੀਂ ਸੋਹੰਗ ਸੋਹ ਕਰਦੇ ਹਾਂ ਤੇ ਮਹਾਰਾਜ ਸ਼ੇਰ ਸਿੰਘ ਨੂੰ ਰਸਨਾ ਗਾਉਨੇ ਅਸੀਂ ਰਸਨਾ ਦੇ ਨਾਲ, ਔਰ ਮਹਾਰਾਜ ਸ਼ੇਰ ਸਿੰਘ ਨੇ ਰਸਨਾ ਚੋਂ ਗਾ ਕੇ ਸਾਨੂੰ ਸ਼ਬਦ ਦਿੱਤਾ। ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਅੱਗੇ ਵੀ ਬਹੁਤ ਸੋਹੰਗ ਸ਼ਬਦ ਬਾਰੇ ਜਿਹੜਾ ਹੈ ਦੱਸਿਆ ਹੈ ਹਰ ਸੰਗਤ ਜੀਓ। ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ। ਜਪੋ ਸੋਹੰਗ ਮਨ ਆਤਮ ਸੁਖ। ਜਪੋ ਸੋਹੰਗ ਨਾ ਵਿਆਪੇ ਦੁਖ। ਜਪੋ ਸੋਹੰਗ ਮਿਲੇ ਪ੍ਰਭ ਕੂਪ। ਜਪੋ ਸੋਹੰਗ ਪੇਖੋ ਦਰਸ਼ ਅਨੂਪ। ਜਪੋ ਸੋਹੰਗ ਪ੍ਰਗਟੇ ਜੋਤ ਸਰੂਪ। ਜਪੋ ਸੋਹੰਗ ਮਿਲੇ ਮਹਾਰਾਜ ਸ਼ੇਰ ਸਿੰਘ ਵਿੱਚ ਅੰਧਕੂਪ। ਸੋਹੰਗ ਸ਼ਬਦ ਸੁਰਤ ਜੋ ਲਾਏ। ਸੋਹੰਗ ਸ਼ਬਦ ਗੁਰ ਦਰਸ਼ ਦਿਖਾਏ। ਸੋਹੰਗ ਸ਼ਬਦ ਸਤਿਜੁਗ ਮੰਤਰ ਵਜਾਏ। ਸੋਹੰਗ ਸ਼ਬਦ ਗੁਰ ਨਿਰੰਤਰ ਵਜਾਏ। ਸੋਹੰਗ ਸ਼ਬਦ ਸਭ ਪਸ ਮੰਤਰ ਹੋ ਜਾਏ। 24,000 ਸਵਾਸ ਹੈ ਆਪਣਾ ਇੱਕ ਦਿਹਾੜੀ ਦਾ, ਔਰ ਸੋਹੰਗ ਸ਼ਬਦ ਜਿਹੜਾ ਹੈ ਨਿਰੰਤਰ ਸਾਡੇ ਸਵਾਸਾਂ ਦੇ ਵਿੱਚ ਚੱਲ ਰਿਹਾ ਹੈ ਹਰ ਸੰਗਤ ਜੀਓ। ਜੀਵ ਨੂੰ ਸੋਝੀ ਹੋਵੇ ਨਾ ਹੋਵੇ ਉਹ ਵੱਖਰੀ ਗੱਲ ਹੈ। ਸੋਹੰਗ ਸ਼ਬਦ ਦਾ ਵਾਸ, ਮਹਾਰਾਜ ਕਹਿੰਦੇ ਸੋਹੰਗ ਸ਼ਬਦ ਧਰਾਏ ਵਿੱਚ ਨਾਸ। ਤੋ ਸਾਡੇ ਨਾਸਾਂ ਦੇ ਵਿੱਚ ਸੋਹੰਗ ਸ਼ਬਦ ਨੂੰ ਰੱਖਿਆ ਹੋਇਆ ਹੈ। ਜਦ ਅਸੀਂ ਸਵਾਸ ਅੰਦਰ ਬਾਹਰ ਲੈਂਦੇ ਹਾਂ ਤੇ ਸੋਹੰਗ ਕਹਿੰਦੇ ਹਾਂ ਅਸੀਂ ਸਵਾਸਾਂ ਦੇ ਵਿੱਚ। ਸੋਹੰਗ ਸ਼ਬਦ ਸੋਹੰਗ ਸ਼ਬਦ ਗੁਰ ਨਿਰੰਤਰ ਵਜਾਏ। ਸੋਹੰਗ ਸ਼ਬਦ ਸਭ ਪਸ ਮੰਤਰ ਹੋ ਜਾਏ।
ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਜੁਗਾ ਜਗੰਤਰ ਰਹਿ ਜਾਏ। ਕਿੱਡੀ ਵੱਡੀ ਗੱਲ। ਇਹ ਤਾਂ ਖੇਡ ਚੱਲਣੀ ਆ ਚਾਰ ਯੁੱਗ ਜਿਹੜੀ ਨੇਕ ਕਲੰਕ ਦੀ। ਤੇ ਮਹਾਰਾਜ ਸ਼ੇਰ ਸਿੰਘ ਕਹਿ ਰਹੇ ਕਿ ਸੋਹੰਗ ਸ਼ਬਦ ਤੇ ਜੁਗਾ ਜਗੰਤਰ ਰਹਿਣ ਵਾਲਾ ਹੈ ਮਹਾਰਾਜ ਸ਼ੇਰ ਸਿੰਘ ਦਾ ਨਾਮ ਸ਼ਬਦ ਜਿਹੜਾ। ਸੋਹੰਗ ਸ਼ਬਦ ਜਪਾਇਆ ਆਣ ਈਸ਼ਰ ਜੋਤ ਪ੍ਰਗਟਾ ਕੇ। ਟਾਈਮ ਥੋੜਾ ਜ਼ਿਆਦਾ ਨਹੀਂ ਲੱਗ ਰਿਹਾ ਕਿ ਕਰ ਲਈਏ ਬਚਨ? ਹਾਂ, ਆਪਾਂ ਬਚਨ ਸਾਂਝਾ ਕੀਤਾ ਸ਼ੁਰੂ ਦੇ ਵਿੱਚ ਕਿ ਈਸ਼ਰ ਕਹੀਏ ਨਿਰੰਕਾਰ ਕਹੀਏ। ਇੱਥੇ ਲਿਖਤ ਵਿੱਚ ਆ ਗਿਆ ਕਿ ਸੋਹੰਗ ਸ਼ਬਦ ਆ ਕੇ ਜਪਾਇਆ ਮਾਤ ਲੋਕ ਦੇ ਉੱਪਰ। ਈਸ਼ਰ ਨੇ ਪ੍ਰਗਟ ਆਪਣੀ ਜੋਤ ਪ੍ਰਗਟਾ ਕੇ ਈਸ਼ਰ ਜੋਤ ਜਗਤ ਮੇ ਆਏ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ਕਨਕਪੁਰੀ ਨੂੰ ਭਾਗ ਲਗਾਏ। ਸੋ ਈਸ਼ਰ ਮਹਾਰਾਜ ਸ਼ੇਰ ਸਿੰਘ ਜੀ ਨੂੰ ਅਸੀਂ ਕਹਿੰਦੇ ਆ ਸੱਚੇ ਪਾਤਸ਼ਾਹ ਨੂੰ ਈਸ਼ਰ। ਸੋਹੰਗ ਜਪਾਇਆ ਆਣ ਈਸ਼ਰ ਜੋਤ ਪ੍ਰਗਟਾ ਕੇ। ਸੋਹੰਗ ਸ਼ਬਦ ਜਪਾਇਆ ਆਣ ਕਲ ਦਾ ਕਾਲ ਕਰਾ ਕੇ। ਜੋ ਉਹ ਆਇਆ ਨਾਮ ਰਖਾਇਆ ਤੇ ਫਿਰ ਹੀ ਸਾਨੂੰ ਆਪਣਾ ਨਾਮ ਜਪਾਇਆ ਆ ਕੇ ਮਾਤ ਲੋਕ ਦੇ ਉੱਪਰ। ਆਪ ਆਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਰਖਾਇਆ ਤੇ ਫਿਰ ਸਾਨੂੰ ਨਾਮ ਜਪਾਇਆ, ਆਪਣਾ ਭਗਤ ਜਨਾਂ ਨੂੰ ਦਾਤ ਦਿੱਤੀ ਨਾਮ ਦੀ। ਸੋਹੰਗ ਸ਼ਬਦ ਜਪਾਇਆ ਆਣ ਕਲ ਦਾ ਕਾਲ ਕਰਾ ਕੇ। ਮਹਾਰਾਜ ਨੇ ਬਾਣੀ ਸਾਨੂੰ ਦੱਸਿਆ ਕਿ ਜਦ ਸੋਹੰਗ ਸ਼ਬਦ ਦਾ ਪ੍ਰਕਾਸ਼ ਹੋਇਆ ਤੇ ਕਲਯੁਗ ਦਾ ਨਾਸ ਹੋਇਆ ਔਰ ਸਤਿਯੁਗ ਪ੍ਰਚਲਿਤ ਕੀਤਾ। ਅਗਲੀਆਂ ਲਿਖਤਾਂ ਚਾਹੁੰਦਾ ਸਾਰਾ ਵਰਣਨ। ਸੋਹੰਗ ਸ਼ਬਦ ਜਪਾਇਆ ਆਣ ਸਿੱਖਣ ਵਿੱਚ ਆਸਣ ਲਾ ਕੇ। ਸੋਹੰਗ ਸ਼ਬਦ ਜਪਾਇਆ ਆਣ ਸੰਗਤ ਗਿਰਦ ਬਹਾ ਕੇ। ਸੋਹੰਗ ਸ਼ਬਦ ਜਪਾਇਆ ਆਣ ਸਤਿਯੁਗ ਸੱਚਾ ਲਾ ਕੇ। ਸੋਹੰਗ ਸ਼ਬਦ ਜਪਾਇਆ ਆਣ ਨਾਮ ਆਪਣਾ ਰਸਨਾ ਜਪਾ ਕੇ। ਇੱਥੇ ਰੁਕੀਏ ਥੋੜਾ ਜਿਹਾ। ਕੀ ਕਹਿ ਰਹੇ ਮਹਾਰਾਜ ਸ਼ੇਰ ਸਿੰਘ ਜੀ ਕਿ ਮੇਰਾ ਨਾਮ ਆ, ਮੇਰਾ ਆਪਣਾ ਨਾਮ ਆ ਸੋਹੰਗ, ਔਰ ਜਿਹੜਾ ਮੈਂ ਆ ਕੇ ਤੁਹਾਨੂੰ ਜਪਾਇਆ ਹੈ ਆਪਣਾ ਨਾਮ ਦੀ ਦਾਤ ਜਿਹੜੀ ਦਿੱਤੀ ਆਪਣੇ ਦੀ ਮਹਾਰਾਜ ਕਹਿ ਰਹੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਜੀ। ਸੋਹੰਗ ਸ਼ਬਦ ਜਪਾਇਆ ਆਣ ਨਾਮ ਆਪਣਾ ਰਸਨਾ ਜਪਾ ਕੇ। ਸੋਹੰਗ ਸ਼ਬਦ ਜਪਾਇਆ ਆਣ ਪ੍ਰਭ ਨੇ ਭੇਸ ਵਟਾ ਕੇ। ਸੋਹੰਗ ਸ਼ਬਦ ਜਪਾਇਆ ਆਣ ਦੇਹ ਵਿੱਚ ਜੋਤ ਜਗਾ ਕੇ। ਸੋਹੰਗ ਸ਼ਬਦ ਜਪਾਇਆ ਆਣ ਅੰਮ੍ਰਿਤ ਮੁਖ ਚਵਾ ਕੇ। ਸੋਹੰਗ ਸ਼ਬਦ ਜਪਾਇਆ ਆਣ ਸੱਚ ਸੋਚ ਵਰਤਾ ਕੇ। ਸੋਹੰਗ ਸ਼ਬਦ ਜਪਾਇਆ ਆਣ ਚਾਰ ਕੁੰਟ ਜੈ ਜੈ ਜੈਕਾਰ ਕਰਾ ਕੇ। ਸੋਹੰਗ ਸ਼ਬਦ ਜਪਾਇਆ ਆਣ ਚਾਰ ਕੁੰਟ ਜੈ ਜੈ ਜੈਕਾਰ ਕਰਾ ਕੇ। ਸੋਹੰਗ ਸ਼ਬਦ ਜਪਾਇਆ ਆਣ ਮਾਤ ਪਤਾਲ ਆਕਾਸ਼ ਥਿਰ ਰਹਾ ਕੇ। ਸੋਹੰਗ ਸ਼ਬਦ ਜਪਾਇਆ ਆਣ ਬਾਸ਼ਕ ਦੀ ਸੇਜ ਤਜਾ ਕੇ। ਸੋਹੰਗ ਸ਼ਬਦ ਜਪਾਇਆ ਆਣ ਬੈਕੁੰਠ ਧਾਮ ਚੋਂ ਆ ਕੇ। ਸੋਹੰਗ ਸ਼ਬਦ ਜਪਾਇਆ ਆਣ ਕ੍ਰਿਸ਼ਨ ਭੇਸ ਵਟਾ ਕੇ। ਥੋੜਾ ਧਿਆਨ ਨਾਲ ਸਮਝੀ ਜਾਇਓ। ਸੋਹੰਗ ਸ਼ਬਦ ਜਪਾਇਆ ਆਣ ਕ੍ਰਿਸ਼ਨ ਭੇਸ ਵਟਾ ਕੇ। ਸੋਹੰਗ ਸ਼ਬਦ ਜਪਾਇਆ ਆਣ ਨੇਹ ਕਲੰਕ ਅਖਵਾ ਕੇ। ਜੋ ਬਚਨ ਆਪਾਂ ਸ਼ੁਰੂ ਦੇ ਵਿੱਚ ਸਾਂਝੇ ਕੀਤੇ ਬਾਣੀ ਪੜ੍ਹਨ ਤੋਂ ਪਹਿਲਾਂ ਕਿ ਨੇਹ ਕਲੰਕ ਅਵਤਾਰ ਨੇ ਨਾਮ ਰਖਾਇਆ ਤੇ ਫਿਰ ਸਾਨੂੰ ਨਾਮ ਜਪਾਇਆ। ਸੋਹੰਗ ਸ਼ਬਦ ਨੇਹ ਕਲੰਕ ਅਵਤਾਰ ਆਪ ਅਖਵਾ ਕੇ ਮਹਾਰਾਜ ਸ਼ੇਰ ਸਿੰਘ ਜੀ ਨੇ ਆਣ ਕੇ ਸਾਨੂੰ ਦਿੱਤਾ, ਨਾਮ ਰਖਾਇਆ ਤੇ ਨਾਮ ਜਪਾਇਆ। ਮੈਂ ਵਾਰ-ਵਾਰ ਇਸ ਤੇ ਬਚਨ ਤਾਂ ਸਾਂਝਾ ਕਰ ਰਿਹਾ ਕਿ ਅੱਜ ਨੇਹ ਕਲੰਕ ਅਵਤਾਰ ਪਰਿਪੂਰਨ ਪ੍ਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕ ਪ੍ਰਵਾਸੀ ਜੀ ਦੇ ਨਾਮ ਦੇ ਉੱਪਰ ਵੀ ਸ਼ੰਕੇ ਖੜੇ ਕੀਤੇ ਜਾ ਰਹੇ। ਸੋ ਇਸ ਕਰਕੇ ਮੈਂ ਉਹੀ ਬਚਨ ਸਾਂਝੇ ਕਰ ਰਿਹਾ ਕਿ 24 ਅਵਤਾਰ ਦੀ ਜੈ ਹੋਈ। 24 ਅਵਤਾਰ ਸਾਡਾ ਇਸ਼ਟ ਆ ਔਰ ਅਸੀਂ 24 ਅਵਤਾਰ ਨੂੰ ਆਪਣਾ ਇਸ਼ਟ ਰੱਖਦੇ ਹਾਂ। ਉਹਦਾ ਨਾਮ ਆ ਜਿਹੜਾ ਅਸੀਂ ਜਪ ਰਹੇ ਹਾਂ।
ਸੋਹੰਗ ਸ਼ਬਦ ਜਪਾਇਆ ਆਣ, ਪੱਲਾ ਜਗਤ ਫਿਰਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਬੇਮੁਖਾਂ ਤੋਂ ਮੁਖ ਛੁਪਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਵਿਛੜੇ ਚਰਨੀ ਲਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਪਤਤ ਪਾਪੀ ਤਰਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਰਾਮ ਰਘੁਨਾਥ ਅਖਵਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਹਰ ਸੰਗਤ ਜੀਓ ਸਮਝ ਪੈ ਰਹੀ ਸਾਰਿਆਂ ਨੂੰ? ਕਿਉਂ ਜੀ? ਜਿੰਨੀ ਕੁ ਮੈਨੂੰ ਪੈ ਰਹੀ ਹੈ। ਨਾਮ ਦੇ ਉੱਪਰ ਜਿਹੜਾ ਅੱਜ ਨੇਕਲੰਕ ਅਵਤਾਰ ਦੇ ਨਾਮ ਦੇ ਉੱਪਰ ਸ਼ੰਕਾ ਹੈ ਕਿ ਉਹਦਾ ਇਹ ਤਾਂ ਉਹ ਭੈ ਦਾ ਇੱਕ ਸ਼ਕਤੀ ਕੋਈ ਹੋਰ ਹੈ। ਮਹਾਰਾਜ ਸ਼ੇਰ ਸਿੰਘ ਜੀ ਦਾ ਨਾਮ ਨਹੀਂ ਪਿੰਡ ਵਾਲਿਆਂ ਦਾ ਜਾਂ ਦੇਹ ਦੇ ਨਾਲ ਨਾਮ ਨੂੰ ਜੋੜਿਆ ਜਾਂਦਾ ਹੈ। ਜਦੋਂ ਨਿਰੰਕਾਰ ਦੇਹਧਾਰੀ ਹੋਏ ਕਨਕਪੁਰੀ ਦੀ ਧਰਤੀ ਦੇ ਉੱਪਰ, ਔਰ ਨਿਰਾਕਾਰ ਸਾਕਾਰ ਹੋਏ, ਨਿਰਗੁਣ ਸਰਗੁਣ ਹੋਏ ਪ੍ਰਮਾਤਮਾ, ਉਹਨਾਂ ਨੇ ਆਪਣਾ ਨਾਮ ਰਖਾਇਆ, ਪੱਲਾ ਜਗਤ ਤੇ ਫਰਾਇਆ। ਉਹ ਲੇਖ ਲੰਮੇ ਨੇ, ਉੱਧਰ ਨਹੀਂ ਅਜੇ ਜਾਣਾ ਚਾਹੁੰਦਾ ਮੈਂ। ਆਨੰਦਪੁਰ ਜਾ ਕੇ ਪੱਲਾ ਫਰਾਇਆ, ਕਿਹਾ ਨੇਕਲੰਕ ਅਵਤਾਰ ਆਇਆ, ਮਹਾਰਾਜ ਸ਼ੇਰ ਸਿੰਘ ਆਇਆ ਜੀ। ਹਰਿਮੰਦਰ ਸਾਹਿਬ ਗਏ, ਕਨਕਪੁਰੀ ਦੇ ਵਿੱਚ ਸੰਤ ਤੇਜਾ ਸਿੰਘ ਤੋਂ ਪੱਲਾ ਫਰਾਇਆ, ਔਰ ਜੈ ਜੈਕਾਰ ਕਰਾਈ ਆਪਣੇ ਨਾਮ ਦੀ। ਔਰ ਹਰ ਸੰਗਤ ਜੀਓ ਦੇਹ ਕਰਕੇ ਉਹਨੂੰ ਮੰਨ ਲਈਏ, ਔਰ ਜੋਤ ਕਰਕੇ ਨਿਰਾਕਾਰ ਕਰਕੇ ਵੇਖੀਏ ਤਾਂ ਬਾਣੀ ਨੇ ਦੋਵਾਂ ਸਰੂਪਾਂ ਦੇ ਵਿੱਚ ਦੱਸਿਆ ਹੈ ਕਿ ਦੇਹ ਕਰਕੇ ਸਰਗੁਣ ਰੂਪ ਕਣਕਪੁਰ ਵਾਸੀ, ਜੋਤ ਕਰਕੇ ਨਿਰਗੁਣ ਰੂਪ ਜੋਤ ਸਰੂਪ ਕਣਕਪੁਰ ਵਾਸੀ। ਦੋਵਾਂ ਧਾਰਾਂ ਦੇ ਵਿੱਚ ਸੱਚੇ ਪਾਤਸ਼ਾਹ ਆਪ ਆ। ਜਿਹੜੇ ਭੈਣ ਭਰਾ ਬਾਣੀਆਂ ਪੜ੍ਹਦੇ ਉਹਨਾਂ ਨੂੰ ਸਾਰਾ ਪਤਾ ਕਿ ਗੱਲ ਕਿੱਥੇ ਚੱਲ ਰਹੀ ਆ ਔਰ ਕੀ ਹੋ ਰਹੀ ਹੈ। ਸੋ ਫਿਰ ਪੰਕਤੀ ਮੈਂ ਪੜ੍ਹਦਾ, ਆਪ ਜੀ ਨੇ ਪੰਕਤੀ ਨੂੰ ਸੁਣਨਾ। ਸੋਹੰਗ ਸ਼ਬਦ ਜਪਾਇਆ ਆਣ, ਵਿਛੜੇ ਚਰਨੀ ਲਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਪਤਤ ਪਾਪੀ ਤਰਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਰਾਮ ਰਘੁਨਾਥ ਅਖਵਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਸੋਹੰਗ ਸ਼ਬਦ ਜਪਾਇਆ ਆਣ, ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਜਦੋਂ ਆਪਾਂ ਲਿਖਤਾਂ 'ਚ ਪੜ੍ਹਦੇ ਹਾਂ ਔਰ ਵਰਣਨ ਆਉਂਦਾ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਨਾਮ ਆਪ ਰਖਾਏ। ਪਿਤਾ ਜਵੰਦ ਸਿੰਘ, ਮਾਤਾ ਤਾਬੋ ਨੂੰ ਵਡਿਆਇਆ। ਇਹ ਬਾਣੀ ਦੇ ਵਿੱਚ ਵਾਰ-ਵਾਰ ਵਰਣਨ ਆਉਂਦਾ। ਔਰ ਨਾਮ ਰਖਾਇਆ ਆ ਕੇ ਮਾਤ ਲੋਕ ਦੇ ਉੱਪਰ, ਤੇ ਫਿਰ ਹੀ ਸਾਨੂੰ ਸੋਹੰਗ ਸ਼ਬਦ ਦੀ ਦਾਤ ਮਿਲੀ ਤੇ ਸੋਹੰਗ ਸ਼ਬਦ ਆਪਾਂ ਜਪਿਆ। ਮਹਾਰਾਜ ਸ਼ੇਰ ਸਿੰਘ ਜੀ ਦਾ ਜਿਹੜਾ ਪੂਰਾ ਨਾਮ ਹੈ, ਜੋ ਬਾਣੀ ਸਾਨੂੰ ਦੱਸਿਆ ਸੱਚੇ ਪਾਤਸ਼ਾਹ, ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਇਹ ਨਾਮ ਹੈ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਜੀ ਦਾ। ਬਾਣੀ ਦੇ ਵਿੱਚ ਵਰਣਨ ਆਉਂਦਾ ਹੈ ਵਾਰ-ਵਾਰ ਲਿਖਤਾਂ ਦੇ ਵਿੱਚ, ਹਰ ਸੰਗਤ ਜੀਓ। ਔਰ ਆ ਕੇ ਨਾਮ ਰਖਾ ਕੇ ਤੇ ਫਿਰ ਸਾਨੂੰ ਸੋਹੰਗ ਸ਼ਬਦ ਦੀ ਦਾਤ ਜਿਹੜੀ ਉਹ ਦਿੱਤੀ ਆ। ਤੇ ਜੇ ਆਪਾਂ ਇੱਥੇ ਬਚਨ ਸਾਂਝਾ ਕਰੀਏ, ਸਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਅਸੀਂ ਨੇਤਰ ਬੰਦ ਕਰਕੇ ਸਾਡੀ ਆਤਮਾ ਜੋਤੀ ਧਾਰ ਸੋਹੰਗ ਕਹਿੰਦੀ ਹੈ, ਤੇ ਕਿਹਨੂੰ ਸੋਹੰਗ ਕਹਿ ਰਹੇ ਹਾਂ? ਕਿਸ ਨੂੰ ਅੱਗੇ ਅਸੀਂ ਤਸੱਵਰ ਕਰਦੇ, ਕਿਹੜਾ ਇਸ਼ਟ ਰੱਖਦੇ ਹਾਂ, ਕੌਣ ਸਾਡਾ ਮਾਲਕ ਆ, ਕਿਸ ਦੇ ਚਰਨ ਸੰਗ ਸਾਡੀ ਪ੍ਰੀਤੀ ਜੁੜਦੀ ਹੈ ਜਦੋਂ ਅਸੀਂ ਸੋਹੰਗ ਸ਼ਬਦ ਦੀ ਆਰਾਧਨਾ ਕਰਦੇ ਹਾਂ? ਕਿੰਨੇ ਸਾਨੂੰ ਦਰਸ਼ਨ ਦੇਣਾ ਆ ਕੇ? ਇਹ ਸਾਰਾ ਬਾਣੀ ਦੇ ਵਿੱਚ ਵਰਣਨ ਆ ਰਿਹਾ ਕਿ ਕਿਹਦੇ ਨਾਲ ਸਾਡਾ ਮੇਲ ਹੋਣਾ, ਕਿਸ ਦੇ ਵਿੱਚ ਸਾਡੀ ਜੋਤੀ ਨੇ, ਜੋਤ ਕਿਸ ਦੀ ਦੇ ਵਿੱਚ ਸਮਾਉਣਾ, ਔਰ ਕਿਸ ਦੇ ਵਿੱਚੋਂ ਸਾਡੀ ਜੋਤੀ ਆਈ। ਇਹ ਸਾਰੀ ਲਿਖਤ ਦੇ ਵਿੱਚ ਇਹਦੇ ਵਿੱਚ ਵੀ ਵਰਣਨ ਆ ਰਿਹਾ, ਹਰ ਸੰਗਤ ਜੀਓ। ਸੋਹੰਗ ਸ਼ਬਦ ਸਤਿਯੁਗ ਬਵਾਨ, ਸੋਹੰਗ ਸ਼ਬਦ ਦੇਵੇ ਗੁਣੀ ਨਿਦਾਨ। ਸੋਹੰਗ ਸ਼ਬਦ ਹੋਵੇ ਭਗਤ ਪਰਵਾਨ, ਸੋਹੰਗ ਸ਼ਬਦ ਸਤਿਯੁਗ ਦਾ ਗਿਆਨ। ਸੋਹੰਗ ਸ਼ਬਦ ਸਤਿਯੁਗ ਦਾ ਗਿਆਨ,
ਸੋਹੰਗ ਸ਼ਬਦ ਕਰ ਠਾਂਡਾ ਪਾਣ, ਸੋਹੰਗ ਸ਼ਬਦ ਮੇਲੇ ਭਗਵਾਨ, ਸੋਹੰਗ ਸ਼ਬਦ ਭਗਤ ਦੀ ਬਾਣ, ਸੋਹੰਗ ਸ਼ਬਦ ਪ੍ਰਭ ਸਰੂਪ ਪਛਾਣ। ਜਗਤ ਸੁਹਾਇਆ ਸੀਸ ਕੇਸ ਚਵਰ ਚੁਲਾਏ, ਜਗਤ ਸੁਹਾਇਆ ਸੀਸ ਚਰਨੀ ਸੇਵਕ ਮਾਏ, ਜਗਤ ਸੁਹਾਇਆ ਸੀਸ ਧੂੜ ਗੁਰ ਚਰਨ ਲਗਾਏ, ਜਗਤ ਸੁਹਾਇਆ ਸੀਸ ਪ੍ਰਭ ਦੀ ਸੇਵਕ ਮਾਏ, ਜਗਤ ਸੁਹਾਇਆ ਸੀਸ ਜਗਤ ਨਾਮ ਤਰਾਏ, ਜਗਤ ਸੁਹਾਇਆ ਸੀਸ ਦੁਸ਼ਟਨ ਅਗਨ ਜਲਾਏ, ਜਗਤ ਤਰਾਇਆ ਸੀਸ ਗੁਰ ਦਰਸ਼ਨ ਪਾਏ, ਜਗਤ ਤਰਾਇਆ ਸੀਸ, ਜਗਤ ਤਰਾਇਆ ਸੀਸ ਮਹਾਰਾਜ ਸ਼ੇਰ ਸਿੰਘ ਪੈਜ ਰਖਾਏ, ਮਹਾਰਾਜ ਸ਼ੇਰ ਸਿੰਘ ਪੈਜ ਰਖਾਏ। ਹਰ ਸੰਤ ਜੀਓ ਇੰਨੀ ਹੀ ਲਿਖਤ ਸੀ ਜਿਹੜੀ ਆਪਾਂ ਲਈ ਹੈ। ਠੀਕ ਹੈ ਜੀ, ਆਪ ਜੀ ਨੇ ਸਾਰਿਆਂ ਨੇ ਸੁਣ ਲਈ ਹੈ। ਕੋਈ ਪਰਮ ਭੁਲੇਖੇ ਵਾਲੀ ਗੱਲ ਜਾਪਦੀ ਨਹੀਂ ਹੁਣ, ਕਿਉਂ ਜੀ? ਥੋੜਾ ਜਿਹਾ ਹੁਣ ਅੰਗਾਰਾ ਦੇ ਕੇ ਨਾਮ ਸ਼ਬਦ ਦੇ ਉੱਪਰ, ਜਕਾਰੇ ਦੇ ਉੱਪਰ ਔਰ ਸਤਿਯੁਗ ਦਾ ਸ਼ਬਦ ਹੈ ਸੋਹੰਗ, ਸਤਿਯੁਗ ਦਾ ਸੱਚਾ ਗਿਆਨ ਹੈ ਸੋਹੰਗ ਸ਼ਬਦ। ਸਤਿਯੁਗ ਲੱਗੇ ਨੂੰ 57 ਸਾਲ ਦੇ ਕਰੀਬ ਹੋ ਗਏ, ਲੇਕਿਨ 2021 ਨੂੰ ਸਤਸੰਗ ਸਤਿਯੁਗ ਲਗਾਉਣ ਤੋਂ ਪਹਿਲਾਂ ਜਦ ਸੱਚੇ ਪਾਤਸ਼ਾਹ ਜੀ ਨੇ ਜਾਮਾ ਪਹਿਨਿਆ, ਮਹਾਰਾਜ ਜੀ ਕਹਿੰਦੇ ਕਿ ਉਦੋਂ ਹੀ ਕਲਯੁਗ ਦੀ ਜੜ ਪੁੱਟ ਦਿੱਤੀ ਸੀ। ਜਦੋਂ ਨੇਕ ਕਲੰਕ ਅਵਤਾਰ ਨੇ ਕਣਕਪੁਰੀ ਦੇ ਵਿੱਚ ਜਾਮਾ ਪਹਿਨਿਆ ਤੇ ਪਹਿਲੀ ਮਾਘ ਦੀ ਲਿਖਤ ਜਿੱਦਾਂ ਗ੍ਰੰਥ ਨੰਬਰ 1 'ਚ ਚੱਲਦੀ ਆ ਔਰ ਅੱਗੇ ਚੱਲਦੀਆਂ ਲਿਖਤਾਂ, ਸੱਚੇ ਪਾਤਸ਼ਾਹ ਕਹਿੰਦੇ ਕਿ ਜਦ ਮੈਂ ਜਾਮਾ ਪਹਿਨਿਆ ਤੇ ਮੈਂ ਉਦੋਂ ਹੀ ਕਲਯੁਗ ਦੀ ਜੜ ਜਿਹੜੀ ਸੀ ਪੁੱਟ ਦਿੱਤੀ ਸੀ। ਸਤਿਯੁਗ ਤਾਂ ਉਦੋਂ ਹੀ ਮੈਂ ਲਗਾ ਦਿੱਤਾ ਸੀ ਜਦੋਂ ਮੈਂ ਪ੍ਰਗਟ ਹੋ ਗਿਆ। ਸੱਚਾ ਯੁੱਗ ਉਦੋਂ ਹੀ ਲੱਗ ਗਿਆ ਸੀ, ਕਲਯੁਗ ਦੇ ਵਿੱਚ ਹੀ ਸੱਚਾ ਯੁੱਗ। ਲੇਕਿਨ ਇਸ ਨੂੰ ਲਾਗੂ ਜਿਹੜਾ ਕੀਤਾ ਗਿਆ ਸਤਿਯੁਗ ਨੂੰ ਲਿਖਤੀ ਤੌਰ ਤੇ, ਉਹ 2021 ਦੇ ਵਿੱਚ ਪਹਿਲੀ ਚੇਤ ਦਾ ਉਹ ਜਿਹੜਾ ਸੀ ਆਪਣਾ ਵਿਹਾਰ ਹੋਇਆ, 18 ਨੰਬਰ ਗ੍ਰੰਥ ਲਿਖ ਕੇ। ਸੋ ਹਰ ਸੰਤ ਜੀਓ ਸੋਹੰਗ ਸ਼ਬਦ ਜਿਹੜਾ ਆ, ਹਰ ਸੰਤ ਜੀਓ ਮੇਲਾ ਭਗਵਾਨ ਦੇ ਨਾਲ ਹੁੰਦਾ ਹੈ, ਆਤਮਾ ਤੇ ਪ੍ਰਮਾਤਮਾ ਦਾ। ਜੇ ਅਸੀਂ ਦੇਹ ਕਰਕੇ ਤੇ ਸੱਚੇ ਪਾਤਸ਼ਾਹ ਨੂੰ ਦੇਹ ਕਰਕੇ ਸਨਮੁਖ ਅਸੀਂ ਰੱਖਦੇ ਹਾਂ ਤੇ ਫਿਰ ਵੀ ਸਾਡਾ ਮੇਲਾ ਸੱਤ ਆ। ਇਹਨੂੰ ਸਰਗੁਣ ਸੰਗ ਕਿਹਾ ਜਾਂਦਾ। ਦੇਹ ਕਰਕੇ ਸੰਗ ਕਰਨਾ ਔਰ ਆਤਮਾ ਕਰਕੇ ਨਿਰਗੁਣ ਸੰਗਿਆ। ਹਰ ਸੰਤ ਜੀਓ ਇਸ ਦੇ ਵਿੱਚ ਕੋਈ ਭਰਮ ਤੇ ਭੁਲੇਖਾ ਨਹੀਂ, ਤੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਆਰਾਧਿਆ ਉਹ ਇਸ ਭਵ ਸਾਗਰ ਤੋਂ ਪਾਰ ਹੋਏ। ਜੋ ਸਰੂਪ ਬਚਨਾਂ ਦੇ ਵਿੱਚ ਬਚਣਿਆ, ਕਿਉਂਕਿ ਕਲਯੁਗ ਦਾ ਜਿਹੜਾ ਕੂੜ ਪਸਾਰ ਜਿਹੜਾ ਅਜੇ ਵੀ ਅਸਰ ਹੈ, ਔਰ ਨਾਮ ਤੋਂ ਬਿਨਾਂ ਹਰ ਸੰਤ ਜੀ ਜੋ ਸਰੂਪ ਬਚਨਾਂ ਦੇ ਵਿੱਚ ਬਚਨ ਮਹਾਰਾਜ ਜੀ ਕੀਤਾ ਕਿ ਪਾਰ ਉਹ ਹੁੰਦਾ ਜੀ ਜਿਹੜਾ ਨਾਮ ਜਪਦਾ ਜੀ। ਤੇ ਜੇ ਕੋਈ ਕਵੇ ਬਿਨਾਂ ਨਾਮ ਜਪਣ ਤੋਂ ਮੈਂ ਪਾਰ ਹੋ ਜਾਵਾਂ, ਤੇ ਪਾਰ ਕੋਈ ਨਹੀਂ ਜੇ ਹੁੰਦਾ। ਨਾਮ ਨੂੰ ਜਪ ਕੇ ਹੀ ਪਾਰ ਹੋਇਆ ਜਾਂਦਾ ਜੇ। ਸੋ ਇਸ ਨਾਮ ਦੀ ਬੜੀ ਵੱਡੀ ਵਡਿਆਈ ਆ ਹਰ ਸੰਤ ਜੀਓ। ਸਾਨੂੰ ਇਸ ਨੂੰ ਸਵਾਸਾਂ ਦੇ ਵਿੱਚ ਆਰਾਧਨਾ ਚਾਹੀਦਾ ਹੈ। ਜਿਹੜਾ ਮਨ ਹੈ ਇਸ ਨੂੰ ਸੋਹੰਗ ਸ਼ਬਦ ਸੰਗ ਜੋੜਨਾ ਚਾਹੀਦਾ ਹੈ। ਸੁਰਤ ਨੂੰ ਸੋਹੰਗ ਸ਼ਬਦ ਸੰਗ ਜੋੜਨਾ ਚਾਹੀਦਾ ਹੈ।
ਜਿੱਦਾਂ ਬਾਣੀ ਦੇ ਵਿੱਚ ਇਸੇ ਲਿਖਤ ਦੇ ਵਿੱਚ ਆਈ ਲਿਖਤ ਕਿ ਅੰਧਕੂਪ ਦੇ ਵਿੱਚ ਜੋਤ ਜਗਾ ਦਿੰਦਾ ਹੈ ਸੋਹੰਗ ਸ਼ਬਦ। ਔਰ ਸਾਡਾ ਜਿਹੜਾ ਦਸਮ ਦਵਾਰੀ ਹੈ ਉੱਥੇ ਸਾਡਾ ਆਤਮ ਪਰਮਾਤਮਾ ਦਾ ਮੇਲਾ ਹੁੰਦਾ ਹੈ ਜਦੋਂ ਅਸੀਂ ਸੋਹੰਗ ਸ਼ਬਦ ਦੀ ਆਰਾਧਨਾ ਕਰਦੇ ਹਾਂ। ਕੋਟ ਜਨਮ ਦੇ ਪਾਪੀ ਇਹਦੇ ਨਾਲ ਪਾਰ ਹੁੰਦੇ ਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਨਾਮ ਦੇ ਨਾਲ ਪਤਤ ਪਨੀਤ ਹੋ ਜਾਂਦੇ ਹਨ ਹਰ ਸੰਤ ਜੀ। ਔਰ ਇਸ ਜਗਤ ਦੇ ਉੱਪਰ ਮਾਤ ਲੋਕ ਦੇ ਉੱਪਰ ਨਾਮ ਦੇ ਬਿਨਾਂ, ਨਾਮ ਧਨ ਦੇ ਬਿਨਾਂ, ਨਾਮ ਪਦਾਰਥ ਦੇ ਬਿਨਾਂ ਜੇ ਬਾਣੀਆਂ 'ਚ ਪੜ੍ਹੋ ਤੇ ਕੋਈ ਵੀ ਐਸਾ ਪਦਾਰਥ ਨਹੀਂ ਜਿਹੜਾ ਸੱਚਾ ਸੁੱਚਾ ਨਾਮ ਦੇ ਤੁੱਲ ਹੋਵੇ। ਸਭ ਪਦਾਰਥ ਜਿਹੜੇ ਆ ਕੂੜੇ ਦੱਸੇ ਗਏ ਹਨ। ਰਸਨਾ ਦੇ ਜਿਹੜੇ ਸਵਾਦ ਹੈ, 9 ਦਰਵਾਜ਼ੇ ਹਨ, ਸਭ ਕੂੜਾ ਨਾਤਾ ਤੇ ਕੂੜ ਦਾ ਸੰਗ ਦੱਸਿਆ ਗਿਆ ਹੈ ਹਰ ਸੰਤ ਜੀਓ। ਸੋਹੰਗ ਸ਼ਬਦ ਅਨਮੁੱਲੀ ਦਾਤ ਹੈ, ਵਡਮੁੱਲੀ ਦਾਤ ਹੈ। ਨਾਮ ਦਾ ਖਜ਼ਾਨਾ ਭਗਤਾਂ ਨੂੰ ਇਹ ਜਿਹੜੀ ਵਸਤੂ ਹੈ, ਵਸਤ ਹੈ, ਭਗਤਾਂ ਨੂੰ ਸੱਚੇ ਪਾਤਸ਼ਾਹ ਦਿੱਤੀ ਹੈ। ਇਸ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਿਆ, ਟਾਈਮ ਤੇ ਚਲੋ ਫਿਰ ਲੱਗ ਹੀ ਜਾਂਦਾ ਜਦੋਂ ਬਚਨ ਕਰਦੇ ਹਾਂ ਕਿ ਬੇਮੁਖਾਂ ਤੋਂ ਆਪਣਾ ਆਪ ਛੁਪਾਇਆ, ਬੇਮੁਖਾਂ ਨੂੰ ਇਹ ਨਾਮ ਨਹੀਂ ਦਿੱਤਾ। ਉਜਵਲ ਕਰਮ ਹੈ ਕਿ ਆਪਾਂ ਨੇਕ ਕਲੰਕ ਅਵਤਾਰ ਦੀ ਕਥਾ ਸੁਣਦੇ ਹਾਂ। ਸਾਨੂੰ ਸੋਝੀ ਹੈ ਦਿੱਤੀ ਹੈ, ਸੋਝੀ ਪਾਈ ਹੈ। ਜਿਨ੍ਹਾਂ ਨੇ ਸੋਹੰਗ ਸ਼ਬਦ ਨੂੰ ਜਪਿਆ ਉਹ ਸੀਸ ਸੁਹਾਵੇਂ ਹੋਏ। ਜਿਨ੍ਹਾਂ ਨੇ ਮੁੱਖ ਰੱਖਿਆ ਇਸ ਸ਼ਬਦ ਨੂੰ ਉਹਨਾਂ ਨੂੰ ਮਾਣ ਮਿਲਿਆ, ਉਹਨਾਂ ਸੀਸਾਂ ਨੂੰ। ਔਰ ਹਰ ਸੰਤ ਜੀਓ ਸੋਹੰਗ ਸ਼ਬਦ ਦੇ ਨਾਲ ਭਗਤ ਪ੍ਰਵਾਨ ਹੁੰਦਾ ਹੈ। ਇਹ ਭਗਤਾਂ ਦਾ ਸ਼ਬਦ ਹੈ। ਜਦ ਸੋਹੰਗ ਸ਼ਬਦ ਜਪਾਇਆ, ਲਾਲੀ ਥੋੜਾ ਸਮਾਂ, ਜਦ ਸੋਹੰਗ ਸ਼ਬਦ ਜਪਾਇਆ, ਬਾਣੀ ਨੂੰ ਵਿਚਾਰਨ ਵਾਸਤੇ ਬੜਾ ਆਪਣਾ ਟਾਈਮ ਚਾਹੀਦਾ। ਯੁੱਗਾਂ ਦੇ, 4 ਯੁੱਗਾਂ ਦੇ ਪਿਛਲੇ ਜਿਹੜੇ ਵਿਛੜੇ ਇਕੱਠੇ ਕੀਤੇ ਸਿੱਖ ਭਗਤ ਗੁਰਮੁਖ ਜਿਹੜੇ ਵਿਛੜੇ ਸੀ, 4 ਯੁੱਗਾਂ ਦੇ ਇਕੱਠੇ ਕੀਤੇ, ਇਕੱਠੇ ਕਰਕੇ ਵਿਛੜਿਆਂ ਨੂੰ ਚਰਨੀ ਲਾਇਆ। ਆਪਾਂ ਚਰਨੀ ਲੱਗੇ ਹਾਂ, ਆਪਣੇ ਵੱਡੇ ਵੀ ਚਰਨੀ ਲੱਗੇ, ਆਪਾਂ ਵੱਡ ਵਡੇਰਿਆਂ ਦੀ ਅੰਸ ਬੰਸ ਅੱਗੇ ਆਪਾਂ ਚੱਲ ਰਹੇ ਹਾਂ। ਚਰਨੀ ਲਾਇਆ ਔਰ ਆਪਾਂ ਵੀ ਚਰਨੀ ਲੱਗੇ ਹਾਂ। ਵਿਛੜਿਆਂ ਨੂੰ, ਯੁੱਗਾਂ ਦੇ ਵਿਛੜਿਆਂ ਨੂੰ ਚਰਨੀ ਲਾਇਆ ਨੇਕ ਕਲੰਕ ਅਵਤਾਰ ਨੇ ਆ ਕੇ, ਮਹਾਰਾਜ ਸ਼ੇਰ ਸਿੰਘ ਨੇ। ਔਰ ਫਿਰ ਸਾਨੂੰ ਇਹ ਜਿਹੜੀ ਆ ਦਾਤ ਦਿੱਤੀ ਹੈ। ਸੋਹੰਗ ਸ਼ਬਦ ਜਦ ਜਪਾਇਆ ਆ ਕੇ ਤੇ 4 ਕੁੰਟ ਜੈ ਜੈ ਜੈਕਾਰ ਕਰਾਈ ਹੈ ਇਸ ਨਾਮ ਦੀ। ਪੂਰਬ, ਪੱਛਮ, ਉੱਤਰ, ਦੱਖਣ ਅਗਰ ਆਪਾਂ 4 ਦਿਸ਼ਾ ਲੈਨੇ ਹਾਂ ਤੇ 4 ਕੁੰਟਾਂ ਦੇ ਵਿੱਚ ਇਸ ਨਾਮ ਦੀ ਜੈ ਜੈਕਾਰ ਮਹਾਰਾਜ ਸ਼ੇਰ ਸਿੰਘ ਜੀ ਕਰਾਈ ਹੈ। ਸੱਚੇ ਪਾਤਸ਼ਾਹ ਜੀ ਨੇ ਮਾਤ ਲੋਕ ਦੇ ਉੱਪਰ ਸੋਹੰਗ ਸ਼ਬਦ ਜਦ ਦਿੱਤਾ ਤੇ ਸੰਗਤ ਨੂੰ ਇਰਦ ਗਿਰਦ ਬਹਾ ਕੇ ਦਿੱਤਾ। ਸੋਹੰਗ ਸ਼ਬਦ ਜਪਾਇਆ ਆਣ ਸੰਗਤ ਇਰਦ ਗਿਰਦ ਬਹਾਈ। ਇਹ ਲਿਖਤ ਦੇ ਵਿੱਚ ਸਿਰ ਸਾਰਾ ਜਿਹੜਾ ਆ ਰਿਹਾ ਹੈ। ਉਹੀ ਸੀਸ ਜਗਤ ਤੋਂ ਤਰੇ ਜਿਨ੍ਹਾਂ ਇਸ ਨਾਮ ਨੂੰ ਜਪਿਆ। ਠੀਕ ਹੈ ਜੀ, ਸੁਣ ਰਹੇ ਨਾ ਸਾਰੇ? ਜਿਨ੍ਹਾਂ ਜਪਿਆ ਉਹੀ ਤਰੇ, ਉਹੀ ਪਾਰ ਹੋਏ। ਉਹਨਾਂ ਦੀ ਪੈਜ ਮਹਾਰਾਜ ਸ਼ੇਰ ਸਿੰਘ ਨੇ ਰੱਖੀ ਹੈ। ਪੈਜ ਰੱਖਣ ਦਾ ਜਿਹੜਾ ਭਾਵ ਆ, ਪੈਜ ਹੁੰਦਾ ਕਿ ਇੱਜ਼ਤ ਪੱਤ ਰੱਖ ਲੈਣੀ, ਹਾਨੀ ਨਾ ਹੋਣ ਦੇਣੀ। ਜਿੱਦਾਂ ਜੁੱਗੋ ਜੁੱਗਾਂ ਦਾ ਜੁੱਗੋ ਜੁੱਗ ਭਗਤਾਂ ਦੀ ਪੈਜ ਰੱਖਦਾ ਹੈ ਨਾ, ਜੁੱਗੋ ਜੁੱਗ ਭਗਤਾਂ ਦੀ ਪੈਜ। ਏਦਾਂ ਹੀ ਹੁਣ ਆ ਕੇ ਕਲਯੁਗ ਦੇ ਵਿੱਚ ਵੀ ਭਗਤਾਂ ਦੀ ਪੈਜ ਰੱਖੀ ਆ। ਜੇ ਪਿੱਛੇ ਪੈਜ ਰੱਖੀ ਆ ਜਨ ਭਗਤਾਂ ਦੀ ਤੇ ਮਹਾਰਾਜ ਸ਼ੇਰ ਸਿੰਘ ਜੀ ਰੱਖੀਏ, ਬਾਣੀਆਂ ਦੱਸਦੀਆਂ ਹਨ। ਜੇ ਅਗਾਂਹ ਪੈਜ ਰੱਖਣੀਆਂ ਤੇ ਮਹਾਰਾਜ ਸ਼ੇਰ ਸਿੰਘ ਰੱਖਣੀਆਂ, ਜੇ ਹੁਣ ਰੱਖਣੀਆਂ ਤੇ ਮਹਾਰਾਜ ਸ਼ੇਰ ਸਿੰਘ ਨੇ ਆਪਣੀ ਪੈਜ ਰੱਖਣੀਆਂ। ਦੂਸਰ ਦੂਜ ਕੋਈ ਨਹੀਂ ਜਿਸ ਨੇ ਪੈਜ ਰੱਖਣੀ। ਇਹ ਲਿਖਤਾਂ ਆਪਾਂ ਨੂੰ ਦੱਸਦੀਆਂ ਹਨ ਹਰ ਸੰਤ ਜੀਓ। ਸੋਹੰਗ ਸ਼ਬਦ ਜੁਗਾ ਜਗੰਤਰ ਰਹਿ ਜਾਣ ਵਾਲੀ ਨਾਮ ਦੀ ਦਾਤ ਹੈ। ਸੋਹੰਗ ਸ਼ਬਦ ਜਦੋਂ ਜਪਦੇ ਹਾਂ, ਸੋਹੰਗ ਸ਼ਬਦ ਜਦੋਂ ਜਪਦੇ ਹਾਂ
ਤੇ ਪ੍ਰਭੂ ਭੂਪ ਸਾਨੂੰ ਮਿਲਦਾ ਹੈ। ਪ੍ਰਭੂ ਕਿਸ ਨੂੰ ਕਿਹਾ ਗਿਆ ਹੈ ਬਾਣੀ ਦੇ ਵਿੱਚ? ਮਹਾਰਾਜ ਸ਼ੇਰ ਸਿੰਘ ਜੀ ਨੂੰ। ਪ੍ਰਭੂ ਵੀ ਇਹਨਾਂ ਨੇ ਅਖਵਾਇਆ ਹੈ। ਪ੍ਰਭ ਪੂਰਨ ਸਮਰੱਥ, ਪ੍ਰਭੂ ਨੂੰ ਪੂਰਨ ਸਮਰੱਥ ਕਿਹਾ ਗਿਆ। ਮਹਾਰਾਜ ਸ਼ੇਰ ਸਿੰਘ ਕਹਿੰਦੇ ਮੈਂ ਆਪ ਸਮਰੱਥ। ਮਹਾਰਾਜ ਸ਼ੇਰ ਸਿੰਘ ਆਪ ਸਮਰੱਥ ਜਾਮਾ ਕਣਕਪੁਰੀ ਵਿੱਚ ਪਾ ਲਿਆ। ਕਿ ਪੁਰਾਤਨ ਬਾਣੀਆਂ ਦੇ ਹਿਸਾਬ ਦੇ ਨਾਲ ਪ੍ਰਭੂ ਨੂੰ ਪੂਰਨ ਕਿਹਾ ਗਿਆ, ਸਮਰੱਥ ਕਿਹਾ ਗਿਆ। ਮਹਾਰਾਜ ਸ਼ੇਰ ਸਿੰਘ ਕਹਿੰਦੇ ਉਹ ਪ੍ਰਭੂ ਪੂਰਨ ਪ੍ਰਮਾਤਮਾ ਜਿਹਨੂੰ ਤੁਸੀਂ ਕਿਹਾ ਉਹੀ ਮੈਂ ਮਹਾਰਾਜ ਸ਼ੇਰ ਸਿੰਘ ਸਮਰੱਥ ਹਾਂ, ਮੈਨੂੰ ਹੀ ਕਿਹਾ ਔਰ ਮੈਂ ਜਾਮਾ ਕਣਕਪੁਰੀ ਵਿੱਚ ਪਾ ਲਿਆ। ਬਾਣੀ ਨੇ ਇਸ ਨੇ ਆ ਕੇ ਨਾਮ ਦੱਸਿਆ। ਔਰ ਹਰ ਸੰਗਤ ਜੀਓ ਸੋਹੰਗ ਸ਼ਬਦ ਜਿਹੜਾ ਹੈ ਜਪਾਇਆ ਹੈ, ਇਹ ਅੰਮ੍ਰਿਤ ਮੁਖ ਦੇ ਵਿੱਚ ਚਵਾਇਆ ਹੈ। ਭਗਤ ਜਨਾਂ ਦੇ ਮੁਖ ਦੇ ਵਿੱਚ ਇਹ ਅੰਮ੍ਰਿਤ ਦੀ ਦਾਤ ਹੈ ਜਿਹੜੀ ਸੋਹੰਗ ਸ਼ਬਦ। ਜਦੋਂ ਅਸੀਂ ਸੋਹੰਗ ਕਹਿੰਦੇ ਹਾਂ ਤੇ ਅੰਮ੍ਰਿਤ ਰੂਪੀ ਜਾਮ ਅਸੀਂ ਪੀਨੇ ਹਾਂ। ਹਰ ਸੰਗਤ ਜੀ ਉਹ ਸੋਹੰਗ ਸੋਹੰਗ ਜਦ ਅਸੀਂ ਆਰਾਧਦੇ ਹਾਂ ਔਰ ਸਾਡੀ ਜਿਹੜੀ ਹੈ ਦੇਹ ਜਿਹੜੀ ਹੈ ਪਤ ਤਪਨੀਤ ਹੋ ਜਾਂਦੀ ਹੈ। ਹਰ ਸੰਗਤ ਜੀ ਉਹ ਸੋਹੰਗ ਸ਼ਬਦ ਜੋਤ ਸਰੂਪ ਦਰਸਾਇਆ। ਸੋਹੰਗ ਸ਼ਬਦ ਕਲਯੁਗ ਡੰਕ ਵਜਾਇਆ। ਸੋਹੰਗ ਸ਼ਬਦ ਦਾ ਡੰਕਾ ਕਲਯੁਗ ਤੇ ਆ ਕੇ ਮਹਾਰਾਜ ਸ਼ੇਰ ਸਿੰਘ ਨੇ ਅਵਤਾਰ ਧਾਰਨ ਕਰਕੇ ਕਲਯੁਗ ਦੇ ਵਿੱਚ ਤੇ ਇਸ ਨਾਮ ਦਾ ਡੰਕ ਵਜਾਇਆ। ਸੋਹੰਗ ਸ਼ਬਦ ਸਤਜੁਗ ਮੰਤਰ ਵਜਾਏ। ਗੁਰ ਮੰਤਰ ਸਭ ਤੋਂ ਉੱਚਾ ਸੁੱਚਾ ਮੰਤਰ ਹੈ। ਜੇ ਆਰਾਧਨਾ ਵੀ ਕਰਨੀ ਹੈ ਮੰਤਰ ਦੀ ਤੇ ਗੁਰ ਮੰਤਰ ਸਭ ਤੋਂ ਉੱਚਾ ਸੁੱਚਾ ਮੰਤਰ ਹੈ। ਸੋਹੰਗ ਸ਼ਬਦ ਮੰਤਰ ਹੈ ਉੱਚਾ ਸੁੱਚਾ ਸਭ ਤੋਂ। ਹਰ ਸੰਗਤ ਗ੍ਰੰਥ ਦੇ ਵਿੱਚ ਬਾਣੀ ਦੇ ਵਿੱਚ ਦਰਜ ਹੈ ਕਿ ਸੋਹੰਗ ਸ਼ਬਦ ਸਭ ਮੰਤਰਾਂ ਦਾ ਮੰਤਰ ਹੈ। ਸਭ ਮੰਤਰਾਂ ਦਾ ਸਰਤਾਜ ਹੈ। ਸੋਹੰਗ ਮੰਤਰ ਪੜ੍ਹਦੇ ਰਹਿੰਦੇ ਜਿਹੜੇ ਮੇਰੇ ਭੈਣ ਭਰਾ ਲਿਖਣਾ ਉਹਨਾਂ ਨੂੰ ਪਤਾ ਹੈ। ਸੋਹੰਗ ਸ਼ਬਦ ਜਿਹੜਾ ਹੈ ਇਸ ਦਾ ਹੀ ਸਾਰਾ ਹਰ ਸੰਗਤ ਜੀਓ ਰਚਨਾ ਹੈ। ਸੋਹੰਗ ਸ਼ਬਦ ਦੀ ਹੀ ਸਾਰੀ ਰਚਨਾ ਹੈ। ਸੋਹੰਗ ਸ਼ਬਦ ਜਿਹੜਾ ਇਹ ਗੁਰੂ ਨੇ ਗਿਆਨ ਦਵਾਇਆ ਸਾਨੂੰ ਆ ਕੇ। ਮਹਾਰਾਜ ਸ਼ੇਰ ਸਿੰਘ ਪੂਰੇ ਗੁਰ ਨੇ। ਸੋਹੰਗ ਸ਼ਬਦ ਜੋਤੀ ਜੋਤ ਸਮਾਏ। ਸੋਹੰਗ ਸ਼ਬਦ ਦੀ ਜਦ ਆਰਾਧਨਾ ਕਰਦੇ ਹਾਂ ਤੇ ਸਾਡੀ ਜੋਤੀ ਜੋਤ ਦੇ ਵਿੱਚ ਸਮਾਉਂਦੀ ਹੈ, ਪ੍ਰਮਾਤਮਾ ਦੀ ਜੋਤ ਦੇ ਵਿੱਚ। ਬਾਣੀ ਦਾ ਬੜਾ ਜ਼ਿਆਦਾ ਚਲੋ ਲੇਖ ਹੈ, ਆਪਾਂ ਪੜ੍ਹ ਰਹੇ ਹਾਂ। ਸੋਹੰਗ ਸ਼ਬਦ ਨੂੰ ਜਪ ਲੈਣ ਦੇ ਨਾਲ ਹਰ ਸੰਗਤ ਜੀਓ ਜੀਵ ਜਿਹੜਾ ਹੈ ਬੈਕੁੰਠ ਧਾਮ ਦੇ ਵਿੱਚ ਚਲਾ ਜਾਂਦਾ ਹੈ। ਇਹ ਮਹਾਰਾਜ ਸ਼ੇਰ ਸਿੰਘ ਜੀ ਦੇ ਨਾਮ ਦੀ ਮਹਿਮਾ ਹੈ ਕਿ ਸੋਹੰਗ ਸ਼ਬਦ ਨੂੰ ਜਪ ਲੈਣ ਦੇ ਨਾਲ ਜੀਵ ਆਤਮਾ ਜਿਹੜੀ ਹੈ ਅੰਤਮ ਵੇਲੇ ਜਦ ਅੰਤਮ ਸਮਾਂ ਆਉਂਦਾ ਹੈ ਤੇ ਸੱਚਖੰਡ ਜਾਂਦੀ ਹੈ। ਸੱਚਖੰਡ ਬੈਕੁੰਠ ਧਾਮ ਨੂੰ ਕਿਆ ਹੈ ਅਗਰ ਸੋਹੰਗ ਸ਼ਬਦ ਦੀ ਅਸੀਂ ਆਰਾਧਨਾ ਕਰਦੇ ਹਾਂ। ਸੋਹੰਗ ਸ਼ਬਦ ਭਗਤਾਂ ਨੂੰ ਦਾਨ ਦਵਾਇਆ। ਸੋਹੰਗ ਸ਼ਬਦ ਜਦ ਭਗਤਾਂ ਨੂੰ ਦਾਨ ਦਿੱਤਾ ਹਰ ਸੰਗਤ ਜੀਓ ਜੀਵਨ ਮੁਕਤ ਕਰਾਇਆ। ਇਸ ਜੀਵਨ ਦੇ ਵਿੱਚ ਆਉਣ ਜਾਣ ਤੋਂ ਮੁਕਤ ਕਰ ਦਿੱਤਾ। 84 ਦੇ ਵਿੱਚ ਆਉਣ ਜਾਣ ਤੋਂ ਮੁਕਤ ਕੀਤਾ ਜਦ ਸੋਹੰਗ ਸ਼ਬਦ ਦੀ ਦਾਤ ਸਾਨੂੰ ਦਿੱਤੀ ਹੈ। ਕਿੰਨਾ ਕੁ ਵਿਚਾਰ ਆਪਾਂ ਕਰ ਸਕਦੇ ਹਾਂ। ਬੜਾ ਜ਼ਿਆਦਾ ਅਥਾਹ ਭੰਡਾਰ ਆ। ਕਿੰਨਾ ਕੁ ਸਮਾਂ ਹੋਰ ਲਾਉਣਾ ਜੀ? ਲਾ ਲਈਏ 2-4 ਮਿੰਟ ਕੇ ਬਸ ਕਰ ਦਈਏ। ਤੁਸੀਂ ਦੱਸੋ ਕਿੱਦਾਂ ਸਾਰੇ? ਹਾਂ ਕਿਉਂਕਿ ਬਾਣੀ ਬੜੀ ਆ ਇਹ ਜਿਹੜੀ ਆ ਵੀ ਆਪਾਂ ਹੁਣ ਪੜ੍ਹੀ ਆ ਹਰ ਸੰਗਤ ਜੀ। ਸੋਹੰਗ ਸ਼ਬਦ ਅਗਰ ਜਪਦੇ ਆਪਾਂ ਤੇ ਜਗਤ ਤੋਂ ਨਿਆਰੇ ਦੇ ਵੱਖਰੇ ਹੋ ਜਾਂਦੇ ਹਰ ਸੰਗਤ ਜੀ। ਆਪਾਂ ਨੂੰ ਕੀਤਾ ਵੀ ਆਪਣੇ ਲਈ ਝਾਤੀ ਮਾਰ ਲਓ। ਤੁਹਾਡਾ ਕੋਈ ਫਰਕ ਹੈ ਜਗਤ ਦੇ ਨਾਲੋਂ ਕਿ ਨਹੀਂ? ਕਿੰਨਾ ਫਰਕ ਹੈ ਇਸ ਨੂੰ ਵੇਖ ਲਓ ਕਿ ਜੇ ਦਾਤ ਦਿੱਤੀ ਸੋਹੰਗ ਸ਼ਬਦ ਦੀ, ਅੰਗੀਕਾਰ ਕੀਤਾ ਮਹਾਰਾਜ ਸ਼ੇਰ ਸਿੰਘ ਨੇ ਹਰ ਸੰਗਤ ਨੂੰ, ਗੁਰ ਸੰਗਤ ਨੂੰ ਹਰ ਸੰਗਤ ਬਣਾਇਆ ਤੇ ਮਾਣ ਦਿੱਤਾ। ਜਗਤ ਨਿਆਰੇ ਵੱਖਰੇ ਵੀ ਸਾਨੂੰ ਕੀਤਾ। ਹਰ ਸੰਗਤ ਜੀਓ ਸੋਹੰਗ ਸ਼ਬਦ ਅਪਰਾਧੀ ਵੀ ਤਾਰ ਦਿੰਦਾ। ਜਿਹੜਾ ਅਪਰਾਧ ਕਰ ਲੈਂਦਾ ਤੇ ਆਪਾਂ ਕਹਿੰਦੇ ਇਸ ਤੋਂ ਬੜਾ ਵੱਡਾ ਅਪਰਾਧ ਹੋ ਗਿਆ ਸ਼ਾਇਦ ਬਖਸ਼ਣ ਯੋਗ ਨਹੀਂ। ਤੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਅਗਰ ਜਪ ਲਵੇ ਤੇ ਅਪਰਾਧੀ ਵੀ ਤਰ ਜਾਂਦੇ। ਅਪਰਾਧੀ ਦਾ ਜਿਹੜਾ ਹੈ ਮਾਫੀ ਬਾਣੀਆਂ ਦੇ ਹਿਸਾਬ ਨਾਲ ਅਸੀਂ ਕਹਿੰਦੇ ਕਿ ਨਹੀਂ ਹੁੰਦੀ, ਬੜਾ ਵੱਡਾ ਅਪਰਾਧ ਹੋ ਗਿਆ, ਅਪਰਾਧ ਕਰ ਲਿਆ। ਲੇਕਿਨ ਪਾਤਸ਼ਾਹ ਕਹਿੰਦੇ ਅਗਰ ਇਹ ਤੁਸੀਂ ਜਪ ਲਓ ਤੇ ਅਪਰਾਧੀ ਵੀ ਮੈਂ ਤਾਰ ਦੇਣਾ। ਗਣਕਾ ਪਾਪਣ ਸੀ ਤੇ ਸੋਹੰਗ ਸ਼ਬਦ ਨੂੰ ਜਦ ਜਪਿਆ ਤੇ ਵਿੱਚ ਬਬਾਣਾ ਦੇ ਬਹਿ ਕੇ ਬੈਕੁੰਠ ਧਾਮ ਚਲੀ ਗਈ। ਨਾਮ ਰਤ ਬਣ ਜਾਂਦਾ। ਨਾਮ ਹੀ ਬਬਾਨ ਬਣ ਜਾਂਦਾ। ਨਾਮ ਹੀ ਬਬਾਨ ਬਣ ਜਾਂਦਾ ਹੈ। ਔਰ ਜਿਸ ਦਾ ਅਸੀਂ ਨਾਮ ਜਪਦੇ ਹਾਂ ਸੋਹੰਗ ਸੋਹੰਗ ਸੋਹੰਗ, ਜਦੋਂ ਅਸੀਂ ਉਹਦੇ ਨਾਲ ਸੁਰਤ ਜੋੜਦੇ ਹਾਂ ਤੇ ਉਹ ਸਾਡੇ ਸਨਮੁਖ ਵੀ ਆਉਂਦਾ ਹੈ। ਦਰਸ਼ਨ ਸਾਨੂੰ ਅੱਜ ਵੀ ਹੁੰਦੇ ਆ। ਹੁੰਦੇ ਕਿ ਨਹੀਂ ਹੁੰਦੇ? ਦਰਸ਼ਨ ਸਾਨੂੰ ਅੱਜ ਵੀ ਹੁੰਦੇ ਆ। ਉਹ ਸਾਨੂੰ ਮਿਲਦਾ ਹੈ ਚਾਹੇ ਸੁਪਨੇ ਵਿੱਚ ਆਵੇ ਚਾਹੇ ਸਨਮੁਖ ਆਵੇ। ਜਿਹਨੂੰ ਅਸੀਂ ਜਪਦੇ ਹਾਂ ਸਾਨੂੰ ਦਰਸ਼ਨ ਵੀ ਦਿੰਦਾ ਹੈ। ਸੋ ਹਰ ਸੰਗਤ ਜੀਓ ਸੋਹੰਗ ਸ਼ਬਦ ਜਮਦੂਤ ਨਾ ਮਾਰੇ। ਅੰਤਮ ਸਮੇਂ ਪਏ ਭਿਆਨਕ ਦਾ ਸਮਾਂ ਜਿਹੜਾ ਜੀਵ ਦਾ ਹੁੰਦਾ, ਅੰਤਮ ਸਮਾਂ ਜਿਹੜਾ ਅੰਤਮ ਸਵਾਸਾਂ ਦਾ ਵੇਲਾ ਜਿਹੜਾ ਹੈ, ਉਸ ਸਮੇਂ ਜਮ ਆ ਕੇ ਘੇਰਾ ਪਾਉਂਦੇ ਹਨ ਜੀਵ ਆਤਮਾ ਨੂੰ।
ਤੇ ਮਹਾਰਾਜ ਸ਼ੇਰ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਹਨ ਸੋਹੰਗ ਸ਼ਬਦ ਜਮ ਜੂਤ ਨਾ ਮਾਰੇ, ਜਮ ਡੰਡ ਨਹੀਂ ਲੱਗਦਾ, ਸੋਹੰਗ ਸ਼ਬਦ ਜਮਾਂ ਦੇ ਵਸ ਨਹੀਂ ਪੈਣ ਦਿੰਦਾ। ਇੰਨੀ ਵੱਡੀ ਵਡਿਆਈ ਹੈ ਸੋਹੰਗ ਸ਼ਬਦ ਦੀ। ਸੋਹੰਗ ਸ਼ਬਦ ਸੋਹੰਗ ਸ਼ਬਦ ਜਗਤ ਦਾ ਉਧਾਰ ਕਰਨ ਵਾਸਤੇ ਪ੍ਰਭੂ ਜਗਤ ਉਧਾਰੇ ਸੋਹੰਗ ਸ਼ਬਦ ਜਿਹੜਾ ਹੈ ਹਰ ਸੰਗਤ ਜੀਓ। ਔਰ ਸੋਹੰਗ ਸ਼ਬਦ ਦੇ ਨਾਲ ਪੁਰਾਤਨ ਅਵਤਾਰਾਂ ਦਾ ਵੇਰਵਾ ਵੀ ਦਿੱਤਾ ਕਿ ਸੋਹੰਗ ਸ਼ਬਦ ਦਰਸ਼ ਰਾਮ ਅਵਤਾਰ ਦਾ, ਸੋਹੰਗ ਸ਼ਬਦ ਕ੍ਰਿਸ਼ਨ ਮੁਰਾਰੇ, ਸੋਹੰਗ ਸ਼ਬਦ ਸਭ ਸਿੱਖਣ ਤਾਰੇ। ਇਹ ਸੋਹੰਗ ਸ਼ਬਦ ਦੀ ਮਹਿਮਾ ਹੈ ਹਰ ਸੰਗਤ ਜੀਓ, ਇਹ ਸੋਹੰਗ ਸ਼ਬਦ ਦੀ ਵਡਿਆਈ ਹੈ। ਸੋਹੰਗ ਸ਼ਬਦ ਪ੍ਰਭੂ ਚਰਨ, ਸੋਹੰਗ ਸ਼ਬਦ ਪ੍ਰਭ ਚਰਨ ਦਰਸਾਰੇ, ਸੋਹੰਗ ਸ਼ਬਦ ਹੋਏ ਗਿਆਨ ਉਜਿਆਰੇ। ਸੋਹੰਗ ਸ਼ਬਦ ਦੇ ਨਾਲ ਸਾਡੀ ਆਤਮਾ ਦੇ ਵਿੱਚ ਗਿਆਨ ਪ੍ਰਗਟ ਹੋ ਜਾਂਦਾ ਹਰ ਸੰਗਤ ਜੀਓ। ਸੋਹੰਗ ਸ਼ਬਦ ਪ੍ਰਭੂ ਚਰਨ ਦਰਸ਼ਨ ਦਿਦਾਰ, ਪ੍ਰਭੂ ਚਰਨ ਸੰਗ ਜੋੜੇ। ਸੋ ਹਰ ਸੰਗਤ ਜੀਓ ਸੋਹੰਗ ਸ਼ਬਦ ਸਤਜੁਗ ਪੈ ਸਵਾਰੇ, ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਉਚਾਰਿਆ। ਇਹ ਜੋ ਸਰੂਪ ਹੋ ਕੇ ਮਹਾਰਾਜ ਸ਼ੇਰ ਸਿੰਘ ਨੇ ਰਸਨ ਉਚਾਰਿਆ। ਸੋਹੰਗ ਸ਼ਬਦ ਦੇ ਕਰਕੇ ਸਤਿਗੁਰ ਮਣੀ ਸਿੰਘ ਨੂੰ ਦਾਨ ਦਿੱਤਾ ਔਰ ਦੇ ਕਰਕੇ ਮਹਾਰਾਜ ਪੂਰਨ ਸਿੰਘ ਜੀ ਵੀ ਸੋਹੰਗ ਸ਼ਬਦ ਸਵਾਸਾਂ ਦੇ ਵਿੱਚ ਜਦ ਪਹਿਲਾ ਸਵਾਸ ਲਿਆ ਸੀ ਤੇ ਸੋਹੰਗ ਸ਼ਬਦ ਹੀ ਕਿਹਾ ਸੀ, ਤੂੰ ਮੇਰਾ ਮੈਂ ਤੇਰਾ। ਅਨੇਕ ਕਲੰਕ ਅਵਤਾਰ ਨੂੰ ਕਿਹਾ ਸੀ ਮਹਾਰਾਜ ਜੀ ਨੇ। ਇਹ ਬਾਣੀ ਦੇ ਵਿੱਚ ਸਾਰਾ ਵਰਣਨ ਆਉਂਦਾ ਹੈ। ਸੋਹੰਗ ਸ਼ਬਦ ਸਤਜੁਗ ਜਹਾਜ਼ ਬਣਾਇਆ, ਸੋਹੰਗ ਸ਼ਬਦ ਨਰ ਨਰੈਣ ਦਰਸਾਇਆ। ਮਹਾਰਾਜ ਸ਼ੇਰ ਸਿੰਘ ਨਰ ਨਰੈਣ ਅਵਤਾਰ ਹੋਏ, ਸਤਜੁਗ ਦੇ ਵਿੱਚ ਸੱਚ ਜਹਾਜ਼ ਬਣ ਗਿਆ ਸੋਹੰਗ ਸ਼ਬਦ। ਇਹਨੂੰ ਜਪ ਕੇ ਤੇ ਆਪਾਂ ਪਾਰ ਹੋ ਜਾਣੇ ਹਾਂ। ਸਤਜੁਗ ਚੱਲ ਰਿਹਾ ਹੈ, ਸਤਜੁਗ ਦਾ ਜਹਾਜ਼ ਸੋਹੰਗ ਸ਼ਬਦ ਬਣਾਇਆ ਹੈ। ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ। ਸੋਹੰਗ ਸ਼ਬਦ ਸਭ ਤੋਂ ਉੱਤਮ ਗਿਆਨ ਹੈ ਹਰ ਸੰਗਤ ਜੀਓ। ਸੋਹੰਗ ਸ਼ਬਦ ਸੁਰਤ ਜੋ ਲਾਏ, ਸੋਹੰਗ ਸ਼ਬਦ ਗੁਰ ਦਰਸ਼ ਦਿਖਾਏ। ਅਗਰ ਸੋਹੰਗ ਸ਼ਬਦ ਨਾਲ ਅਸੀਂ ਸੁਰਤ ਲਾਉਂਦੇ ਹਾਂ ਤੇ ਗੁਰੂ ਸਾਨੂੰ ਦਰਸ਼ ਦਿਖਾਉਂਦਾ ਹੈ। ਸੋਹੰਗ ਸ਼ਬਦ ਜਪ ਕੇ ਸਾਨੂੰ ਸਾਡੇ ਗੁਰੂ ਸੱਚੇ ਦਾ ਦਰਸ਼ਨ ਮਹਾਰਾਜ ਸ਼ੇਰ ਸਿੰਘ ਜੀ ਦਾ ਹੁੰਦਾ ਹੈ। ਸੋਹੰਗ ਸ਼ਬਦ ਜਪਾਇਆ ਆਣ ਨੇਕ ਕਲੰਕ ਅਖਵਾ ਕੇ। ਇਹ ਆਪਾਂ ਨੇਕ ਕਲੰਕ ਦੀ ਸਿੱਖੀ ਸੇਵਕੀ ਆ ਸਾਰੇ। ਔਰ ਨੇਕ ਕਲੰਕ ਅਵਤਾਰ ਜਿਹੜਾ ਹੈ, ਅਵਤਾਰ ਸਾਰੇ ਜਗਤ ਦੇ ਹਿੱਤ ਲਈ ਆਉਂਦਾ ਹੈ। ਕੋਈ ਵਿਸ਼ੇਸ਼ ਕਹੀਏ ਕਿ ਕਿਸੇ ਦਾ ਘਰ ਹੈ, ਕੋਈ ਕਵੇ ਕਿ ਇਹ ਕੇਵਲ ਸਾਡੇ ਲਈ ਹੈ। ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ ਦੇ ਵਿਸੇ ਸਾਰੇ ਜਗਤ ਵਾਸਤੇ ਆਏ ਹਨ। ਇਹ ਨਾਮ ਪੂਰੇ ਜਗਤ ਵਾਸਤੇ ਹੈ। ਔਰ ਅਗਰ ਆਪਾਂ ਇਸ ਦੇ ਵਿੱਚ ਹੋਏ, ਸਾਨੂੰ ਮਾਣ ਦਿੱਤਾ ਤੇ ਸਾਡੇ ਕਰਮ ਚੰਗੇ। ਔਰ ਇਹ ਸਾਰੀ ਸ੍ਰਿਸ਼ਟੀ ਦੇ ਉੱਪਰ 9 ਖੰਡ ਪ੍ਰਿਥਵੀ 7 ਦੀਪ ਦੇ ਉੱਪਰ ਹਰ ਸੰਤ ਜੀਓ ਨੇਕ ਕਲੰਕ ਦੇ ਨਾਮ ਦੀ ਜੈ ਜੈਕਾਰ ਹੋਈ ਹੈ ਤੇ ਹੋਣੀ ਹੈ। ਹੁਣ ਆਉਣ ਵਾਲੇ 4 ਯੁੱਗ ਤੱਕ ਇਹ ਨਾਮ ਦੀ ਜੈ ਜੈਕਾਰ ਹੋਣੀ ਹੈ। ਔਰ ਨਾਮ ਜਿਹੜਾ ਹੈ ਇਹ ਚੱਲਣਾ ਹੈ ਇਸ ਸ੍ਰਿਸ਼ਟੀ ਦੇ ਉੱਪਰ। ਜਿਹੜਾ ਸੋਹੰਗ ਦਾ ਅਸੀਂ ਨਾਮ, ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰਾ ਜਪਦੇ ਹਾਂ। ਹੁਣ ਮੈਂ ਥੋੜਾ ਜਿਹਾ ਵਚਨ ਆਪ ਨਾਲ ਸਾਂਝਾ ਕਰਨਾ ਕਿ ਆਪਾਂ ਜਿਹੜੇ ਹੁਣ ਬਾਣੀ ਪੜ੍ਹੀ ਹੈ, ਸਾਰੀ ਹਰ ਸੰਗਤ ਆਪਾਂ ਸੁਣੀ ਹੈ, ਕੀ ਹੁਣ ਇਹਦੇ ਵਿੱਚ ਕੋਈ ਭਰਮ ਭੁਲੇਖਾ ਹੈ ਜਾਂ ਜੋ ਮੈਂ ਵਚਨ ਸਾਂਝਾ ਕੀਤਾ ਕੋਈ ਆਪਣੇ ਕੋਲੋਂ ਤਾਂ ਨਹੀਂ ਨਾਲ ਜੋੜੇ? ਗ੍ਰੰਥ ਵਿੱਚੋਂ ਹੀ ਸਾਰਾ ਬੋਲ। ਔਰ ਆਪਾਂ ਜਿਹੜਾ ਨਾਮ ਤੇ ਭਰਮ ਭੁਲੇਖਾ ਕੋਈ ਪਾਉਂਦਾ ਹੈ, ਜੀਵ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਬੰਦਾ, ਕੋਈ ਬੰਦੇ ਕਹਿ ਲਓ ਜਾਂ ਕੋਈ ਵੀ, ਕਿ ਇਹ ਨਾਮ ਜਿਹੜਾ ਹੈ ਈਸ਼ਰ ਦਾ ਹੈ ਜਾਂ ਨਿਰੰਕਾਰ ਦਾ ਹੈ। ਤੇ ਮਹਾਰਾਜ ਸ਼ੇਰ ਸਿੰਘ ਤਾਂ ਨਿਰੰਕਾਰ ਹੈ, ਇਹ ਵੀ ਆਪਾਂ ਨੂੰ ਪਤਾ। ਕਿਉਂ ਨਿਰੰਕਾਰ ਕਹਿ ਲਈਏ ਇਹਨਾਂ ਨੂੰ ਪਾਰ ਬ੍ਰਹਮ ਕਹਿ ਲਈਏ ਤੇ ਇਸ ਤੋਂ ਅੱਗੇ ਲਿਖਤ ਪਾਰ ਬ੍ਰਹਮ ਦੀ ਹੀ ਚੱਲਦੀ ਹੈ। ਜਿਹੜੀ ਅੱਗੇ ਵਾਲੀ ਲਿਖਤ ਹੈ ਨਾ, ਉਹ ਪਾਰ ਬ੍ਰਹਮ ਦੀ ਹੀ ਲਿਖਤ ਚੱਲ ਰਹੀ ਹੈ ਹਰ ਸੰਗਤ ਜੀਓ। ਆਹ ਵੇਖੋ ਲਿਖਤ ਅੱਗੇ ਸਾਰੀ ਪਾਰ ਬ੍ਰਹਮ ਦੀ ਲਿਖਤ ਹੈ। ਇਹ 24 ਵਿਸਾਖ 2007 ਵਿਕਰਮੀ ਪਿੰਡ ਜੇਠੂਵਾਲ ਦੀ ਲਿਖਤ ਹੈ। ਸੋ ਆ ਪਾਰ ਬ੍ਰਹਮ ਦੀ ਅਥਾਹ ਲਿਖਤ ਹੈ। ਸਮਾਂ ਨਹੀਂ ਹੈਗਾ ਇੰਨਾ, ਹੁਣ ਸਮੇਂ ਦੀ ਘਾਟ ਰਹਿੰਦੀ ਕਿ ਪਾਰ ਬ੍ਰਹਮ ਇੱਕ ਪੰਕਤੀ ਪੜ੍ਹਦੇ ਨਾ। ਪਾਰ ਬ੍ਰਹਮ ਜੇ ਕਹੀਏ ਕਿ ਪਾਰ ਬ੍ਰਹਮ ਦੀ ਜੈ ਹੈ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਪਾਰ ਬ੍ਰਹਮ ਹੀ ਆਏ ਮਾਤ ਲੋਕ ਦੇ ਉੱਪਰ, ਹੋਰ ਕੌਣ ਸੀ?
ਪਾਰ ਬ੍ਰਹਮ ਹੀ ਆਏ ਆ। ਮੈਂ ਇੱਕ ਪੰਕਤੀ ਪੜ੍ਹ ਦੇਣਾ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਠੀਕ ਹੈ ਜੀ। ਜੇ ਕੋਈ ਕਵੇ ਕਿ ਪਾਰ ਬ੍ਰਹਮ ਦੀ ਜੈ ਆ, ਦੇਹ ਨਾਲ ਨਹੀਂ ਜੋੜ ਸਕਦੇ। ਪਾਰ ਬ੍ਰਹਮ ਹੀ ਦੇਹ ਧਾਰੀ ਹੋਇਆ। ਪਾਰ ਬ੍ਰਹਮ ਨਿਰਗੁਣ ਵੀ ਤੇ ਸਰਗੁਣ ਵੀ ਆ, ਤੇ ਪਾਰ ਬ੍ਰਹਮ ਨੂੰ ਦੇਹ ਕਰਕੇ ਵੀ ਅਸੀਂ ਵੇਖਦੇ ਹਾਂ ਤੇ ਜੋਤ ਕਰਕੇ ਵੀ ਵੇਖਦੇ ਹਾਂ। ਪਾਰ ਬ੍ਰਹਮ ਮਹਾਰਾਜ ਸ਼ੇਰ ਸਿੰਘ ਨੇ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਕਨਕਪੁਰੀ ਦੇ ਵਿੱਚ ਨਾਮ ਰਖਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ। ਕੁਛ ਮੈਂ ਪੰਕਤੀ ਪੜ੍ਹਨ ਸਾਰੇ ਨਹੀਂ ਪੜ੍ਹਦੇ ਵਿੱਚੋਂ ਕੁਛ ਛੱਡ ਕੇ ਮੈਨੂੰ ਪੜ੍ਹਨੀ ਪੈਣੀ। ਸੁਣਿਓ, ਪਾਰ ਬ੍ਰਹਮ ਜਿਹੜਾ ਭੁਲੇਖਾ ਪਾਇਆ ਜਾਂਦਾ ਕਿ ਉਹ ਪਾਰ ਬ੍ਰਹਮ ਭੈ ਦਾ ਇੱਕ ਸ਼ਕਤੀ ਦੀ ਜੈ ਆ। ਉਹ ਸਾਰਿਆਂ ਨੂੰ ਡਰ ਦੇ ਭੈ ਦੇ ਵਿੱਚ ਰੱਖਣ ਵਾਲੀ ਤਾਕਤ ਮਹਾਰਾਜ ਸ਼ੇਰ ਸਿੰਘ ਨੇ। ਇਹ ਜਕਾਰਾ ਅਕਾਲ ਪੁਰਖ ਦਾ ਨਾ ਲਾ ਰਹੇ ਆਪਾਂ, ਕਿਉਂ ਜੀ? ਅਕਾਲ ਪੁਰਖ ਦਾ। ਹੁਣ ਪੰਕਤੀ ਸੁਣਿਓ। ਨਿਰਗੁਣ ਨਿਰਵੈਰ ਪੁਰਖ ਅਕਾਲ, ਸਰਗੁਣ ਸ਼ੇਰ ਸਿੰਘ ਨਾਉ ਰਖਾਈ। ਠੀਕ ਹੈ ਜੀ। ਅਕਾਲ ਪੁਰਖ ਦੀ ਜੈ ਕਰ ਰਹੇ ਨਾ ਅਸੀਂ। ਤੇ ਬਾਣੀ ਕਹਿ ਰਹੀ ਕਿ ਨਿਰਗੁਣ ਨਿਰਵੈਰ ਪੁਰਖ ਅਕਾਲ, ਸਰਗੁਣ ਸ਼ੇਰ ਸਿੰਘ ਨਾਉ ਰਖਾਈ। ਹੁਣ ਇਸ ਯੁੱਗ ਦੇ ਵਿੱਚ ਆ ਕੇ ਅੰਤਮ 994 ਚੌਂਕੜੀ ਯੁੱਗ ਜਦ ਬੀਤਦਾ, ਕਨਕਪੁਰੀ ਦੇ ਵਿੱਚ ਅਕਾਲ ਪੁਰਖ ਦਾ ਆਉਣਾ ਹੁੰਦਾ ਤੇ ਫਿਰ ਉਹ ਨਾਮ ਰਖਾਉਂਦਾ। ਫਿਰ ਸਾਨੂੰ ਇਹ ਜਾਪ ਜਪਾਉਂਦਾ ਆਪਣੇ ਨਾਮ ਦਾ। ਨਿਰਗੁਣ ਨਿਰਵੈਰ ਪੁਰਖ ਅਕਾਲ, ਸਰਗੁਣ ਸ਼ੇਰ ਸਿੰਘ ਨਾਉ ਰਖਾਈ। ਬੜਾ ਸਾਫ਼ ਤੇ ਸਪਸ਼ਟ ਹੈ ਕਿ ਅਕਾਲ ਪੁਰਖ ਦੀ ਜੈ ਆ, ਜਿਹੜਾ ਸਾਰਿਆਂ ਨੂੰ ਡਰ ਤੇ ਭੈ ਦੇ ਵਿੱਚ ਰੱਖਣ ਵਾਲੀ ਤਾਕਤ ਆ। ਸ਼ੇਰ ਸਿੰਘ ਜਿਸ ਪ੍ਰਥਾ ਇਹ ਬਚਨ ਕਰਦੇ ਆ ਸਿੱਖ ਕਰਦੇ ਨਾ ਕਿ ਇਹ ਉਹ ਨਹੀਂ, ਇਸ਼ਾਰਾ ਮਾਤਰ ਕਰਦੇ ਕਿ ਦੇਹ ਵਾਲਾ ਨਹੀਂ ਉਹ, ਲੇਕਿਨ ਜਿਹਨੂੰ ਉਹ ਕਹਿੰਦੇ ਆ ਉਹ ਇਹ ਆ। ਠੀਕ ਜੀ। ਜਿਹਨੂੰ ਉਹ ਕਹਿ ਕੇ ਸਮਝਾਉਣਾ ਚਾਹੁੰਦੇ ਆ ਉਹ ਇਹ ਆ, ਉਹ ਕੋਈ ਹੋਰ ਨਹੀਂ, ਉਹ ਇਹ ਆ। ਨਿਰਗੁਣ ਨਿਰਵੈਰ ਉਹ ਆ। ਨਿਰਗੁਣ ਨਿਰਵੈਰ ਪੁਰਖ ਅਕਾਲ ਉਹ ਆ ਜਿਹਨੂੰ ਕਹਿੰਦੇ ਸੱਚਖੰਡ ਚ ਰਹਿੰਦਾ। ਲੇਕਿਨ ਉਹੀ ਕਹਿ ਰਿਹਾ ਨਿਰਗੁਣ ਨਿਰਵੈਰ ਪੁਰਖ ਅਕਾਲ, ਸਰਗੁਣ ਸ਼ੇਰ ਸਿੰਘ ਨਾਮ ਰਖਾਇਆ। ਮੈਂ ਮਾਤ ਲੋਕ ਤੇ ਆ ਕੇ ਸਰਗੁਣ ਸਰੂਪ ਦੇਹ ਧਾਰੀ ਹੋ ਗਿਆ ਅਕਾਲ ਪੁਰਖ ਹੈ ਤੇ ਮੈਂ ਨਾਮ ਰਖਾਇਆ ਤੇ ਨਾਮ ਜਪਾਇਆ। ਹੁਣ ਪਾਰ ਬ੍ਰਹਮ ਦੀ ਮੈਂ ਥੋੜੀ ਪੰਕਤੀਆਂ ਪੜ੍ਹਦਾ। ਵੇਖੋ ਜੀ ਅਸੀਂ ਕਿਹਦੀ ਜੈ ਕਰਾਂਗੇ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਹੋ ਕੇ ਨੇਹ ਕਲੰਕ ਕਲ ਆਪ ਉਲਟਾਇਆ। ਜੁਗ ਪਲਟੀ ਕੀਤੀ, ਕਲ ਜੁਗ ਨੂੰ ਪਲਟਿਆ, ਸਤਜੁਗ ਲਾਇਆ, ਨੇਹ ਕਲੰਕ ਹੋ ਕੇ ਪਾਰ ਬ੍ਰਹਮ ਆਏ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਵਿਸ਼ਨੂੰ ਹੋਏ ਭਗਵਾਨ ਸ਼ੇਰ ਸਿੰਘ ਨਾਮ ਰਖਾਇਆ। ਹੁਣ ਕੋਈ ਕਹੇ ਕਿ ਵਿਸ਼ਨੂੰ ਭਗਵਾਨ ਦੀ ਜੈ ਹੈ, ਜਾਂ ਕਈ ਸਿੱਖ ਵਿਚਾਰ ਕਰਦੇ ਆ ਕਿ ਉਹ ਪਹਿਲਾਂ ਇਕੱਲਾ ਸ਼ੇਰ ਸਿੰਘ ਸੀ ਮਗਰੋਂ ਵਿਸ਼ਨੂੰ ਭਗਵਾਨ ਹੋ ਗਿਆ। ਕਿਉਂ ਜੀ? ਵਿਚਾਰ ਹੋ ਜਾਂਦੇ। ਉਹ ਤਾਂ ਵਿਸ਼ਨੂੰ ਭਗਵਾਨ ਅਨਾਦੀ ਸਰੂਪ ਆ, ਆਦ ਤੋਂ ਪਹਿਲਾਂ ਦੇ ਅੰਤ ਤੇ ਮੱਧ ਦੇ ਵਿੱਚ ਜੁਗਾ ਜਗੰਤਰ ਮਹਾਰਾਜ ਸ਼ੇਰ ਸਿੰਘ ਇੱਕ ਹੀ ਆ ਵਿਸ਼ਨੂੰ ਭਗਵਾਨ। ਸੁਣਿਓ ਧਿਆਨ ਨਾਲ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਵਿਸ਼ਨੂੰ ਹੋਏ ਭਗਵਾਨ ਸ਼ੇਰ ਸਿੰਘ ਨਾਮ ਰਖਾਇਆ। ਠੀਕ ਜੀ। ਪਾਰ ਬ੍ਰਹਮ ਨੇ ਖੇਲ ਰਚਾਇਆ, ਮਾਤ ਲੋਕ ਤੇ ਆਏ। ਕਿਉਂ ਜੀ? ਸੱਚਾ ਜੀ। ਲਿਖਤ ਜਿਹੜੀ ਚੱਲ ਰਹੀ ਸੁਣ ਲਿਓ ਧਿਆਨ ਨਾਲ ਸਾਰੇ। ਹੁਣ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਛੱਡੀ ਦੇਹ ਅਪਾਰ ਜੋਤ ਰੂਪ ਖੇਲ ਰਚਾਇਆ। ਜੇ ਉਹ ਆਇਆ ਦੇਹ ਧਾਰੀ ਹੋਇਆ ਤੇ ਫੇਰ ਹੀ ਦੇਹ ਛੱਡੀ। ਪਾਰ ਬ੍ਰਹਮ ਜੇ ਆਇਆ, ਨਾਮ ਰਖਾਇਆ ਮਹਾਰਾਜ ਸ਼ੇਰ ਸਿੰਘ, ਔਰ ਫਿਰ ਸਾਨੂੰ ਨਾਮ ਜਪਾਇਆ ਤੇ ਫਿਰ ਦੇਹ ਛੱਡ ਕੇ ਫਿਰ ਜੋਤ ਰੂਪ ਹੋਏ। ਤੇ ਜੋਤ ਰੂਪ ਹੋ ਕੇ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ, ਪੁਰਾਣੀ ਸਿੱਖੀ ਸੇਵਕੀ ਜਿਹੜੀ ਹੈ, ਨਵੀਂ ਨੂੰ ਥੋੜਾ ਜਿਹਾ ਘੱਟ ਪਤਾ ਆ ਕਿਉਂਕਿ ਉਹਨਾਂ ਨੂੰ ਉਸ ਪੱਖ ਦਾ ਪਤਾ ਨਹੀਂ ਜਿਹੜਾ ਦੱਸਣਾ। ਪਤ ਨਹੀਂ ਪਿਆਰ ਨਾਲ ਕਰਾਂਗੇ। ਔਰ ਜਿਹੜੀ ਸਿੱਖੀ ਪੁਰਾਣੀ ਨੂੰ ਪਤਾ ਹੈ ਕਿ ਜਦੋਂ ਦੇਹ ਛੱਡੀ ਤੇ ਖੇਡ ਉੱਥੇ ਸਮਾਪਤ ਨਹੀਂ ਹੋਈ ਪਾਰ ਬ੍ਰਹਮ ਦੀ। ਮਹਾਰਾਜ ਸ਼ੇਰ ਸਿੰਘ ਦੇਹ ਛੱਡ ਕੇ ਜਦ ਜੋਤ ਸਰੂਪ ਹੋਏ ਤੇ ਮਹਾਰਾਜ ਪੂਰਨ ਸਿੰਘ ਦੀ ਦੇਹ ਦੇ ਵਿੱਚ ਪ੍ਰਵੇਸ਼ ਹੋਇਆ, ਪ੍ਰਗਟ ਹੋਇਆ। ਪਾਰ ਬ੍ਰਹਮ ਨੇ ਦੇਹ ਛੱਡ ਕੇ ਜੋਤ ਸਰੂਪ ਹੋ ਕੇ 2000 ਬਿਕਰਮੀ ਤੋਂ ਅੱਗੇ ਖੇਲ ਆਰੰਭੀ, ਔਰ ਨੇਕ ਕਲੰਕੀ ਖੇਲ ਅੱਗੇ ਖੇਲੀ ਨਿਰਗੁਣ ਰੂਪ ਹੋ ਕੇ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਜੋਤ ਜਗਾਈ ਅਪਾਰ ਸ਼ੇਰ ਸਿੰਘ ਨੇਕ ਕਲੰਕ ਖਵਾਇਆ। ਠੀਕ ਹੈ ਜੀ। ਸ਼ੇਰ ਸਿੰਘ ਮਹਾਰਾਜ ਜੀ ਨੇਕ ਕਲੰਕ ਖਵਾਏ, ਪਾਰ ਬ੍ਰਹਮ ਨੇ ਖੇਲ ਰਚਾਇਆ। ਪਾਰ ਬ੍ਰਹਮ ਖੇਲ ਰਚਾਇਆ, ਕਬ ਹੈ ਜੋਤ ਸਰੂਪ ਕਬੇ ਦੇਹ ਪਲਟਾਇਆ। ਉਹਦੀ ਆਪਣੀ ਖੇਲ ਆ। ਕਿਉਂ?
ਜਦੋਂ ਮਰਜੀ ਜੋਤ ਸਰੂਪ ਹੋਵੇ, ਜਦੋਂ ਮਰਜੀ ਦੇਹ ਧਾਰੀ ਹੋਵੇ, ਉਹਦੀ ਮਰਜ਼ੀ ਹੈ। ਅੱਜ ਵੀ ਅਗਰ ਸਾਡੇ ਤੇ ਭੈ ਭਿਆਨਕ ਦਾ ਸਮਾਂ ਆਵੇ, ਭੀੜ ਪੈ ਜਾਵੇ ਸਾਡੇ ਉੱਪਰ, ਅਸੀਂ ਅਗਰ ਆਰਾਧਨਾ ਕਰਾਂਗੇ ਤੇ ਮਹਾਰਾਜ ਕਹਿੰਦੇ ਅਸੀਂ ਜੋਤ ਸਰੂਪ ਹੋ ਕੇ, ਜੋਤ ਸਰੂਪ ਹੋ ਕੇ ਤੇ ਭਗਤਾਂ ਦੇ ਕਸ਼ਟ ਕੱਟ ਦਿੰਦੇ। ਪ੍ਰਹਲਾਦ ਭਗਤ ਦਾ ਕਸ਼ਟ ਕੱਟਿਆ ਹੀ ਨਾ ਜਦ ਥੰਮ ਤਪਿਆ ਹੋਇਆ ਸੀ ਤੇ ਨਰਸਿੰਘ ਨਾਰਾਇਣ ਰੂਪ ਧਾਰਿਆ ਤੇ ਫਿਰ ਉੱਥੇ ਕਸ਼ਟ ਕੱਟਿਆ। ਨਿਰਗੁਣ ਤੋਂ ਹੀ ਸਰਗੁਣ ਹੁੰਦਾ ਹੈ ਪਾਰ ਬ੍ਰਹਮ। ਥੋੜਾ ਸਮਾਂ ਲਾ ਲਓ, 2-4 ਮਿੰਟ ਪਾਰ ਬ੍ਰਹਮ ਤੇ ਥੋੜਾ ਵਿਚਾਰ ਕਰ ਲਈ ਤੇ ਹਾਂ, ਨਿਰਗੁਣ ਤੋਂ ਸਰਗੁਣ ਹੋਏ ਪਾਰ ਬ੍ਰਹਮ। ਜਦ ਧੰਨੇ ਭਗਤ ਨੇ ਪੱਥਰ ਦੇ ਉੱਪਰ ਨਿਸ਼ਚਾ ਕਰ ਲਿਆ ਕਿ ਇਹ ਤਾਂ ਠਾਕਰਿਆ ਸੁਆਮੀ ਹੈ, ਤਾਂ ਸਾਰੇ ਕੰਮ ਕਰਦਾ। ਜੋ ਪੱਟੀ ਪੜਾਈ ਉਹੀ ਧੰਨੇ ਨੇ ਪਾਠ ਜਿਹੜਾ ਪੜਿਆ ਪੰਡਤ ਤੋਂ ਔਰ ਉਹਦੇ ਤੇ ਅਮਲ ਕਰ ਲਿਆ। ਸਿੱਧਾ ਸਾਦਾ ਪ੍ਰੇਮੀ ਸੀ ਔਰ ਬਾਣੀ ਵਿੱਚ ਆਉਂਦਾ ਕਿ ਨਿਰਗੁਣ ਤੋਂ ਸਰਗੁਣ ਹੋ ਕੇ ਧੰਨੇ ਦੇ ਚਾਰੇ ਵਛੇ। ਠੀਕ ਹੈ, ਪਾਰ ਬ੍ਰਹਮ ਦੀ ਮੌਜ ਉਹ ਅੱਜ ਵੀ ਚਾਹਵੇ ਤੇ ਦੇਹ ਕਰਕੇ ਮਹਾਰਾਜ ਸ਼ੇਰ ਸਿੰਘ ਇੱਥੇ ਪ੍ਰਗਟ ਹੋ ਕੇ ਆਪਾਂ ਨੂੰ ਦਰਸ਼ਨ ਦੇ ਸਕਦੇ। ਸਾਡੀ ਪ੍ਰੀਤ ਉਨੀ ਹੋਣੀ ਚਾਹੀਦੀ, ਸਾਡਾ ਪ੍ਰੇਮ ਹੋਣਾ ਚਾਹੀਦਾ। ਅੱਜ ਵੀ ਸਦਾ ਹੈ, ਸਦਾ ਹੀ ਹੈ ਔਰ ਸਦਾ ਰਹਿਣ ਵਾਲਾ ਹੈ। ਕभी ਜੋਤ ਸਰੂਪ ਹੈ, ਕਦੀ ਦੇਹ ਧਾਰੀ ਹੈ। ਔਰ 52 ਸਾਲ ਘੁੰਡ ਦੀ ਧਰਤੀ ਤੇ ਦੇਹ ਧਾਰੀ ਸੀ, ਪਾਰ ਬ੍ਰਹਮ ਹੀ ਆਏ ਸੀ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਅਪਰੇ ਅਪਾਰ ਕਿਸੇ ਭੇਦ ਨਾ ਪਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਗਵਾਇਆ ਕਲ ਦਾ ਮਾਣ ਆਪਣਾ ਆਪ ਪ੍ਰਗਟਾਇਆ। ਇਹ ਪੰਕਤੀ ਤਾਂ ਪੜ੍ਹੀ ਆ, ਆਪਣੇ ਦੇਖੋ ਪੰਕਤੀ ਤਾਂ ਪੜ੍ਹੀ ਆ ਇਹ ਵੀ ਨਾਲ ਕਿ ਸਿੱਖ ਪ੍ਰਚਾਰ ਜਦ ਕਰਦੇ ਹਨ ਮੇਰੇ ਭੈਣੋ ਤੇ ਪ੍ਰਭ ਲੱਗ ਕਿ ਉਹਨੇ ਆਪਣਾ ਆਪ ਪ੍ਰਗਟਾਵਾ ਕੀਤਾ। ਸੁਣਿਓ ਧਿਆਨ ਨਾਲ, ਨਹੀਂ ਆਪਣਾ ਆਪ ਪ੍ਰਗਟਾਵਾ ਕੀਤਾ, ਉਹਨੇ ਆਪਣਾ ਆਪ ਖੇਲ ਕੀਤਾ, ਉਹਨੇ ਆਪਣਾ ਆਪ ਨਾਮ ਰਖਾਇਆ, ਉਹਨੇ ਆਪਣਾ ਆਪ ਆਪੇ ਕੀਤਾ ਸਭ ਕੁਝ। ਉਹ ਆਪਣਾ ਆਪ ਜਿਹਨੇ ਆਪੇ ਆਪ ਕੀਤਾ ਹੈ ਉਹਦਾ ਨਾਮ ਹੀ ਆ ਕੋਈ। ਉਹਨੇ ਆਪਣਾ ਨਾਮ ਵੀ ਦੱਸਿਆ ਕਿ ਕੌਣ ਪ੍ਰਗਟ ਹੋ ਰਿਹਾ। ਉਹ ਕੱਲਾ ਪ੍ਰਭੂ ਹਜੂਰ ਸ਼ਹਿਨਸ਼ਾਹ ਪਰਿਪੂਰਨ ਪਰਮਾਤਮਾ, ਹਜੂਰ ਸ਼ਹਿਨਸ਼ਾਹ ਹੀ ਨਹੀਂ, ਉਹ ਹਜੂਰ ਸ਼ਹਿਨਸ਼ਾਹ ਨੇ ਨਾਮ ਹੀ ਦੱਸਿਆ ਕਿ ਮੈਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਾਂ। ਉਹ ਕੱਲਾ ਪਾਰ ਬ੍ਰਹਮ ਕਰਕੇ ਨਹੀਂ ਸੰਬੋਧਨ ਕਰੀ ਜਾਈਏ ਕਿ ਪਾਰ ਬ੍ਰਹਮ ਪਾਰ ਬ੍ਰਹਮ। ਉਹ ਪਾਰ ਬ੍ਰਹਮ ਕਹਿ ਰਿਹਾ, ਪਾਰ ਬ੍ਰਹਮ ਹੈ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਪ੍ਰਭੂ ਪੂਰਨ ਪਰਮਾਤਮਾ ਪਰਮੇਸ਼ਰ ਉਹ ਮਹਾਰਾਜ ਸ਼ੇਰ ਸਿੰਘ ਹੈ, ਪਰਮੇਸ਼ਰ। ਵਿਸ਼ਨ ਬ੍ਰਹਮਾ ਸ਼ਿਵ ਨੂੰ ਇੰਦਰ ਨੂੰ ਈਸ਼ਰ ਮੰਨਿਆ। ਪੂਜਣ ਵਾਲਿਆਂ ਨੇ ਇਹਨਾਂ ਨੂੰ ਵੀ ਆਪਣਾ ਇਸ਼ਟ ਰੱਖ ਲਿਆ, ਲੇਕਿਨ ਮਹਾਰਾਜ ਕਹਿੰਦੇ ਮੈਂ ਤਾਂ ਪਰਮ ਈਸ਼ਰ ਹਾਂ। ਇਹ ਵਿਸ਼ਨ ਬ੍ਰਹਮਾ ਸ਼ਿਵ ਇੰਦਰ ਵੀ ਮੈਨੂੰ ਅੱਗੇ ਪੂਜਦੇ ਨੇ, ਮੈਂ ਪਰਮ ਈਸ਼ਰ ਹਾਂ, ਸਭ ਦਾ ਮਾਲਕ ਹਾਂ, ਈਸ਼ਰਾਂ ਦਾ ਈਸ਼ਰ ਹਾਂ, ਪਰਮੇਸ਼ਰ ਹਾਂ। ਸੋ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਗਵਾਇਆ ਕਲ ਦਾ ਮਾਣ ਆਪਣਾ ਆਪ ਪ੍ਰਗਟਾਇਆ। ਕਿਉਂ ਜੀ? ਆਪਣਾ ਆਪ ਪ੍ਰਗਟਾਇਆ। ਅੱਗੇ ਸੁਣਿਓ ਪੰਕਤੀ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਜਾਮਾ ਲਿਆ ਧਾਰ ਕਣਕਪੁਰੀ ਨੂੰ ਭਾਗ ਲਗਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਵਿੱਚ ਅਵਸਥਾ ਬਾਲ ਮਣੀ ਸਿੰਘ ਨੂੰ ਦਰਸ਼ਨ ਦਿਖਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਮੈਂ ਹਾਂ ਜਗਤ ਉਧਾਰ ਨਿਜ ਕਲੰਕ ਹੋ ਆਇਆ। ਕਿਉਂ ਜੀ? ਕੋਈ ਭੁਲੇਖਾ ਨਹੀਂ। ਇਹ ਪਾਰ ਬ੍ਰਹਮ ਨੇ ਕਲਯੁਗ ਨੂੰ ਆ ਕੇ ਖਤਮ ਕੀਤਾ ਤੇ ਸਤਯੁਗ ਲਾਇਆ ਮਹਾਰਾਜ ਜੀ। ਪਾਰ ਬ੍ਰਹਮ ਨੇ ਜਦ ਖੇਲ ਰਚਾਇਆ, ਖੇਲ ਖੇਲਿਆ, ਰਚਿਆ ਖੇਲ ਨੂੰ ਤੇ ਜਾਮਾ ਵੀ ਧਾਰਿਆ। ਪਾਰ ਬ੍ਰਹਮ ਨੇ ਕਣਕਪੁਰੀ ਨੂੰ ਭਾਗ ਲਾਇਆ। ਕਣਕਪੁਰੀ ਭਾਵ ਪਿੰਡ ਘੁਵਿੰਡ ਨੂੰ ਕਿਹਾ ਗਿਆ ਹੈ ਕਣਕਪੁਰੀ। ਪਾਰ ਬ੍ਰਹਮ ਨੇ ਜਦ ਖੇਲ ਰਚਾਇਆ, ਬਾਲ ਅਵਸਥਾ ਵਿੱਚ ਮਣੀ ਸਿੰਘ ਨੂੰ ਦਰਸ਼ਨ ਦਿੱਤਾ। ਜਦ ਮਣੀ ਸਿੰਘ ਨੂੰ ਦਰਸ਼ਨ ਹੋਇਆ ਸੀ ਤੇ ਪਾਰ ਬ੍ਰਹਮ ਦਾ ਹੀ ਹੋਇਆ ਸੀ। ਹਾਂ ਜਾਂ ਨਾ ਬਾਣੀ ਕਹਿ ਰਹੀ ਹੈ ਕਿ ਪਾਰ ਬ੍ਰਹਮ ਦਾ ਹੀ ਦਰਸ਼ਨ ਮਣੀ ਸਿੰਘ ਜੀ ਨੂੰ ਹੋਇਆ ਹੀ ਜਦ ਗਏ ਨੇ ਔਰ ਮੱਲੇ ਪਿੰਡ ਕਿਹਾ ਕਿ ਸਾਡੀ ਸੇਵਾ ਵਿੱਚ ਹਾਜ਼ਰ ਹੋ। ਮਣੀ ਸਿੰਘ ਮੈਂ ਪ੍ਰਗਟ ਹੋ ਗਿਆ ਕਣਕਪੁਰੀ ਦੀ ਧਰਤੀ ਤੇ, ਆ ਮੇਰੀ ਸੇਵਾ ਕਰ, ਮੇਰੀ ਸੇਵਾ ਚ ਹਾਜ਼ਰ। ਉਹ ਪਾਰ ਬ੍ਰਹਮ ਪ੍ਰਭ ਦਰਸ਼ਨ ਦਿਖਾਇਆ। ਬੜੀ ਲਿਖਤ ਚੱਲਦੀ ਹੈ ਸਤਿਗੁਰੂ ਮਣੀ ਸਿੰਘ ਉਹਨਾਂ ਨੂੰ ਉੱਥੋਂ ਸੱਦ ਕੇ ਕਣਕਪੁਰੀ ਦੇ ਵਿੱਚ ਜਦ ਪਾਰ ਬ੍ਰਹਮ ਨੇ ਲਿਆਂਦਾ ਹੈ। ਲੇਖ ਅੱਗੇ ਜੁੜਦਾ ਜਾਂਦਾ ਹੈ ਨਾਲ
ਪਾਰ ਬ੍ਰਹਮ ਨੇ ਜਦ ਖੇਲ ਰਚਾਇਆ, ਖੇਲ ਰਚਿਆ, ਮਹਾਰਾਜ ਨੇ ਮੈਂ ਅਖਵਾਈ ਹੈ ਕਿ ਮੈਂ ਕੇਵਲ ਨਿਰੰਕਾਰ ਕਹਿ ਸਕਦਾ ਹੈ, ਮੈਂ ਦੂਜੇ ਸਾਰੇ ਤੂੰ ਕਹਿੰਦੇ ਨੇ। ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨ ਭਗਤ ਸਾਹਿਬਾਨ ਆਪਾਂ ਜਿੰਨੀ ਵੀ ਰਚਨਾ ਚਰ ਕੰਡ ਬ੍ਰਹਿਮੰਡ ਗਗਨ ਗਗਨ ਅੰਤਰ ਜਿਮੀ ਅਸਮਾਨ ਚੰਦ ਸੂਰਜ ਸਤਾਰ ਜੋ ਵੀ ਰਚਨਾ ਹੈ ਸਾਰੀ ਉਹਨੂੰ ਤੂੰ ਕਰਕੇ ਪੁਕਾਰਦੀ ਹੈ, ਤੂੰ ਕਰਕੇ ਉਹਨੂੰ ਪੁਕਾਰਦੀ ਹੈ। ਤੇ ਕੇਵਲ ਉਹ ਮੈਂ ਕਹਿੰਦਾ ਕਿ ਮੈਂ ਹਾਂ, ਮੈਂ ਕਰਨ ਵਾਲਾ, ਉਹ ਕਿਸੇ ਨੂੰ ਤੂੰ ਨਹੀਂ ਕਹਿੰਦਾ। ਪਾਰ ਬ੍ਰਹਮ ਮਹਾਰਾਜ ਸ਼ੇਰ ਸਿੰਘ ਸੱਚਾ ਪਾਤਸ਼ਾਹ ਇਹ ਕਿਸੇ ਨੂੰ ਤੂੰ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਜਗਤ ਉਧਾਰ ਨੇਕ ਕਲੰਕ ਹੋਇਆ, ਜਗਤ ਦਾ ਆਧਾਰ ਕਰਨ ਵਾਸਤੇ ਨੇਕ ਕਲੰਕ ਹੋ ਗਿਆ ਹੈ। ਨੇਕ ਕਲੰਕ ਬਾਰੇ ਪਾਤਸ਼ਾਹ ਦੱਸਿਆ ਕਿ ਜਿਹਨੂੰ ਕੋਈ ਕਲੰਕ ਨਹੀਂ ਗਾ, ਜਿਸ ਦੇ ਵਿੱਚ ਕੋਈ ਦੋਸ਼ ਨਹੀਂ, ਜਿਸ ਦੇ ਵਿੱਚ ਕੋਈ ਮੈਲ ਨਹੀਂ, ਜਿਸ ਨੂੰ ਕੋਈ ਕਲੰਕ ਨਹੀਂ ਗਾ, ਔਰ ਨੇਕ ਕਲੰਕਾਂ में ਕਲੰਕ ਰਹਿਤ ਸੱਚੇ ਪਾਤਸ਼ਾਹ ਨੇ ਦੱਸਿਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ ਹੋਵੇ ਜਗਤ ਉਜਾਰ, ਸੋਹੰਗ ਸ਼ਬਦ ਸੁਣਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ ਹੋਵੇ ਜੀਵ ਉਧਾਰ, ਰਸਨਾ ਮਹਾਰਾਜ ਸ਼ੇਰ ਸਿੰਘ ਗਾਇਆ। ਕਰਦੀ ਜੀ ਸਮਾਪਤੀ, ਲਿਖਤ ਬਹੁਤ ਹੈ ਹਾਂਜੀ, ਸਮਾਪਤੀ ਕਰਦੀ। ਸੋ ਇਹ ਪਾਰ ਬ੍ਰਹਮ ਵਾਲੀ ਲਿਖਤ ਵੀ ਪੜਾਂਗੇ, ਠੀਕ ਹੈ ਜੀ। ਮੇਰੇ ਭੈਣੋ ਤੇ ਭਰਾਓ ਭਗਤ ਜਨੋ, ਮੈਨੂੰ ਟਾਈਮ ਜ਼ਿਆਦਾ ਲਾਉਣਾ ਪੈਂਦਾ ਕਿਉਂਕਿ ਬੜੇ ਜ਼ਿਆਦਾ ਜਿਹੜੇ ਨੇ ਉਹ ਵਿਚਾਰ ਨੇ ਸਾਂਝੇ ਕਰਨ ਵਾਲੇ। ਹਾਂਜੀ ਮਾਈਕ ਸੋ ਸੁਣਨਾ ਵੀ ਕਠਿਨ ਹੋ ਜਾਂਦਾ, ਕੁਛ ਮਨੁੱਖੀ ਦੇਹ ਦਾ ਵੀ ਜਿਹੜਾ ਆ ਉਹ ਨਹੀਂ, ਮਨੁੱਖੀ ਦੇਹ ਦੀ ਵੀ ਕੋਈ ਸ਼ਕਤੀ ਸਹਿਣਸ਼ੀਲਤਾ ਜਿੰਨਾ ਕੁ ਸੁਣ ਸਕਦੇ, 1-2 ਘੰਟੇ ਇਕਾਗਰ ਚਿੱਤ ਹੋ ਕੇ ਮਹਾਂ ਸੁਣ ਸਕਦੇ ਹਾਂ, ਫਿਰ ਆਪਾਂ ਥੱਕਣ ਲੱਗ ਪੈਂਦੇ। ਸੋ ਇਹ ਪਾਰ ਬ੍ਰਹਮ ਦੀ ਲਿਖਤ ਹੈ ਹਰ ਸੰਤ ਜੀ ਕਿ ਪਾਰ ਬ੍ਰਹਮ ਜੀ ਮਾਤ ਲੋਕ ਤੇ ਆਏ ਤੇ ਫਿਰ ਸੋਹੰਗ ਸ਼ਬਦ ਸਾਨੂੰ ਸੁਣਾਇਆ। ਪਾਰ ਬ੍ਰਹਮ ਨੇ ਪਿਛਲਾ ਖੇਲ ਖੇਲਿਆ ਜਿਹੜਾ ਅਵਤਾਰਾਂ ਨਾਲ, ਫਿਰ ਭਗਤਾਂ ਦੇ ਵਿੱਚ ਭਗਤਾਂ ਦੇ ਨਾਲ, ਜਿੱਦਾਂ ਇੱਕ ਪੰਕਤੀ ਚੱਲਦੀ ਕਿ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਤਜਿਆ ਥਾਨ ਧਰੂ ਸਵਰਨ ਸੀਸ ਝੁਕਾਇਆ। ਹੁਣ ਉੱਪਰ ਪੰਕਤੀ ਚੱਲਦੀ ਹੈ, ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਕੱਲ ਰੱਖੇ ਪੈ ਜਾਣ ਸਿੱਖਾਂ ਨੂੰ ਮਾਣ ਦਵਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਗਵਾਇਆ ਮਾਨ ਬ੍ਰਹਮਾ ਪਾਲ ਸਿੰਘ ਮਾਨ ਦਵਾਇਆ। ਸੋ ਹਰ ਸੰਤ ਜੀਓ, ਮਹਾਰਾਜ ਪੂਰਨ ਸਿੰਘ ਜੀ ਦੇ ਜਿਹੜੇ ਪਿਤਾ ਜੀ ਸੀ ਭਾਈ ਅਪਾਲ ਸਿੰਘ ਜੀ 27 ਚੱਕ ਵਾਲੇ, ਉਹ ਨੇਕ ਕਲੰਕ ਅਵਤਾਰ ਮਹਾਰਾਜ ਸ਼ੇਰ ਸਿੰਘ ਕਣਕਪੁਰ ਵਾਸੀ ਜੀ ਦੇ ਬੜੇ ਵੱਡੇ ਸਿੱਖ ਸੀ, ਬੜੀ ਦਇਆ ਸੀ ਉਹਨਾਂ ਦੇ ਉੱਪਰ। ਬਾਣੀ ਮੈਂ ਕਰ ਦੇਣਾ, ਮੈਂ ਬਾਣੀ ਪੜ੍ਹ ਕੇ ਕਰ ਦੇਣਾ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਗਵਾਇਆ ਮਾਨ ਬ੍ਰਹਮਾ ਪਾਲ ਸਿੰਘ ਮਾਨ ਦਵਾਇਆ। ਪਾਲ ਸਿੰਘ ਪ੍ਰਭ ਖੇਲ ਰਚਾਇਆ, ਤਜਿਆ ਥਾਨ ਧਰੂ ਸਵਰਨ ਸੀਸ ਝੁਕਾਇਆ। ਇੱਥੇ ਰੁਕਦੇ ਥੋੜਾ ਜਿਹਾ। ਸੋ ਮਹਾਰਾਜ ਪੂਰਨ ਸਿੰਘ ਜੀ ਦੇ ਪਿਤਾ ਸੀ ਭਾਈ ਅਪਾਲ ਸਿੰਘ ਜੀ, ਉਹਨਾਂ ਬਾਰੇ ਇਹ ਪੰਕਤੀ ਆਈ। ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਜੀ ਦੇ ਸਿੱਖ ਸੀ, ਬੜੀ ਦਇਆ ਸੀ ਇਹਨਾਂ ਦੇ ਉੱਪਰ, ਔਰ ਆਪ ਚਰਨੀ ਲੱਗੇ, ਔਰ ਸਾਰਾ ਕੁਟੁੰਬ ਜਿਹੜਾ ਸੀ ਚਰਨੀ ਨੇਕ ਕਲੰਕ ਅਵਤਾਰ ਦੀ ਕਣਕਪੁਰੀ ਦੇ ਵਿੱਚ ਚਰਨੀ ਪਾਇਆ। ਇਹਨਾਂ ਨੂੰ ਮਾਣ ਦਿੱਤਾ ਮਹਾਰਾਜ ਜੀ ਨੇ। ਜੋ ਸਰੂਪ ਹੋ ਕੇ ਜਦ ਖੇਲ ਖੇਲੀ ਮਹਾਰਾਜ ਸ਼ੇਰ ਸਿੰਘ ਜੀ ਨੇ ਦੇਹ ਛੱਡ ਕੇ ਜੋ ਸਰੂਪ ਹੋ ਕੇ, ਇਸ ਲਿਖਤ ਦੇ ਵਿੱਚ ਇਹ ਵੀ ਆਉਂਦਾ ਕਿ ਪਾਰ ਬ੍ਰਹਮ ਨੇ ਖੇਲ ਰਚਾਇਆ, ਸਿੱਖ ਦੇਹ ਸਮਾਇਆ। ਸਿੱਖ ਦੇਹ ਤੋਂ ਭਾਵ ਮਹਾਰਾਜ ਪੂਰਨ ਸਿੰਘ ਜੀ ਪਰਤਾਏ ਹੁੰਦਾ ਕਿ ਉਹਨਾਂ ਦੀ ਦੇਹ ਵਿੱਚ ਸਮਾ ਕੇ ਖੇਲ ਖੇਲਿਆ ਅਗਲਾ, ਔਰ ਬ੍ਰਹਮੇ ਨੂੰ ਉੱਥੋਂ ਹਟਾ ਕੇ ਤੇ ਬ੍ਰਹਮੇ ਦੀ ਜਗ੍ਹਾ ਦੇ ਉੱਪਰ ਜਿਹੜਾ ਹੈ ਬ੍ਰਹਮ ਲੋਕ ਦੇ ਵਿੱਚ ਬ੍ਰਹਮੇ ਦੀ ਪਦਵੀ ਦਿੱਤੀ ਹੈ ਮਹਾਰਾਜ ਸ਼ੇਰ ਸਿੰਘ ਜੀ ਨੇ। ਇਹ ਸਾਰੀ ਖੇਲ ਨਿਰਗੁਣ ਧਾਰ ਹੋਈ। ਧਰੂ ਨੂੰ ਬੰਨੇ ਕੀਤਾ ਸੱਚਖੰਡ ਆਪਣੇ ਦੁਆਰੇ ਤੋਂ, ਤੇ ਸਵਰਨ ਸਿੰਘ ਨੂੰ ਜਿਹੜਾ ਉੱਥੇ ਮਾਣ ਦਿੱਤਾ। ਇੱਕ ਫੋਟੋ ਹੈ ਜੇਠੂਵਾਲ ਦਰਬਾਰ ਦੇ ਵਿੱਚ, ਪਰਲੇ ਬੰਨੇ ਸੰਘਰਸ਼ ਦੇ ਕਿੰਨਾ ਵੇਖਿਆ ਜਿੱਥੇ ਸੱਚਖੰਡ ਲਿਖਿਆ।
ਔਰ ਉੱਪਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਫੋਟੋ ਤੇ ਥੱਲੇ ਬ੍ਰਹਮ ਲੋਕ ਦੇ ਵਿੱਚ ਹਾਂਜੀ ਉਹਨਾਂ ਦਾ ਫੋਟੋ। ਸੋ ਇਹਨਾਂ ਲੋਕਾਂ ਦਾ ਮਾਲਕ ਆ, ਉੱਪਰ ਜੀ ਦਾ ਸਰੂਪ ਆ। ਉਹ ਜਿਹੜੇ ਮਰਜ਼ੀ ਲੋਕ ਦੇ ਵਿੱਚ ਤਬਦੀਲੀ ਕਰ ਸਕਦਾ, ਸਭ ਨੂੰ ਬਦਲਣ ਵਾਲਾ, ਡਿਊਟੀਆਂ ਲਾਉਣ ਵਾਲਾ, ਹਟਾਉਣ ਵਾਲਾ ਹੈ। ਔਰ ਮਾਣ ਦਿੱਤਾ ਉਹਨਾਂ ਨੂੰ ਬ੍ਰਹਮ ਲੋਕ ਦੇ ਵਿੱਚ। ਸਵਰਨ ਸਿੰਘ ਨੂੰ ਮਾਣ ਦਿੱਤਾ ਸੱਚਖੰਡ ਦੇ ਬਾਹਰ। ਇਹ ਲਿਖਤ ਦੇ ਆਪਾਂ ਅੱਗੇ ਫਿਰ ਵਿਚਾਰ ਕਰਾਂਗੇ। ਹੁਣ ਆਪਾਂ ਮੇਰਾ ਇਰਾਦਾ ਕਿ ਸਮਾਪਤੀ ਕਰੀਏ, ਲਿਖਤ ਬੜੀ ਲੰਮੀ ਹੈ। ਸੋ ਪਾਰ ਬ੍ਰਹਮ ਨੇ ਜਦ ਖੇਲ ਰਚਾਇਆ, ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਪ੍ਰਗਟੇ ਕਰਤਾਰ ਨਰ ਦਾ ਜਾਮਾ ਪਾਇਆ। ਹੁਣ ਇਹ ਕਹਿ ਲਓ ਕਿ ਕਰਤਾਰ ਦਾ ਜਕਾਰਾ, ਕਰਤੇ ਦਾ ਜਕਾਰਾ। ਜੇ ਇਸ਼ਾਰਾ ਕਰਦੇ ਹੋ ਕਿ ਅਸੀਂ ਤੇ ਕਰਤੇ ਨੂੰ ਮੰਨਦੇ ਹਾਂ, ਇਹ ਕਰਤਾਰ ਦਾ ਜਕਾਰਾ ਉਹ ਭੈ ਦਾ ਇੱਕ, ਤੇ ਉਹ ਕਰਤਾਰ ਉਹ ਭੈ ਦਾ ਕਿ ਜਿਹਨੂੰ ਹੁਣ ਇਸ਼ਾਰਾ ਕਰਾਂਗੇ ਕਿ ਉਹ ਆ। ਉਹ ਕੀ ਕਹਿ ਰਿਹਾ? ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਪ੍ਰਗਟੇ ਕਰਤਾਰ ਨਰ ਦਾ ਜਾਮਾ ਪਾਇਆ। ਨਰ ਰੂਪ ਹੋ ਕੇ ਆਏ, ਦੇਹਧਾਰੀ ਹੋਏ, ਕਰਤਾਰ ਆਏ, ਕਰਤਾ ਆਇਆ। ਜਿਹਨੇ ਸਾਰੀ ਇਹ ਰਚਨਾ ਰਚੀ ਆ ਉਹ ਕਰਤਾ ਆਇਆ, ਤੇ ਉਸੇ ਦੀ ਅਸੀਂ ਜੈ ਕਰਦੇ ਹਾਂ। ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਆਪਣੇ ਡਰ ਤੇ ਭੈ ਦੇ ਵਿੱਚ ਚਲਾਉਣ ਵਾਲਾ। ਜਿੱਦਾਂ ਇੱਥੇ ਪੰਕਤੀ ਹੈ, ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਆਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਬੰਦੀ ਤੋੜ ਜਗਤ ਖਵਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਜਾਮਾ ਧਾਰ ਗੁਰ ਧਾਮ ਸੱਚਖੰਡ ਬਣਾਇਆ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਆਇਆ ਜਗਤ ਪਤਾਰ, ਕੰਤ ਨੇ ਭੇਸ ਵਟਾਇਆ। ਉਹ ਜਿਹੜਾ ਕੰਤ ਕੰਤੂਹਲ ਜਿਹਨੂੰ ਅਸੀਂ ਕਹਿੰਦੇ ਸ਼ਬਦ ਬੁੱਢ ਦੇ ਵੀ ਸਾਡਾ ਮਾਲਕ ਹੈ, ਉਹ ਆਇਆ ਮਾਤ ਲੋਕ ਦੇ ਉੱਪਰ। ਜਿੱਦਾਂ ਪੰਕਤੀ ਚੱਲਦੀ ਹੈ, ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਕੀਤਾ ਦੇ ਪ੍ਰਕਾਸ਼ ਸਿੱਖ ਦੇ ਵਿੱਚ ਸਮਾਇਆ। ਹੁਣ ਇਹ ਚੀਜ਼ ਤੋਂ ਵੀ ਜਿਹੜਾ ਹੈ ਸਾਨੂੰ ਸਮਝਣ ਦੀ ਤੇ ਵਿਚਾਰਨ ਦੀ ਲੋੜ ਹੈ ਕਿ ਪਾਰ ਬ੍ਰਹਮ ਨੇ ਜਦ ਖੇਲ ਰਚਾਇਆ, ਦੇਹ ਛੱਡ ਕੇ ਕੀਤਾ ਦੇ ਪ੍ਰਕਾਸ਼ ਸਿੱਖ ਦੇ ਵਿੱਚ ਸਮਾਇਆ। ਮਹਾਰਾਜ ਪੂਰਨ ਸਿੰਘ ਜੀ ਪ੍ਰਥਾ ਲਿਖਤ ਚੱਲਦੀ ਹੈ। ਜਿਹੜੇ ਭੈਣ ਭਰਾ ਕਹਿੰਦੇ ਹਨ ਕਿ ਨਹੀਂ ਉਹ ਤੇ ਆਏ ਨਹੀਂ, ਜੋਤ ਪ੍ਰਵੇਸ਼ ਨਹੀਂ ਹੋਈ, ਉਹ ਧੁਰੋਂ ਮਾਲਕ ਆਏ, ਨਹੀਂ, ਜੋਤ ਪ੍ਰਵੇਸ਼ ਹੋਈ ਆ ਮਹਾਰਾਜ ਪੂਰਨ ਸਿੰਘ ਜੀ ਦੇ ਅੰਦਰ। ਜਨਮ ਤੋਂ ਜੋਤ ਮਹਾਰਾਜ ਪੂਰਨ ਸਿੰਘ ਜੀ ਦੇ ਅੰਦਰ ਨਹੀਂ ਸੀ। ਸੋ ਮਹਾਰਾਜ ਸ਼ੇਰ ਸਿੰਘ ਜੀ ਆਏ, ਉਹਨਾਂ ਕਿਹਾ ਪਾਰ ਬ੍ਰਹਮ ਨੇ ਦੇਹ ਪ੍ਰਕਾਸ਼ ਕੀਤਾ, ਪਾਰ ਬ੍ਰਹਮ ਸਿੱਖ ਦੇ ਵਿੱਚ ਸਮਾਇਆ, ਦੇਹ ਛੱਡ ਕੇ। ਅੱਗੇ ਆਪਾਂ ਪੜ੍ਹਦੇ ਹਾਂ ਥੋੜ੍ਹੀ ਹੋਰ ਲਿਖੋ। ਪਾਰ ਬ੍ਰਹਮ ਪ੍ਰਭ ਖੇਲ ਰਚਾਇਆ, ਸਤਿਜੁਗ ਲਾਵੇ ਆਣ ਸ਼ੇਰ ਸਿੰਘ ਨਾਮ ਧਰਾਇਆ। ਹੁਣ ਯੁੱਗ ਪਲਟੀ ਕਿਹਨੇ ਕੀਤਾ, ਯੁੱਗ ਕਿਹਨੇ ਬਦਲਿਆ, ਇਹ ਵੀ ਵਿਚਾਰਨਯੋਗ ਹੈ ਸਾਰਾ। ਆਪਾਂ ਨੂੰ ਤੇ ਸਾਰਾ ਪਤਾ, ਚਲੋ ਆਪਾਂ ਫਿਰ ਵੀ ਵਿਚਾਰ ਕਰ ਰਹੇ ਹਾਂ। ਇਹ ਨਾਮ ਦਾ ਵੇਰਵਾ ਨਾਲ ਆ ਰਿਹਾ ਕਿ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ। ਪਾਰ ਬ੍ਰਹਮ ਤੇ ਪ੍ਰਭ ਨਾਲ ਆ ਰਿਹਾ। ਖੇਲ ਰਚਿਆ ਜਦ ਮਾਤ ਲੋਕ ਤੇ ਆ ਕੇ, ਸਤਿਜੁਗ ਲਾਵੇ ਆਣ ਸ਼ੇਰ ਸਿੰਘ ਨਾਮ ਧਰਾਇਆ। ਈਸ਼ਰ ਜੇ ਕਹੀਏ ਆਪਾਂ ਇਹਨੂੰ ਨਾ ਕਿ ਈਸ਼ਰ ਦਾ ਨਾਮ ਹੈ, ਈਸ਼ਰ ਦੇ ਗੁਣ ਗਾਨ ਕਰਦੇ ਹਾਂ। ਸੱਚੇ ਪਾਤਸ਼ਾਹ ਇਹ ਵੀ ਸਾਨੂੰ ਬਾਣੀ 'ਚ ਦੱਸਿਆ, ਈਸ਼ਰ ਜੋਤ ਜਗਤ ਮੇ ਆਏ, ਕਣਕਪੁਰੀ ਨੂੰ ਭਾਗ ਲਗਾਇਓ। ਈਸ਼ਰ ਜੋਤ ਜਗਤ ਮੇ ਆਏ, ਪ੍ਰਗਟ ਹੋ ਨਿਰੰਕਾਰ, ਨੇਹ ਕਲੰਕ ਖਵਾਇਓ। ਈਸ਼ਰ ਜੋਤ ਜਗਤ ਮੇ ਆਏ, ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ। ਈਸ਼ਰ ਜੋਤ ਜਗਤ ਮੇ ਆਏ, ਛੱਡ ਦੇ ਪ੍ਰਭ ਜੋਤ ਪ੍ਰਗਟਾਇਓ। ਈਸ਼ਰ ਜੋਤ ਜਗਤ ਮੇ ਆਏ, ਜੁਗੋ ਜੁਗ ਇਹ ਖੇਲ ਰਚਾਇਓ। ਈਸ਼ਰ ਜੋਤ ਜਗਤ ਮੇ ਆਏ, ਲੱਜਿਆ ਰਖਨ ਭਗਤਨ ਦੀ ਨਾਉ ਅਨੇਕ ਰਖਾਇਓ। ਈਸ਼ਰ ਜੋਤ ਜਗਤ ਮੇ ਆਏ, ਬਾਲ ਅਵਸਥਾ ਧਰੂਪ ਧਰਾਇਓ। ਈਸ਼ਰ ਜੋਤ ਜਗਤ ਮੇ ਆਏ, ਲੱਜਿਆ ਰਖੇ ਪ੍ਰਹਿਲਾਦ, ਨਰ ਸਿੰਘ ਨਰੈਣ ਅਖਵਾਇਓ।
ਈਸ਼ਰ ਜੋਤ ਜਗਤ ਮੇ ਆਏ, ਲੱਜਿਆ ਰੱਖੇ ਪ੍ਰਹਿਲਾਦ, ਨਰ ਸਿੰਘ ਨਰੈਣ ਅਖਵਾਏ। ਸੋ ਆਪਾਂ ਹੁਣ ਸਮਾਪਤੀ ਕਰੀਏ। ਸੋ ਇਹ ਹੈ ਲਿਖਤ ਆਪਣੀ ਹਰ ਸੰਗਤ ਜੀਓ। ਇਹ ਈਸ਼ਰ ਜੋਤ ਜਗਤ ਚ ਆਏ, ਜਗਤ ਮੇ ਆਏ, ਜਾਮਾ ਧਾਰ ਅਵਤਾਰ ਸ਼ੇਰ ਸਿੰਘ ਕਹਾਇਓ। ਤੇ ਜਕਾਰੇ ਦੇ ਵਿੱਚ ਵੀ ਸ਼ੇਰ ਸਿੰਘ ਆਉਂਦਾ ਹੈ। ਜਦੋਂ ਆਪਾਂ ਜਕਾਰਾ ਲਾਉਨੇ ਹਾਂ ਤੇ ਵਿੱਚ ਨਾਮ ਆਉਂਦਾ ਹੈ ਸ਼ੇਰ ਸਿੰਘ, ਤੇ ਜਿਸ ਸ਼ੇਰ ਸਿੰਘ ਦਾ ਨਾਮ ਆਉਂਦਾ ਹੈ ਜਕਾਰੇ ਦੇ ਵਿੱਚ, ਉਹ ਸ਼ੇਰ ਸਿੰਘ ਮਹਾਰਾਜ ਵਾਰ-ਵਾਰ ਸਾਨੂੰ ਦੱਸ ਰਹੇ ਨੇ ਕਿ ਕਿਤੇ ਭਰਮ ਭੁਲੇਖਿਆਂ 'ਚ ਨਾ ਰੁੱਲ ਜਿਓ। ਉਹ ਵਾਰ-ਵਾਰ ਦੱਸ ਰਹੇ ਨੇ ਕਿ ਈਸ਼ਰ ਜੋਤ, ਮੈਨੂੰ ਈਸ਼ਰ ਕਹੋ। ਦੇਵਤਿਆਂ ਨੇ ਈਸ਼ਰ ਕਿਹਾ, ਪ੍ਰਭੂ ਨੂੰ, ਪ੍ਰਮਾਤਮਾ ਨੂੰ ਦੇਵਤੇ ਈਸ਼ਰ ਕਹਿੰਦੇ ਆ ਕਿ ਈਸ਼ਰ ਹੈ ਸਾਡਾ। ਔਰ ਹਰ ਸੰਗਤ ਜੀ ਈਸ਼ਰ ਦਾ ਮਾਤਲੋਕ ਤੇ ਆਉਣਾ ਹੋਇਆ, ਜਿਸ ਦੀ ਅਸੀਂ ਜੈ ਕਰਦੇ ਹਾਂ, ਈਸ਼ਰ ਨੂੰ ਜਪਦੇ ਹਾਂ। ਇਹ ਜਕਾਰਾ ਈਸ਼ਰ ਦਾ ਆਇਆ, ਇਹ ਪਾਰ ਬ੍ਰਹਮ ਦਾ ਆਇਆ। ਔਰ ਪਾਰ ਬ੍ਰਹਮ ਈਸ਼ਰ ਪ੍ਰਭੂ ਕਹਿ ਰਹੇ ਨੇ, ਈਸ਼ਰ ਜੋਤ ਜਗਤ ਮੇ ਆਏ, ਈਸ਼ਰ ਜੋਤ ਜਗਤ ਮੇ ਆਏ, ਜਾਮਾ ਧਾਰ ਅਵਤਾਰ ਸ਼ੇਰ ਸਿੰਘ ਕਹਾਇਓ। ਜਾਮਾ ਧਾਰ ਨੇ ਕੀਤਾ ਸਤਿਗੁਰ ਦੇ ਕਰਕੇ। ਈਸ਼ਰ ਜੋਤ ਜਗਤ ਮੇ ਆਏ, ਈਸ਼ਰ ਜੋਤ ਜਗਤ ਮੇ ਆਏ, ਕਣਕਪੁਰੀ ਨੂੰ ਭਾਗ ਲਗਾਇਓ। ਭਾਵ ਪਿੰਡ ਘਵਿੰਡ ਨੂੰ ਭਾਗ ਲਗਾਇਆ। ਈਸ਼ਰ ਜੋਤ ਜਗਤ ਮੇ ਆਏ, ਪ੍ਰਗਟ ਹੋ ਨਿਰੰਕਾਰ ਨਿਹ ਕਲੰਕ ਖਵਾਇਓ। ਕਿੰਨੇ ਪ੍ਰਮਾਣ ਆ ਬਾਣੀ ਦੇ ਵਿੱਚ ਕਿ ਈਸ਼ਰ ਜੋਤ ਹੀ ਨਿਰੰਕਾਰ ਆ। ਜੇ ਆਪਾਂ ਕਹੀਏ ਨਿਰੰਕਾਰ ਨੂੰ ਮੰਨਦੇ, ਨਿਰੰਕਾਰ ਆ। ਈਸ਼ਰ ਜੋਤ, ਜੋਤ ਨੇ ਹੀ ਨਿਰੰਕਾਰ ਖਵਾਇਆ, ਜੋਤ ਹੀ ਈਸ਼ਰ ਖਵਾਇਆ। ਔਰ ਈਸ਼ਰ ਜੋਤ ਜਗਤ ਮੇ ਆਏ, ਪ੍ਰਗਟ ਹੋ ਨਿਰੰਕਾਰ ਨਿਹ ਕਲੰਕ ਅਖਵਾਇਓ। ਨਿਰੰਕਾਰ ਨੇ ਨਿਹ ਕਲੰਕ ਅਖਵਾਇਆ। ਈਸ਼ਰ ਜੋਤ ਜਗਤ ਮੇ ਆਏ, ਈਸ਼ਰ ਜੋਤ ਜਗਤ ਮੇ ਆਏ, ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ। ਜਿਹਦੀ ਅਸੀਂ ਜੈ ਕਰਦੇ, ਨਾਮ ਧਰਾਇਆ ਤੇ ਨਾਮ ਸਾਨੂੰ ਜਪਣ ਵਾਸਤੇ ਮਿਲਿਆ। ਔਰ 26 ਪੋਹ ਨੂੰ ਜਿਹੜਾ ਨਾਮ ਦਿੱਤਾ, ਉਹਦੇ ਪਰਥਾਏ ਲਿਖਤਾਂ ਹੋਰ ਨੇ, ਉਹ ਵੀ ਸਾਂਝੀਆਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਕਿ 26 ਪੋਹ ਨੂੰ ਜਿਹੜਾ ਦੇਹ ਛੱਡ ਕੇ ਮਹਾਰਾਜ ਨਾਲ ਜੋ ਸਰੂਪ ਹੋ ਕੇ ਕਿਸ ਤਰ੍ਹਾਂ ਨਾਮ ਦਾਤ ਦਿੱਤੀ, ਕਿੱਦਾਂ ਖੇਲ ਖੇਲਿਆ, ਨਿਰਗੁਣ ਧਾਰ ਹੋ ਗਿਆ। ਜੇ ਆਪਾਂ ਨਿਰਗੁਣ ਸਰਗੁਣ ਧਾਰ ਦਾ ਜਿਹੜਾ ਖੇਲ ਹੈ, ਉਹ ਕਣਕਪੁਰੀ ਤੱਕ ਆਪਾਂ ਜੇ ਬਚਨ ਸਾਂਝੇ ਕਰ ਰਹੇ ਹਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਹਰ ਸੰਗਤ ਜੀਓ ਨਿਰਗੁਣ ਸਰਗੁਣ, ਸਰਗੁਣ ਨਿਰਗੁਣ ਖੇਲ ਖੇਲਿਆ। 20 21 ਹਰ ਜਗਦੀਸ਼ਾ ਸ਼ਬਦ ਫੋਟੋ ਤੇ ਵੀ ਆਉਂਦਾ। ਇਹ ਵੀ ਅੰਕ ਸਮਝਣ ਦੀ ਲੋੜ ਹੈ। 2 0 2 1 ਦਾ ਜਿਹੜਾ ਖੇਲ ਹੈ, ਇਹ ਵੀ ਸਾਨੂੰ ਸਮਝਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਮਹਾਰਾਜ ਇਹਨਾਂ ਅੰਕਾਂ ਦੇ ਵਿੱਚ ਖੇਲ ਖੇਲਦੇ ਹਨ। 2 0 2 1 ਦੇ ਨਾਲ ਕਿਦਾਂ ਖੇਲ ਖੇਲਦੇ ਹਨ। ਸੋ ਹਰ ਸੰਗਤ ਜੀਓ ਨਿਰਗੁਣ ਸਰਗੁਣ, ਸਰਗੁਣ ਨਿਰਗੁਣ ਮਹਾਰਾਜ ਸ਼ੇਰ ਸਿੰਘ ਨੇ ਸਾਰਾ ਖੇਲ ਖੇਲਿਆ। ਈਸ਼ਰ ਜੋਤ ਭਗਤਾਂ ਦੀ ਲੱਜਿਆ ਰੱਖਣ ਵਾਸਤੇ ਆਏ ਆ। ਔਰ ਅਨੇਕ ਨਾਮ ਰੱਖਦੀ ਆ ਈਸ਼ਰ ਜੋਤ, ਭਗਤਾਂ ਦੀ ਲੱਜਿਆ ਰੱਖਣ ਵਾਸਤੇ ਪਿੱਛੇ ਜਿਹੜੇ ਨਾਮ ਰੱਖੇ ਆ। ਹੁਣ ਈਸ਼ਰ ਜੋਤ ਆਈ ਤੇ ਕਲਯੁਗ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਨਾਮ ਰੱਖਿਆ, ਲੇਕਿਨ ਸਤਯੁਗ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਧਰੂ ਭਗਤ ਨੂੰ ਉਤਾਰਿਆ ਈਸ਼ਰ ਜੋਤ ਨੇ। ਪ੍ਰਹਲਾਦ ਦੀ ਲੱਜਿਆ ਰੱਖੀ ਈਸ਼ਰ ਜੋਤ ਨੇ, ਜਗਤ ਚਾਹੀ ਪ੍ਰਹਲਾਦ ਦੀ ਲੱਜਿਆ ਰੱਖੀ, ਨਰ ਨਰੈਣ ਅਖਵਾਇਓ। ਔਰ ਪ੍ਰਹਲਾਦ ਭਗਤ ਦਾ ਜਿਹੜਾ ਜਾਮਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਸਾਹਿਬਜ਼ਾਦਾ ਬਾਬਾ ਦਲੀਪ ਸਿੰਘ ਜੀ ਦਾ ਜਿਹੜਾ ਉਹ ਜਾਮਾ ਪ੍ਰਹਲਾਦ ਭਗਤ ਦਾ ਹੈ। ਔਰ ਪ੍ਰਹਲਾਦ ਭਗਤ ਦੇ ਜਿਹੜੇ ਕਸ਼ਟ ਕੱਟੇ ਸੀ, ਸੰਕਟ ਕੱਟੇ ਸੀ। ਆਪਾਂ ਹੁਣ ਸਮਾਪਤੀ ਕਰੀਏ, ਮੈਂ ਸਮਾਂ ਅੱਗੇ ਕਾਫੀ ਲੱਗੇ। ਇਹ ਲਿਖਤ ਫੇਰ ਪੜਾਂਗੇ ਆਪਾਂ, ਕੁਛ ਲਿਖਤ ਮੇਰੇ ਤੋਂ ਪੜੀ। ਈਸ਼ਰ ਕਹੀਏ, ਨਿਰੰਕਾਰ ਕਹੀਏ, ਨਿਰਗੁਣ ਕਹੀਏ, ਨਿਕਲੰਕ ਕਹੀਏ, ਸਰਗੁਣ ਕਹੀਏ, ਸਰਗੁਣ ਸ਼ੇਰ ਸਿੰਘ ਮਹਾਰਾਜ ਸ਼ੇਰ ਸਿੰਘ ਕਹੀਏ, ਵਿਸ਼ਨੂੰ ਭਗਵਾਨ ਕਹੀਏ ਇਹਨਾਂ ਨੂੰ। ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹੀਏ, ਜਿਹੜੇ ਮਰਜ਼ੀ ਨਾਮ ਨਾਲ ਆਪਾਂ ਪੁਕਾਰ ਲਈਏ, ਹੈ ਉਹ ਇੱਕ ਹੀ ਆ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ। ਇੱਕ ਹੀ ਆ, ਵੱਖ-ਵੱਖ ਨਾਮ ਹੈ। ਵਿਸ਼ਨੂੰ ਭਗਵਾਨ ਦਾ ਵੇਰਵਾ ਵੀ ਆ ਗਿਆ, ਜਿਹੜੇ ਸਿੱਖ ਬਚਨ ਕਰਦੇ ਕਿ ਪਹਿਲਾਂ ਉਹ ਇਕੱਲਾ ਸ਼ੇਰ ਸਿੰਘ ਸੀ, ਫਿਰ ਵਿਸ਼ਨੂੰ ਭਗਵਾਨ ਬਣ ਗਿਆ। ਇਹ ਅਧੂਰੀ ਗੱਲ ਹੈ। ਬਾਣੀ ਦੇ ਵਿੱਚ ਦੱਸਿਆ ਕਿ ਸਾਲ 56 ਕਰਕੇ ਵੀ ਲੇਖ ਚੱਲਦਾ, ਸਾਲ 56 52 ਕਰਕੇ ਵੀ ਲੇਖ ਚੱਲਦਾ ਕਿ ਮਾਤ ਲੋਕ ਦੇ ਵਿੱਚ ਦੇਹ ਪ੍ਰਗਟਾਈ। ਮੈਂ ਵਿਸ਼ਨੂੰ ਭਗਵਾਨ ਨੇ ਦੇਹ ਪ੍ਰਗਟਾਈ ਆ, ਮਣੀ ਸਿੰਘ ਨੂੰ ਦਰਸ਼ਨ ਦਿਖਾਇਆ। ਫਿਰ ਬਚਨ ਚੱਲ ਰਿਹਾ
ਪੰਚਮ ਜੇਠ ਰਾਮਗੜੀਆਂ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਜਗਾਈ। ਸਿਰਫ ਪੰਕਤੀ ਸਮਝ ਚ ਨਹੀਂ ਆ ਰਹੀ ਸਿੱਖਾਂ ਨੂੰ ਜਿਹੜੀ ਬੋਲਦੇ ਕਿ ਪਹਿਲੋਂ ਸ਼ੇਰ ਸਿੰਘ ਸੀ ਫਿਰ ਵਿਸ਼ਨੂੰ ਭਗਵਾਨ ਬਣ ਗਿਆ। ਉਹ ਸਿਰਫ ਸਮਝਣ ਦੀ ਲੋੜ ਹੈ ਕਿ ਉੱਥੇ ਗੱਲ ਕੀ ਕੀਤੀ ਤੇ ਕੀ ਕੀਤੀ ਹੈ, ਕੀ ਕਿਹਾ ਹੈ ਉਸ ਪੰਕਤੀ ਦੇ ਵਿੱਚ। ਸੋ ਹਰ ਸੰਗਤ ਜੀਓ, ਆਪਾਂ ਬਾਣੀ ਨੂੰ ਵਿਚਾਰਿਆ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਲਾ ਵਿਸ਼ਨੂੰ ਭਗਵਾਨ, ਸ਼ੇਰ ਸਿੰਘ ਨਿਹ ਕਲੰਕ, ਸ਼ੇਰ ਸਿੰਘ ਮਹਾਰਾਜ ਈਸ਼ਰ, ਮਹਾਰਾਜ ਸ਼ੇਰ ਸਿੰਘ ਪ੍ਰਭੂ ਪਾਰ ਬ੍ਰਹਮ, ਪ੍ਰਭੂ ਪਾਰ ਬ੍ਰਹਮ। ਕਿਤਨੇ ਨਾਮ ਲਈਏ ਜਿਹੜੇ ਬਾਣੀ ਚ ਆਏ, ਕਿੰਨੇ ਨਾਮ ਲਈਏ ਇਹਨਾਂ ਦੇ? ਬੜੀ ਸੌਖੀ ਸਰਲ ਬਾਣੀ ਸਾਨੂੰ ਦੱਸੀ ਕਿ ਕਿੰਨੇ ਨਾਮ ਲਈਏ। ਪਰਮੇਸ਼ਰ, ਪੂਰਨ ਪਰਮੇਸ਼ਰ ਜੇ ਕਹਿੰਦੇ ਆ ਤੇ ਮਹਾਰਾਜ ਸ਼ੇਰ ਸਿੰਘ ਦੇ, ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ ਅਵਤਾਰ ਨਰ ਆਇਆ। ਮੈਂ ਹੀ ਪੂਰਨ ਪਰਮੇਸ਼ਰ ਹਾਂ, ਮਹਾਰਾਜ ਸ਼ੇਰ ਸਿੰਘ ਕਹਿ ਰਿਹਾ, ਮੈਂ ਹੀ ਆਇਆ ਨਰ ਅਵਤਾਰ ਆਇਆ। ਸੋ ਨੇਕ ਕਲੰਕ ਕਹੀਏ, ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹੀਏ ਅਵਤਾਰ 24 ਤੇ ਉਹ ਵੀ ਮਹਾਰਾਜ ਸ਼ੇਰ ਸਿੰਘ ਜੀ ਦਾ। ਇਹਨਾਂ ਦੇ ਨਾਮ ਹੈ ਇੰਨਾ ਲੰਬਾ ਜੇ ਅਗਰ ਲੈਨੇ, ਜੇ ਅਸੀਂ ਜੋਤੀ ਜੋਤ ਸਰੂਪ ਹਰ ਕਹਿੰਦੇ ਆ, ਜੋਤੀ ਜੋਤ ਸਰੂਪ ਹਰ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹਿੰਦੇ ਆ ਤੇ ਉਹ ਵੀ ਅਸੀਂ ਇਹਨਾਂ ਨੂੰ ਜਪ ਰਹੇ। ਇਹਨਾਂ ਦਾ ਨਾਮ ਹੈ ਜੋਤੀ ਜੋਤ ਸਰੂਪ ਹਰ। ਜੋਤੀ ਆਤਮਾ ਜੋਤ ਪ੍ਰਮਾਤਮਾ, ਸਰਬ ਆਤਮਾ ਦਾ ਪ੍ਰਮਾਤਮਾ ਜੋਤ ਸਰੂਪ ਹੈ, ਜਿਸ ਦੀ ਅਸੀਂ ਜੈ ਕਰਦੇ ਹਾਂ। ਔਰ ਉਹੀ ਮਹਾਰਾਜ ਸ਼ੇਰ ਸਿੰਘ ਕਨਕਪੁਰ ਵਾਸੀ ਆ, ਉਹਨਾਂ ਦੀ ਵੀ ਜੈ ਕਰਦੇ ਹਾਂ। ਉਹ ਨਿਰਗੁਣ ਵੀ ਆ, ਉਹ ਸਰਗੁਣ ਵੀ ਆ ਤੇ ਨਿਰਗੁਣ ਵੀ ਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਰੀ ਖੇਲ ਮਹਾਰਾਜ ਸ਼ੇਰ ਸਿੰਘ ਜੀ ਦੀ ਹੈ, ਜਿੰਨੀ ਇਹ ਖੇਲ ਹੈ। ਹੁਣ ਆਪਣੀ ਆਪ ਕਿਰਪਾ ਕਰਦੇ ਨੇ। ਜਦ ਬਾਣੀ ਵਿੱਚ ਮੋਹਰ ਲੱਗੀ ਤੇ ਪਾਤਸ਼ਾਹ ਕਹਿੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ। ਇਹ ਦੇਹ ਛੱਡ ਕੇ ਜੋਤ ਸਰੂਪ ਹੋ ਕੇ ਮੋਹਰ ਲਾਈ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ। ਜੋਤੀ ਜੋਤ ਸਰੂਪ ਹਰ ਮਹਾਰਾਜ ਸ਼ੇਰ ਸਿੰਘ ਆਪਣੀ ਕਿਰਪਾ ਆਪ ਕਰਦੇ ਨੇ। ਜੋਤੀ ਜੋਤ ਸਰੂਪ ਹਰ ਲੋਕ ਮਾਤ ਹਰ ਜੋਤ ਧਰ। ਆਪਣੀ ਜੋਤ ਆਪ ਧਰ ਲੋਕ ਮਾਤ ਦੇ ਉੱਪਰ। ਇੱਥੇ ਲੋਕ ਮਾਤ ਦੇ ਉੱਪਰ ਆਪਣੀ ਜੋਤ ਆਪ ਧਰੀ ਆ। ਕਿਸੇ ਦੇ ਹੁਕਮ ਦੇ ਵਿੱਚ ਬੱਧੇ ਨਹੀਂ ਆਏ, ਕਿਸੇ ਦੇ ਹੁਕਮ ਦੇ ਵਿੱਚ ਨਹੀਂ। ਆਪੇ ਆਵੇ, ਆਪੇ ਜਾਵੇ, ਆਪੇ ਆਇਆ, ਆਪੇ ਗਿਆ, ਆਪੇ ਫਿਰ ਮੁੜ ਕੇ ਆਇਆ। ਆਵਣ ਜਾਵਣ ਇੱਕ ਖੇਲ ਰਚਾਇਆ। ਆਪੇ ਦੇ ਧਾਰੀ, ਆਪੇ ਦੇ ਛੱਡੇ। ਆਪੇ ਆਵੇ, ਨਾਮ ਰਖਾਵੇ, ਨਾਮ ਜਪਾਵੇ। ਖੰਡ ਬ੍ਰਹਿਮੰਡ ਗਗਨ ਗਗਨ ਅੰਤਰ ਦੇ ਵਿੱਚ ਜੋਤ ਸਰੂਪ ਰਹਾਵੇ। ਬਾਣੀ ਚੱਲਦੀ ਆ। ਸਾਡੇ ਅੰਦਰ ਜੋਤ ਸਰੂਪ ਦਾ ਵਾਸਾ ਨੇਕ ਕਲੰਕ ਦਾ। ਨੇਕ ਕਲੰਕ ਸਾਡੇ ਅੰਦਰ ਆ, ਜੋਤ ਸਰੂਪ। ਲੇਕਿਨ ਜਿਹੜਾ ਸਾਡੇ ਅੰਦਰ ਆ, ਜਿਹੜਾ ਸਾਡੇ ਅੰਦਰ ਨਿਰਗੁਣ ਧਾਰ ਆ, ਜੋ ਸਾਡੇ ਅੰਦਰ ਆ ਉਹ ਬਾਹਰ ਵੀ ਆ। ਨੇਕ ਕਲੰਕ ਸਾਡੇ ਅੰਦਰ ਵੀ ਆ, ਬਾਹਰ ਵੀ ਆ, ਗੁਪਤ ਵੀ ਆ, ਜ਼ਾਹਰ ਵੀ ਆ। ਨੇਕ ਕਲੰਕ ਸਾਡੇ ਨਾਲ ਆ, ਅੰਦਰ ਵੀ ਆ, ਬਾਹਰ ਵੀ ਆ, ਸਾਰੇ ਪਾਸੇ ਨੇਕ ਕਲੰਕ ਆ। ਅੰਦਰੋਂ ਖੋਜਣਾ ਨੇਕ ਕਲੰਕ ਨੂੰ ਬੜਾ ਪੈਂਡਾ ਦੂਰ ਦਾ ਹੈ। ਬਖਸ਼ਿਸ਼ ਤੋਂ ਬਿਨਾ ਬਜਰ ਕਪਾਟੀ ਜਿਹੜੀ ਆ, ਜਿਹੜਾ 10ਵਾਂ ਦਰਵਾਜ਼ਾ ਬਖਸ਼ਿਸ਼ ਤੋਂ ਬਿਨਾ ਨਹੀਂ ਖੁੱਲਦਾ। ਤੇ ਉਹਨੇ ਸੌਖਾ ਕੰਮ ਕੀਤਾ ਕਿ ਮੈਂ ਤੈਨੂੰ ਆ ਕੇ ਮਿਲਿਆ। ਹੁਣ ਮੈਂ ਅੰਤਮ ਦੇ ਵਿੱਚ ਇੱਕ ਵਚਨ ਸਾਂਝਾ ਕਰਨਾ ਕਿ ਆਪਾਂ ਜਿਹੜੀ ਬਾਣੀ ਲਈ ਹੈ, ਜੋ ਜੋ ਬਾਣੀ ਦੇ ਵਿੱਚ ਵੇਰਵਾ ਆਇਆ, ਆਪਾਂ ਉਹੀ ਵਚਨ ਸਾਂਝਾ ਕੀਤਾ। ਜਿਸ ਤਰ੍ਹਾਂ ਮਹਾਰਾਜ ਦਾ ਨਾਮ ਆਇਆ ਉਸ ਤਰ੍ਹਾਂ ਆਪਾਂ ਵਚਨ ਸਾਂਝੇ ਕੀਤੇ। ਮਹਾਰਾਜ ਹੁਣਾਂ ਦੇ ਸਰੂਪ ਆ ਹਰ ਸੰਗਤ ਜੀਓ। ਸਿੰਘਾਸਨ ਦੀ ਇਹ ਮਰਿਆਦਾ ਹੈ ਆਪਣੀ। ਕੋਈ ਵੀ ਇਹਦੇ ਵਿੱਚ ਦੋ ਰਹਿ ਨਹੀਂ। ਦੋਨਾਂ ਸਰੂਪਾਂ ਦਾ ਸਤਿਕਾਰ ਆਪਾਂ ਕਰਨਾ ਹੈ। ਇਹ ਹੋਣਾ ਹੈ ਔਰ ਹੋ ਕੇ ਰਹਿਣਾ ਹੈ। ਇਹ ਹੋਣਾ ਹੈ, ਇਹ ਤੁਹਾਡੀ ਆਪਣੀ ਇੱਕ ਮਰਿਆਦਾ ਹੈ ਨੇਕ ਕਲੰਕ ਅਵਤਾਰ ਦੀ। ਔਰ ਇਹ ਵੱਖਰੀ ਮਰਿਆਦਾ ਹੈ ਜਗਤ ਦੇ ਨਾਲੋਂ ਕਿ ਦੋਨਾਂ ਸਰੂਪਾਂ ਦਾ ਆਪਾਂ ਸਤਿਕਾਰ ਕਰਨਾ ਹੈ। ਇਹ ਭਗਤ ਜਨ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ। ਆਦਰ ਮਾਣ ਸਤਿਕਾਰ ਕਰਨਾ, ਬਾਣੀ ਨੂੰ ਪੜ੍ਹਨਾ, ਵਿਚਾਰਨਾ। ਕੋਸ਼ਿਸ਼ ਕਰੀਏ ਕਿ ਚੱਲ ਵੀ ਸਕੀਏ। ਦਇਆ ਮੇਰ ਸੱਚੇ ਪਾਤਸ਼ਾਹ ਤੋਂ ਆਪਾਂ ਮੰਗਣੀ ਹੈ। ਸਿੱਖ ਉਹ ਹੈ ਜਿਹੜਾ ਗੁਰੂ ਦੀ ਨਿੰਦਿਆ ਨਹੀਂ ਕਰਦਾ। ਜਿਹੜਾ ਨਿੰਦਿਆ ਕਰਨ ਤੇ ਆ ਗਿਆ ਉਹ ਸਿੱਖ ਨਹੀਂ ਰਿਹਾ। ਤੇ ਸਿੱਖ ਦਾ ਗੁਰੂ ਉਹ ਨਹੀਂ ਰਿਹਾ ਜਿਹਦਾ ਨਿੰਦਿਆ ਕਰ ਦਿੱਤਾ। ਜਰਾ ਧਿਆਨ ਨਾਲ ਸੁਣਿਓ। ਆਮ ਨਿੰਦਿਆ ਚੱਲਦੀ ਹੈ। ਪਾਤਸ਼ਾਹ ਕਹਿੰਦੇ ਸਾਨੂੰ, ਬਾਣੀ ਚ ਮਹਾਰਾਜ ਕਹਿੰਦੇ ਕਿ ਸਾਨੂੰ ਤਾਂ ਬੇਮੁਖ ਗਾਲਾਂ ਵੀ ਕੱਢਦੇ ਆ। 4 ਨੰਬਰ ਗ੍ਰੰਥ ਕਿ ਸਾਨੂੰ ਬੇਮੁਖ ਗਾਲਾਂ ਕੱਢਦੇ ਆ। ਮਹਾਰਾਜ ਸ਼ੇਰ ਸਿੰਘ ਕਹਿੰਦੇ ਸਾਨੂੰ ਬੇਮੁਖ ਗਾਲਾਂ ਕੱਢਦੇ, ਪਰ ਉਹਨਾਂ ਦੇ 32 ਦੰਦ ਮੈਂ ਤੋੜਦਾ ਅੰਤਮ ਵੇਲੇ। ਇਹ ਹਾਲ ਮੈਂ ਉਹਨਾਂ ਦਾ ਕਰਦਾ। ਭੈ ਭਿਆਨਕ ਦੇ ਸਮੇਂ ਮੈਂ ਜਦੋਂ ਆਉਣਾ, ਮੈਂ ਦੰਦ ਭੰਨਦਾ ਉਹਨਾਂ ਦੇ, ਮੈਂ ਛੱਡਦਾ ਨਹੀਂ ਉਹਨਾਂ ਨੂੰ। ਜਿਹੜੇ ਦੰਦਾਂ 'ਚ ਮੇਰੀ ਨਿੰਦਿਆ ਕਰਦੇ ਆ,
ਜਿੱਥੋਂ ਮੈਨੂੰ ਮਾੜਾ ਕਹਿੰਦੇ ਆ ਉਹ ਵੀ ਭੰਨ ਸੁੱਟਦਾ ਬਾਣੀ ਦੇ ਵਿੱਚ। ਜਿਹੜਾ ਨਿੰਦਿਆ ਕਰੂਗਾ ਜੀ ਉਹਦਾ ਫਲ ਵੈਸਾ ਹੀ ਮਿਲਣਾ। ਉਸਤਤ ਵਡਿਆਈ ਕਰਾਂਗੇ ਸਾਨੂੰ ਫਲ ਉਹ ਮਿਲੂਗਾ, ਚੰਗਾ ਮਿਲੂਗਾ। ਸਾਡਾ ਜਿਹੜਾ ਆ ਜੀਵਨ ਉਜਵਲ ਹੋ ਜਾਊ। ਜੇ ਨਿੰਦਿਆ ਕਰੂਗਾ ਤੇ ਉਹ ਜਿਹੜਾ ਭਾਰ ਸਿਰ ਦੇ ਉੱਪਰ ਚੜ੍ਹਨਾ, ਉਹ ਫਿਰ ਕਿਸੇ ਨੇ ਭਾਰ ਜਿਹੜਾ ਆ ਉਹ ਲਾਉਣਾ ਨਹੀਂਗਾ। ਤੇ ਨਿੰਦਕ ਦੁਸ਼ਟ ਆ, ਨਿੰਦਕ ਦੁਸ਼ਟ ਆ, ਦੁਰਾਚਾਰੀ ਆ, ਸੰਤਕਾ ਨਿੰਦਕ ਹਥਿਆਰਾ। ਤੇ ਜੇ ਸਾਰਿਆਂ ਤੋਂ ਵੱਡੇ ਦੀ ਕੋਈ ਨਿੰਦਿਆ ਕਰੇ ਤੇ ਉਹਦਾ ਹਾਲ ਕੀ ਹੋਣਾ, ਉਹਨੂੰ ਕੀ ਕਵਾਂਗੇ ਆਪਾਂ। ਸਾਰਿਆਂ ਤੋਂ ਵੱਡੇ ਦਾ ਇੱਥੇ ਬਚਨ ਆਉਂਦਾ ਹੈ ਮਹਾਰਾਜ ਸ਼ੇਰ ਸਿੰਘ। ਸੋ ਵੱਡਾ ਆਪ ਮਹਾਰਾਜ ਸ਼ੇਰ ਸਿੰਘ ਜਿਨ ਸ੍ਰਿਸ਼ਟ ਸਾਜੀ। ਉਹ ਵੱਡਾ ਸਭ ਤੋਂ ਜਿਹੜਾ ਨਿੰਦਿਆ ਕਰੂਗਾ ਉਹਦਾ ਸਤਿਕਾਰਾ ਨਹੀਂ ਹੋਣਾ, ਸਜ਼ਾ ਅਵਸ਼ ਹੈ। ਜੇ ਸੋਹੰਗ ਸ਼ਬਦ ਨੂੰ ਜਪਦੇ ਆ, ਉਹਦੇ ਨਾਲ ਜੁੜਦੇ ਆ ਤੇ ਸਾਡੇ ਤੇ ਬਖਸ਼ਿਸ਼ਾਂ ਨੇ। ਤੇ ਜੇ ਟੁੱਟਦੇ ਆ ਜਿਹੜੇ ਜਾਂ ਨਿੰਦਿਆ ਕਰਦੇ ਆ ਤੇ ਉਹਨਾਂ ਦਾ ਹਾਲ ਵੀ ਮਾੜਾ ਹੋਣਾ ਆ। 18 ਤੋਂ 28 ਕੁੰਡ ਨਿੰਦਕ ਜਿਹੜੇ ਨੇ ਦੁਸ਼ਟ ਨੇ, ਦੁਰਾਚਾਰੀ, ਉਹ ਨਰਕ ਕੁੰਡ ਮੇ ਅਗਨ ਮੇ ਸੜਨਗੇ, ਜਲਣਗੇ। ਜਮਾਂ ਦੇ ਲਿਖਤ ਆਉਂਦੀ ਹੈ। ਇਹ ਕੋਈ ਕਹਾਣੀਆਂ ਨਹੀਂ ਪੁਰਾਤਨ ਬਾਣੀਆਂ ਚ ਕਿ ਐਵੇਂ ਲਿਖਿਆ ਹੈ ਕਿ ਨਰਕ ਸਵਰਗ ਹੈ ਹੀ ਨਹੀਂ ਤੇ ਲਿਖ ਦਿੱਤੇ। ਨਰਕ ਵੀ ਹੈ, ਸਵਰਗ ਵੀ ਹੈ। ਨਰਕ ਵੀ ਹੈ, ਸਵਰਗ ਵੀ ਹੈ, ਜਮਦੂਤ ਵੀ ਹਨ, ਦੇਵਤੇ ਵੀ ਹਨ, ਔਰ ਜਿਹੜੇ ਜਮ ਵੀ ਹਨ। ਇਹ ਸਾਰੀ ਰਚਨਾ ਹੈ ਬਾਣੀ ਦੇ ਵਿੱਚ। ਔਰ ਅਗਰ ਮਹਾਰਾਜ ਕਹਿ ਕੇ ਨਿੰਦਿਆ ਜਿਨ੍ਹਾਂ ਨੇ ਮੇਰੀ ਕੀਤੀ ਪ੍ਰੇਤ ਜੂਨ ਉਹਨਾਂ ਨੂੰ ਦਿੱਤੀ। ਏਦਾਂ ਕਰਕੇ ਲਿਖਤ ਚੱਲਦੀ ਮੇਰੇ 1 ਨੰਬਰ ਗ੍ਰੰਥ ਵਿੱਚ। ਨਿੰਦਿਆ ਜਿਨ੍ਹਾਂ ਨੇ ਮੇਰੀ ਕੀਤੀ ਪ੍ਰੇਤ ਜੂਨ ਉਹਨਾਂ ਦੀ ਕੀਤੀ, ਉਹਨਾਂ ਨੂੰ ਦਿੱਤੀ। ਕਿਹਦੀ ਨਿੰਦਿਆ ਕੀਤੀ? ਮਹਾਰਾਜ ਸ਼ੇਰ ਸਿੰਘ ਜੀ ਦੀ, ਜਿਹੜੇ ਨਿੰਦਿਆ ਕਰਦੇ। ਤੇ ਜਦੋਂ ਇਹ ਕਹਿ ਦੇਣਾ, ਕੋਈ ਵੀ ਕਹਿ ਦੇਵੇ ਕਿ ਅਸੀਂ ਤਾਂ ਜਾਣਦੇ ਨਹੀਂ ਇਹਨੂੰ ਮਹਾਰਾਜ ਸ਼ੇਰ ਸਿੰਘ ਨੂੰ, ਤੇ ਉਹ ਨਿੰਦਿਆ ਹੀ ਹੈ। ਆਪਣੇ ਬਣਾਉਣ ਵਾਲੇ ਨੂੰ, ਮਾਤ ਪਿਤ ਨੂੰ ਨਹੀਂ ਜਿਹੜਾ ਜਾਣਦਾ, ਇਸ ਤੋਂ ਵੱਡਾ ਮਾੜਾ ਕਰਮ ਹੋਰ ਕੀ ਹੋਊਗਾ ਜੀਵ ਦਾ। ਉੱਤੇ ਇਸ ਤੋਂ ਵੱਡਾ ਮਾੜਾ ਕਰਮ ਉਸਦਾ ਕੀ ਆ ਜਿਹੜਾ ਆਪਣੇ ਬਣਾਉਣ ਵਾਲੇ ਨੂੰ, ਰਚਨਾ ਵਾਲੇ ਨੂੰ ਕਹਿੰਦਾ ਕਿ ਮੈਂ ਤੈਨੂੰ ਜਾਣਦਾ ਨਹੀਂ, ਮੈਂ ਤੇ ਇਹਨੂੰ ਮੰਨਦਾ ਨਹੀਂ। ਉਹਨੂੰ ਕੋਈ ਫਰਕ ਨਹੀਂਗਾ ਜਿਹਦੀ ਆਪਾਂ ਗੱਲ ਕਰ ਰਹੇ ਇੱਥੇ, ਜਿਹਦੀ ਆਪਾਂ ਗੱਲ ਕਰ ਰਹੇ ਆ ਉਹਨੂੰ ਕੋਈ ਫਰਕ ਨਹੀਂਗਾ। ਕੋਈ ਵੀ ਨਾ ਮੰਨੇ, ਇੱਕ ਇਕੱਲਾ ਸੋਭਾ ਪਾਉਂਦਾ, ਕੋਈ ਫਰਕ ਨਹੀਂਗਾ। ਮੰਨ ਲਵਾਂਗੇ ਤੇ ਸਾਡਾ ਹੀ ਲਾਭ, ਨਹੀਂ ਮੰਨਾਂਗੇ ਤੇ ਸਾਡਾ ਹੀ ਨੁਕਸਾਨ ਹੈ। ਉਹ ਆਪਾਂ ਫੈਸਲਾ ਕਰਨਾ। ਆਪਾਂ ਵੀ ਫੈਸਲਾ ਕੀ ਕਰਨਾ? ਫੈਸਲਾ ਉਹਦੇ ਹੱਥ ਹੈ। ਮਹਾਰਾਜ ਸ਼ੇਰ ਸਿੰਘ ਨੂੰ ਉਹੀ ਮੰਨੋ ਜਿਸ ਨੂੰ ਮਹਾਰਾਜ ਸ਼ੇਰ ਸਿੰਘ ਕਹਿਣਗੇ ਤੂੰ ਮੈਨੂੰ ਮੰਨ। ਇਹ ਬਾਣੀ ਕਹਿੰਦੀ ਆ। ਕੋਈ ਨਹੀਂ ਮੰਨ ਸਕਦਾ ਹੋਰ ਆਪਣੀ ਅਕਲ ਚਤਰਾਈ ਨਾਲ। ਕੋਈ ਕਵੇ ਕਿ ਮੈਂ ਚਰਨੀ ਲੱਗ ਜਾਊਂ, ਮੈਂ ਪਾਰ ਹੋ ਜਾਊਂ, ਮੈਂ ਇਹਨਾਂ ਨੂੰ ਮੰਨ ਲਊਂ, ਨਹੀਂ। ਮਹਾਰਾਜ ਸ਼ੇਰ ਸਿੰਘ ਨੂੰ ਉਹੀ ਮੰਨ ਸਕਦਾ, ਨੇਕ ਕਲੰਕ ਅਵਤਾਰ ਨੂੰ, ਜਿਸ ਤੇ ਦਇਆ ਕਰਨਗੇ, ਆਪ ਦਇਆ ਕਰਨਗੇ ਤੇ ਫਿਰ ਜੀਵ ਇਹਨਾਂ ਨੂੰ ਮੰਨੂ। ਮਹਾਰਾਜ ਸ਼ੇਰ ਸਿੰਘ ਚਰਨ ਕਵਲ ਸੰਗ ਪ੍ਰੀਤ ਉਹ ਕਰ ਸਕਦਾ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਮੈਂ ਤੁਹਾਡੇ ਨਾਲ ਪ੍ਰੀਤ ਨਹੀਂ ਕਰਦਾ, ਤੁਸੀਂ ਮੇਰੇ ਨਾਲ ਪ੍ਰੀਤੀ ਨਹੀਂ ਕਰ ਸਕਦੇ। ਇਹ ਬਾਣੀਆਂ ਕਹਿ ਰਹੀਆਂ। ਨੀਂਦ ਨਹੀਂ ਆ ਰਹੀ ਹੋਗੇ ਜਾਪਦੇ ਕਿ ਜਿੰਨੀ ਦੇਰ ਤੱਕ ਮੈਂ ਤੁਹਾਡੇ ਨਾਲ ਪ੍ਰੀਤ ਨਹੀਂ ਪਾਉਂਦਾ, ਤੁਸੀਂ ਮੇਰੇ ਨਾਲ ਪ੍ਰੀਤ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਯਤਨ ਕਰ ਲਓ। ਹੁਣ ਇੱਥੇ ਬਚਨ ਕੀ ਨਿਕਲਿਆ ਇਹਦੇ ਵਿੱਚ? ਬਚਨ ਚੋਂ ਬਚਨ ਕੀ ਅੱਗੇ ਨਿਕਲਦਾ ਕਿ ਅਸੀਂ ਉਹਨੂੰ ਕਹੀਏ ਕਿ ਤੂੰ ਕਿਰਪਾ ਕਰ, ਸਭ ਕੁਝ ਕਰਨਾ ਹੀ ਜਦੋਂ ਤੂੰ ਆ ਤੇ ਦਇਆ ਕਰ। ਤੇ ਅਸੀਂ ਨਿਮਾਣੇ ਹੋ ਕੇ ਤੇ ਸਿਰ ਚਰਨਾਂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੀਏ ਕਿ ਸਾਡੇ ਤੇ ਦਇਆ ਕਰ, ਤਰਸ ਕਰ, ਤੂੰ ਹੀ ਸਭ ਕੁਝ ਕਰਨ ਵਾਲਾ। ਸੋ ਆਪਾਂ ਜਿਹੜੀ ਵਿਚਾਰਧਾਰਾ ਜੋ ਮਹਾਰਾਜ ਨੇ ਸਾਨੂੰ ਦਿੱਤੀ ਹੈ ਕਿ ਆਪਾਂ ਦੋਨਾਂ ਸਰੂਪਾਂ ਦਾ ਸਤਿਕਾਰ ਕਰਨਾ ਹੈ। ਮਹਾਰਾਜ ਸ਼ੇਰ ਸਿੰਘ ਦਾ ਸਰੂਪ ਹੈ, ਮਹਾਰਾਜ ਪੂਰਨ ਸਿੰਘ ਦਾ ਸਰੂਪ ਹੈ। ਬੇਸ਼ੱਕ ਆਪਾਂ ਗੱਲ ਮਹਾਰਾਜ ਪੂਰਨ ਸਿੰਘ ਜੀ ਬਾਰੇ ਘੱਟ ਕੀਤੀ ਹੈ, ਕਿਉਂਕਿ ਬਾਣੀ 'ਚ ਜਦੋਂ ਨਾਮ ਨਹੀਂ ਆ ਰਿਹਾ ਤੇ ਫਿਰ ਉਸ ਬੰਨੇ ਗੱਲ ਨਹੀਂ ਕਰ ਸਕਦੇ। ਇਸ ਚੀਜ਼ ਨੂੰ ਇਹ ਨਹੀਂ ਲੈਣਾ ਕਿ ਆਪਾਂ ਮਹਾਰਾਜ ਪੂਰਨ ਸਿੰਘ ਬਾਰੇ ਗੱਲ ਹੀ ਕੋਈ ਨਹੀਂ ਕੀਤੀ। ਲੇਕਿਨ ਜਦੋਂ ਬਾਣੀ ਦਾ ਜਿਸ ਤਰ੍ਹਾਂ ਵੀ ਪੰਕਤੀਆਂ ਜਾਂ ਜਿੱਦਾਂ ਵੀ ਬਾਣੀ ਆ ਰਹੀ ਆ, ਆਪਾਂ ਨੂੰ ਉਹੀ ਵਿਚਾਰ ਦੇਣਾ ਚਾਹੀਦਾ। ਜਿੱਥੇ ਮਹਾਰਾਜ ਪੂਰਨ ਸਿੰਘ ਜੀ ਦੀ ਬਾਣੀ ਆਊਗੀ ਉੱਥੇ ਉਹਨਾਂ ਦੀ ਬਾਣੀ ਦੇ ਉੱਪਰ ਬਚਨ ਆਪਾਂ ਕਰਾਂਗੇ ਜਦੋਂ ਮਹਾਰਾਜ ਪੂਰਨ ਸਿੰਘ ਜੀ ਦਾ ਨਾਮ ਆਊਗਾ। ਜਿੱਥੇ ਸਤਿਗੁਰੂ ਮਣੀ ਸਿੰਘ ਜੀ ਦਾ ਨਾਮ ਆਊਗਾ ਉੱਥੇ ਸਤਿਗੁਰੂ ਮਣੀ ਸਿੰਘ ਜੀ ਦੀ ਗੱਲ ਚੱਲੇਗੀ। ਜਿੱਥੇ ਜਿਹੜੇ ਸਿੱਖ ਦਾ ਨਾਮ ਆਊਗਾ ਉੱਥੇ ਉਹਦੀ ਗੱਲ ਚੱਲੂਗੀ। ਇਹ ਨਹੀਂ ਕਿ ਇੱਕ ਤਰਫਾ ਹੀ ਆਪਾਂ ਗੱਲ ਕਰਨੀ ਆ, ਕਿ ਇੱਕ ਤਰਫਾ ਹੀ ਰੱਖਣੀ ਆ, ਕਿ ਕੇਵਲ ਮਹਾਰਾਜ ਸ਼ੇਰ ਸਿੰਘ ਬਾਰੇ ਗੱਲ ਕਰਨੀ ਆ। ਮਹਾਰਾਜ ਸ਼ੇਰ ਸਿੰਘ ਦੀ ਗੱਲ ਜਿਹੜੀ ਆ, ਮੈਂ ਫੇਰ ਬਚਨ ਲੰਮੇ ਹੋ ਜਾਂਦੇ, ਪੁਰਾਣੀ ਬਾਣੀ ਪੜ੍ਹੋ, ਹੁਣ ਵਾਲੀ ਪੜ੍ਹੋ। ਮਹਾਰਾਜ ਸ਼ੇਰ ਸਿੰਘ ਜੀ ਦੀ ਹੀ ਸਾਰੀ ਗੱਲ ਹੋਈ ਆ ਪਿੱਛੇ ਵੇਦਾਂ ਦੇ ਵਿੱਚ, ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ।
ਗੀਤਾ ਦੇ ਵਿੱਚ ਸਰਬ ਜੋਤੀਆਂ ਦੀ ਜੋਤੀ ਕੌਣ ਆ? ਮਹਾਰਾਜ ਸ਼ੇਰ ਸਿੰਘ ਆ। ਗੀਤਾ ਦੇ ਵਿੱਚ ਵੀ ਗੱਲ ਹੋਈ, ਕ੍ਰਿਸ਼ਨ ਭਗਵਾਨ ਕਿਹਾ ਸਰਬ ਜੋਤੀਆਂ ਦੀ ਜੋਤੀ ਆ, ਸਾਰਿਆਂ ਨੂੰ ਪ੍ਰਕਾਸ਼ਮਾਨ ਕਰਨ ਵਾਲਾ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ। ਬਾਈਬਲ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਦੀ ਗੱਲ ਹੋਈ ਹੈ, ਪਰ ਦੱਸਿਆ ਨਹੀਂ ਕਿ ਜਿਹਦੇ ਨਾਲ ਹਜ਼ਰਤ ਮੂਸਾ ਗੱਲ ਕਰਦੇ ਜਾਂ ਹਜ਼ਰਤ ਮੂਸਾ ਨੂੰ ਜਿਸ ਨੇ ਜੋਤ ਦਾ ਪ੍ਰਕਾਸ਼ ਕੀਤਾ ਕਹਤੂਰ ਪਹਾੜ ਤੇ, ਮਹਾਰਾਜ ਸ਼ੇਰ ਸਿੰਘ ਸੀ। ਪਰਮੇਸ਼ਰ ਯਹੋਵਾ ਕਿਹਾ ਗਿਆ। ਕੁਰਾਨ ਸ਼ਰੀਫ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਜੀ ਦੀ ਗੱਲ ਹੋਈ, ਲੇਕਿਨ ਉੱਥੇ ਅੱਲਾ ਕਿਹਾ ਗਿਆ, ਖੁਦਾ ਕਿਹਾ ਗਿਆ ਕਿ ਉਹ ਅੱਲਾ ਖੁਦਾ ਜਿਹੜਾ ਆ ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਪਾਲਣਹਾਰ ਆ ਔਰ ਸਭ ਨੂੰ ਨਿਆਮਤਾਂ ਦੇ ਕੇ ਨਵਾਜਣ ਵਾਲਾ। ਲੇਕਿਨ ਇਹ ਨਹੀਂ ਸੀ ਪਤਾ ਉਹ ਅੱਲਾ ਖੁਦਾ ਜਿਹੜਾ ਉਹ ਮਹਾਰਾਜ ਸ਼ੇਰ ਸਿੰਘ ਆ। ਇਹ ਸਾਨੂੰ ਇਹਨੇ ਹੁਣ ਆ ਕੇ ਦੱਸਿਆ ਕਿ ਕੁਰਾਨ ਦੇ ਵਿੱਚ, ਕੁਰਾਨ ਸ਼ਰੀਫ ਦੇ ਵਿੱਚ ਜਿਹਨੂੰ ਅੱਲਾ ਕਿਹਾ, ਖੁਦਾ ਕਿਹਾ, ਉਹ ਮੈਂ ਸਾਂ। ਬਾਣੀਆਂ ਦੇ ਵਿੱਚ ਇਹਨਾਂ ਨੂੰ ਗਾਇਆ ਗਿਆ। ਜਿੱਦਾਂ ਆਪਾਂ ਪੜ੍ਹਦੇ ਕਲਮਾ ਇਲੱਲਾ ਯਾ ਮੁਹੰਮਦ ਰਸੂਲ ਅੱਲਾ, ਏਦਾਂ ਵੀ ਪੜ੍ਹ ਦਿੰਦੇ, ਜਾਂ ਇਲੱਲਾ ਮੁਹੰਮਦ ਰਸੂਲ ਅੱਲਾ, ਇਹ ਕਲਮਾ ਪੜ੍ਹ ਦਿੰਦੇ ਨੇ। ਔਰ ਇਹਦੇ ਵਿੱਚ ਕੀ ਆ ਕਿ ਉਹ ਅੱਲਾ ਜਿਹੜਾ ਆ ਖੁਦਾ ਜਿਹੜਾ ਉਹੀ ਸਰਬ ਸ਼ਕਤੀਮਾਨ ਔਰ ਪੂਜਣਯੋਗ ਆ, ਉਸ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਹੋਣੀ। ਮੁਹੰਮਦ ਉਸ ਖੁਦਾ ਦਾ ਭੇਜਿਆ ਮੁਹੰਮਦ ਸਾਹਿਬ ਜਿਹੜੇ ਰਸੂਲ ਆ, ਖੁਦਾ ਦਾ ਭੇਜਿਆ ਰਸੂਲ ਮੁਹੰਮਦ ਸਾਹਿਬ ਨੇ। ਔਰ ਉਹ ਅੱਲਾ ਜਿਸ ਦੇ ਬਾਰੇ ਇੱਕ ਕਲਮਾ ਪੜਿਆ ਗਿਆ, ਇਲੱਲਾ ਮੁਹੰਮਦ ਰਸੂਲ ਅੱਲਾ, ਉਹ ਮਹਾਰਾਜ ਸ਼ੇਰ ਸਿੰਘ ਸੀ। ਹੁਣ ਪਤਾ ਲੱਗਾ ਕਿ ਜਿਹਨੂੰ ਉਸ ਕਲਮੇ ਦੇ ਵਿੱਚ ਗਾਇਆ, ਕਲਮੇ ਦੇ ਵਿੱਚ ਗਾਇਆ ਗਿਆ, ਉਹ ਮਹਾਰਾਜ ਸ਼ੇਰ ਸਿੰਘ ਸੀ। ਕਿੰਨੀ ਕੁ ਕਥਾ ਤੁਹਾਨੂੰ ਦੱਸਾਂ ਮਹਾਰਾਜ ਸ਼ੇਰ ਸਿੰਘ। ਸੋ ਗੱਲ ਹੀ ਇਹਦੀ ਚੱਲੀ ਆ, ਪਿੱਛੇ ਵੀ ਹੁਣ ਚੱਲਣੀ ਆ। ਸੋ ਪਿਛਲੀਆਂ ਬਾਣੀਆਂ ਦੇ ਵਿੱਚ ਉਹ ਰਾਮ ਦਾ ਰਾਮ ਮਹਾਰਾਜ ਸ਼ੇਰ ਸਿੰਘ ਹੈ, ਜਿਸ ਨੂੰ ਏਕ ਓਂਕਾਰ ਕਿਹਾ। ਇੱਕ ਆ ਉਹਦਾ ਹੀ ਸਾਰਾ ਆਕਾਰ ਆ, ਉਹ ਏਕ ਓਂਕਾਰ ਅਸੀਂ ਇਸ ਬਾਣੀ 'ਚ ਪੜ੍ਹ ਲਿਆ, ਨਿਰੰਕਾਰ ਤੇ ਏਕ ਓਂਕਾਰ ਇੱਕ ਹੀ ਆ। ਤੇ ਉਹ ਮਹਾਰਾਜ ਸ਼ੇਰ ਸਿੰਘ ਜਾਮਾ ਪਾਇਆ। ਜਦੋਂ ਬਾਣੀ ਚੱਲਦੀ ਆ ਤੇ ਫਿਰ ਉਹ ਜਿਹੜੀ ਬਾਣੀ ਚੱਲ ਰਹੀ ਉਹੀ ਸਾਨੂੰ ਗੱਲ ਕਰਨੀ ਪੈਣੀ ਹੈ। ਇਹਦੇ ਵਿੱਚ ਕੋਈ ਇਹ ਨਾ ਸੋਚੇ ਕਿ ਇੱਕ ਹੀ ਗੱਲ ਸ਼ਾਇਦ ਕਰ ਰਹੇ ਨੇ ਮਹਾਰਾਜ ਸ਼ੇਰ ਸਿੰਘ ਦੀ, ਔਰ ਮਹਾਰਾਜ ਸ਼ੇਰ ਸਿੰਘ ਨੂੰ ਲੈ ਕੇ ਚੱਲ ਰਹੇ ਨੇ, ਮਹਾਰਾਜ ਪੂਰਨ ਸਿੰਘ ਦੀ ਗੱਲ ਨਹੀਂ ਕਰ ਰਹੇ, ਜਾਂ ਸਤਿਗੁਰੂ ਮਣੀ ਸਿੰਘ ਦੀ ਗੱਲ ਨਹੀਂ ਕਰ ਰਹੇ, ਜਾਂ ਕਿਸੇ ਹੋਰ ਦੀ ਗੱਲ ਨਹੀਂ ਕਰ ਰਹੇ। ਜਦ ਬਾਣੀ ਜਿਸ ਪ੍ਰਥਾਏ ਚੱਲ ਰਹੀ ਹੈ ਤੇ ਗੱਲ ਸਾਨੂੰ ਉਹਦੀ ਹੀ ਕਰਨੀ ਪੈਣੀ ਹੈ ਜਿਹਦੇ ਬਾਰੇ ਲਿਖਤ ਚੱਲ ਰਹੀ। ਵੇਦਾਂ ਦੇ ਵਿੱਚ ਇਹਨਾਂ ਨੂੰ ਗਾਇਆ, ਪਰ ਕਿਸੇ ਨੂੰ ਇਹ ਨਹੀਂ ਸੀ ਪਤਾ, ਵੇਦ ਪੜ੍ਹ ਕੇ ਇਹ ਨਹੀਂ ਪਤਾ ਲੱਗਾ ਕਿ ਉਹ ਮਹਾਰਾਜ ਸ਼ੇਰ ਸਿੰਘ ਹੈ ਜਿਸ ਨੂੰ ਅਸੀਂ ਗਾ ਰਹੇ ਹਾਂ। ਨਿਰਾਕਾਰ ਗਾਇਆ ਔਰ ਕਿਹਾ ਕਿ ਪ੍ਰਭੂ ਪਰਮਾਤਮਾ ਜਗਤ ਦਾ ਰਚੇਤਾ, ਜਗਤ ਦਾ ਰਚਨਹਾਰ, ਰਿਗ ਵੇਦ, ਸ਼ਾਮ ਵੇਦ, ਜੁਜਰ ਵੇਦ, ਅਥਰਵਣ ਵੇਦ, ਚੌਵਾਂ ਵੇਦਾਂ ਦੇ ਵਿੱਚ ਜਿਹਨੂੰ ਗਾਇਆ, ਚੌਵਾਂ ਵੇਦਾਂ ਦੇ ਵਿੱਚ ਜਿਸ ਦੀ ਆਰਾਧਨਾ ਹੋਈ, ਵਿਸ਼ਨੂੰ, ਬ੍ਰਹਮਾ, ਇੰਦਰ ਨੂੰ ਬਹੁਤ ਵੇਦਾਂ 'ਚ ਗਾਇਆ। ਲੇਕਿਨ ਜਦ ਸਰਵ ਸ੍ਰੇਸ਼ਟ ਤਾਕਤ ਦੀ ਗੱਲ ਚੱਲੀ ਤੇ ਉੱਥੇ ਪ੍ਰਭੂ ਪਰਮਾਤਮਾ ਪਰਮੇਸ਼ਰ ਕਰਕੇ ਗਾਇਆ। ਔਰ ਕੀ ਕਿਹਾ ਗਿਆ? ਉਹ ਸਰਬ ਅਗਨੀਆਂ ਦੀ ਅਗਨੀ, ਉਹ ਪਰਮਾਤਮਾ ਜਿਹੜਾ ਇੱਕ ਜੋਤ ਸਰੂਪ ਆ, ਇੱਕ ਆਗਿਆ, ਇੱਕ ਉਹ ਜੋਤ ਆ, ਅਗਨੀ ਆ ਇੱਕ, ਇਹ ਕਿਹਾ ਗਿਆ। ਔਰ ਉੱਥੇ ਇਹ ਨਹੀਂ ਸੀ ਦੱਸਿਆ ਵੇਦਾਂ ਦੇ ਵਿੱਚ ਕਿ ਉਹ ਮਹਾਰਾਜ ਸ਼ੇਰ ਸਿੰਘ ਹੈ। ਲੇਕਿਨ ਹੁਣ ਬਾਣੀ 'ਚ ਦੱਸਿਆ ਕਿ ਚਾਰ ਵੇਦ ਜਿਹੜੇ ਬ੍ਰਹਮੇ ਨੂੰ ਪਾਠ ਪੜਾਇਆ, ਉਹਨਾਂ ਵੇਦਾਂ ਨੇ ਸਾਨੂੰ ਗਾਇਆ ਹੈ। ਵੇਦਾਂ ਚੌਵਾਂ ਨੇ ਵੀ ਮਹਾਰਾਜ ਸ਼ੇਰ ਸਿੰਘ ਕਹਿ ਰਹੇ ਮੈਨੂੰ ਗਾਇਆ, ਵੇਦਾਂ ਚੌਵਾਂ ਨੇ ਸਾਨੂੰ ਹੀ ਗਾਇਆ, ਉਹਨਾਂ ਬਾਣੀਆਂ ਨੇ, ਵੇਦਾਂ ਨੇ ਵੀ ਮੈਨੂੰ ਗਾਇਆ। ਬੰਦ ਕਰ ਦਿੱਤਾ। ਚਲੋ ਕੋਈ ਸੁਣਿਆ ਜਦ ਧਿਆਨ, ਮੈਂ ਪੁਰਾਤਨ ਬਾਣੀ ਦੀ ਗੱਲ ਕਰ ਰਿਹਾ। ਸਭ ਤੋਂ ਪਹਿਲਾਂ ਵੇਦ ਆਏ, ਈਸ਼ਰ ਨੇ ਵੇਦ ਈਸ਼ਰ ਨੇ ਦਿੱਤੇ ਤੇ ਈਸ਼ਰ ਕਣਕਪੁਰੀ 'ਚ ਆਇਆ। ਸਾਰੀ ਲੜੀ ਨਾਲ ਲੜੀ ਜੁੜਦੀ ਹੈ ਈਸ਼ਰ ਦੀ। ਸੋ 994 ਚੌਂਕੜੀ ਬਾਅਦ ਜਿਹੜੀ ਖੇਲ ਹੋਈ। ਸੋ ਹਰ ਸੰਤ ਜੀ ਉਹਨਾਂ ਬਾਣੀਆਂ ਦੇ ਵਿੱਚ ਵੀ ਇਹਨਾਂ ਨੇ ਗਾਇਆ, ਮਹਾਰਾਜ ਸ਼ੇਰ ਸਿੰਘ ਨੂੰ ਗਾਇਆ। ਹਰ ਸੰਤ ਜੀ ਆਪਣੇ ਕਰਮ ਚੰਗੇ ਆ ਕਿ ਆਪਾਂ ਜਿਹੜਾ ਹੈ ਇਸ ਖੇਡ ਦੇ ਵਿੱਚ ਹੋਏ, ਆਪਾਂ ਨੂੰ ਉਹਨੇ ਲਿਆਂਦਾ ਹੈ, ਦਇਆ ਕਰਕੇ ਲਿਆਂਦਾ ਹੈ। ਪੁਰਾਣਾਂ ਦੇ ਵਿੱਚ ਵੀ ਗੱਲ ਜਿਹੜੀ ਆ ਈਸ਼ਰ ਦੀ ਚੱਲਦੀ ਆ। ਬਾਣੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਗੱਲ ਚੱਲੀ ਸਾਰੀ ਇਹਨਾਂ ਦੀ ਚੱਲੀ ਹੈ। ਹੁਣ ਪਤਾ ਲੱਗਾ ਕਿ ਪੁਰਾਤਨ ਬਾਣੀਆਂ ਨੇ ਗਾਇਆ ਕਿਹਨੂੰ ਸੀ, ਕਿਹਨੂੰ ਸਾਰੇ ਧਿਆਉਂਦੇ ਸੀ, ਕਿਹਨੂੰ ਸਾਰੇ ਆਪਣਾ ਇਸ਼ਟ ਮੰਨਦੇ ਸੀ, ਕਿਹੜਾ ਸਭ ਤੋਂ ਵੱਡਾ ਬਲਵਾਨ ਸੀ। ਸੋ ਅੱਲਾਹੂ ਅਕਬਰ ਕਿਹਾ ਜਦੋਂ ਨਮਾਜ਼ ਸ਼ੁਰੂ ਕਰਨ ਤੋਂ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਨੇ ਅੱਲਾਹੂ ਅਕਬਰ ਕਿਹਾ। ਅੱਲਾਹੂ ਅਕਬਰ, ਅੱਲਾਹੂ ਅਕਬਰ, ਅੱਲਾਹੂ ਅਕਬਰ, ਅੱਲਾਹੂ ਅਕਬਰ 4 ਵਾਰੀ ਕਿਹਾ ਕਿ ਉਹ ਸਭ ਤੋਂ ਵੱਡਾ, ਤੂੰ ਮਿਹਰਬਾਨ ਆ, ਸਭ ਤੋਂ ਵੱਡਾ ਆ।
ਤੇਰੇ ਵਰਗਾ ਕੋਈ ਹੋਰ ਨਹੀਂ, ਤੇ ਅਸੀਂ ਸਭ ਤੋਂ ਵੱਡੇ ਦੀ ਤੇਰੇ ਦੀ ਹੀ ਪੂਜਾ ਕਰਦੇ, ਤੈਨੂੰ ਹੀ ਮੰਨਦੇ ਆ, ਅਸੀਂ ਹੋਰ ਕਿਸੇ ਨੂੰ ਨਹੀਂ ਚਾਹੁੰਦੇ। ਤੂੰ ਮਿਹਰਬਾਨ ਆ, ਦਿਆਲੂ, ਕਿਰਪਾਲੂ, ਸਭ ਤੋਂ ਵੱਡਾ ਆ। ਇਹੀ ਕਿਹਾ ਗਿਆ ਅੱਲਾਹ ਉੱਪਰ, ਸਭ ਤੋਂ ਵੱਡਾ ਹੈ ਤੂੰ ਖੁਦਾ, ਅਸੀਂ ਤੈਨੂੰ ਮੰਨਦੇ ਹਾਂ, ਤੇਰਾ ਇਸ਼ਟ ਰੱਖਦੇ ਹਾਂ। ਤੇ ਸਭ ਤੋਂ ਵੱਡਾ ਆਇਆ ਮਹਾਰਾਜ ਸ਼ੇਰ ਸਿੰਘ, ਵੱਡਾ ਆਪ। ਕਿੰਨੇ ਕੁ ਆਪਾਂ ਇਹਨਾਂ ਦੇ ਬਚਨ ਕਰੀਏ। ਸੋ ਆਪਾਂ ਤੁਸੀਂ ਪਾਣੀ ਕੱਢ ਲਿਓ। ਇਸ ਚੀਜ਼ ਨੂੰ ਹਰ ਸੰਗਤ ਜੀ ਉਹ ਸਮਝਣਾ ਹੈ। ਟਾਈਮ ਜ਼ਿਆਦਾ ਇਸ ਕਰਕੇ ਲਾਉਣਾ ਪੈਂਦਾ ਹੈ ਕਿ ਬੜੇ ਭਰਮ ਤੇ ਭੁਲੇਖੇ ਹਨ। ਮਹਾਰਾਜ ਹੋਣਾ ਤੇ ਕੋਈ ਭਰਮ ਭੁਲੇਖਾ ਨਹੀਂ ਬਾਣੀ ਦੇ ਵਿੱਚ ਛੱਡਿਆ। ਅੱਜ ਬਾਣੀ ਨੂੰ ਆਪਾਂ ਨੂੰ ਸਾਰਿਆਂ ਨੂੰ ਪੜ੍ਹਨ ਦੀ ਲੋੜ ਹੈ। ਬਾਕੀ ਜਿਹੜਾ ਪਾਤਸ਼ਾਹ ਦਾ ਸਿੱਖ ਹੈ, ਜਿਹੜਾ ਪਾਤਸ਼ਾਹ ਦਾ ਨਾਮ ਜਪਦਾ ਹੈ, ਜਿਸ ਨੇ ਪਾਤਸ਼ਾਹ ਦਾ ਦਰਸ਼ਨ ਕੀਤਾ ਹੈ, ਉਹ ਜਿਹੜਾ ਸਿੱਖ ਹੈ ਜਨਮ ਮਰਨ ਤੋਂ ਰਹਿਤ ਹੈ। 84 ਦੇ ਵਿੱਚ ਨਹੀਂ ਹੋ ਜਾਂਦਾ, ਭੂਤ ਪ੍ਰੇਤਾਂ ਦੀਆਂ ਜੂਨੀਆਂ ਦੇ ਵਿੱਚ ਨਹੀਂ ਪੈਂਦਾ। ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੇ ਵਿੱਚ, ਸੱਚਖੰਡ ਦੇ ਵਿੱਚ ਵਾਸਾ ਹੁੰਦਾ ਹੈ। ਇਹ ਭਰਮ ਭੁਲੇਖਾ ਸਾਡੇ ਅੰਦਰ ਨਿਕਲ ਜਾਣਾ ਚਾਹੀਦਾ ਹੈ। ਪਾਤਸ਼ਾਹ ਦੇ ਨਾਮ ਦੀ ਇਹ ਵਡਿਆਈ ਹੈ, ਆਪਾਂ ਬਾਣੀ ਚੋਂ ਪੜ੍ਹ ਲਿਆ। ਸੋ ਮੇਰੇ ਭੈਣਾਂ ਤੇ ਭਰਾਓ, ਆਓ ਜਕਾਰੇ ਦਾ ਸਾਥ ਦਿਓ। ਸਮਾਂ ਮੈਂ ਕਾਫੀ ਤੁਹਾਡਾ ਲੈ ਗਿਆ, ਥੋੜੇ ਵੇਰਵੇ ਦੇਣੇ ਪਏ ਲਿਖਤ ਦੇ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਉਂ ਮੈਨੂੰ ਲਿਖਤ ਜ਼ਿਆਦਾ ਪੜ੍ਹਨੀ ਪੈਂਦੀ, ਤੁਹਾਨੂੰ ਸਾਰਾ ਪਤਾ। ਸੋ ਇਸ ਨੂੰ ਆਪਾਂ ਚਲੋ ਇਸ ਨੂੰ ਆਪਾਂ ਜਿਸ ਬਚਨ ਨੂੰ ਆਪਾਂ ਅੱਜ ਲੈ ਕੇ ਚੱਲੇ ਹਾਂ, ਆਪਾਂ ਇਹਨੂੰ ਲੈ ਕੇ ਵਿਚਾਰਨਾ ਹੈ, ਇਸ ਨੂੰ ਹਰ ਸੰਗਤ ਜੀ ਪੱਲੇ ਬੰਨਣਾ ਹੈ, ਇਸ ਸੱਚੇ ਸ਼ਬਦ ਨੂੰ। ਇਹ ਜਿਹੜਾ ਸ਼ਬਦ ਸਰਵਣ ਆਪਾਂ ਕੀਤਾ ਹੈ, ਮਹਾਰਾਜ ਜੀ ਨੇ ਕਿਹਾ, ਮਹਾਰਾਜ ਸ਼ੇਰ ਸਿੰਘ ਜੀ ਦੀ ਬਾਣੀ ਮਹਾਰਾਜ ਕਹਿੰਦੇ ਮੈਂ ਉਚਾਰ ਦਿੱਤੀ ਹੈ। ਜਿਹੜਾ ਇਸ ਮੇਰੀ ਬਾਣੀ ਨੂੰ, ਮਹਾਰਾਜ ਸ਼ੇਰ ਸਿੰਘ ਜੀ ਦੱਸਦੇ ਸਾਨੂੰ ਬਾਣੀ 'ਚ, ਜਿਹੜਾ ਇਸ ਮੇਰੀ ਬਾਣੀ ਨੂੰ ਪੜ੍ਹਦਾ ਆ ਤੇ ਸੁਣਦਾ ਆ, ਉਹ ਉਤਰੇ ਪਾਰ। ਸਮਝਿਓ ਜਰਾ ਇਸ ਬਚਨ ਨੂੰ। ਮਹਾਰਾਜ ਨੇ ਕੀ ਕਿਹਾ ਕਿ ਜਿਹੜੀ ਬਾਣੀ ਆਪਾਂ ਪੜ੍ਹੀ ਆ, ਹੁਣ ਫਿਰ ਗ੍ਰੰਥ ਚੋਂ ਵੀ ਪੜਾਂਗੇ ਥੋੜੀ ਬਾਣੀ। ਕੁਛ ਬਾਣੀ ਆਪਾਂ ਪੜ੍ਹੀ ਆ, ਸੋਹਗ ਸ਼ਬਦ ਪਰਥਾਏ। ਮਹਾਰਾਜ ਸ਼ੇਰ ਸਿੰਘ ਜੀ ਸੱਚੇ ਪਾਤਸ਼ਾਹ ਕਹਿੰਦੇ ਕਿ ਬਾਣੀ ਮੈਂ ਉਚਾਰੀ ਆ ਸੱਚੀ ਆ ਕੇ ਕਲਯੁਗ ਦੇ ਵਿੱਚ। ਇਸ ਬਾਣੀ ਮੇਰੀ ਨੂੰ, ਜਿਹੜੀ ਨੂੰ ਮੈਂ ਲਿਖਾਇਆ ਆ ਕੇ ਇਹਨਾਂ 24 ਗ੍ਰੰਥਾਂ ਨੂੰ, ਜਿਹੜਾ ਪੜੂਗਾ ਤੇ ਕੰਨਾਂ ਦੇ ਨਾਲ ਸੁਣੂਗਾ, ਸਰਵਣ ਕਰੂਗਾ, ਰਸਨਾ ਤੋਂ ਪੜੂਗਾ, ਕੰਨਾਂ ਨਾਲ ਸੁਣੂਗਾ, ਪੜੇ ਸੋ ਪੜੇ, ਸੁਣੇ ਸੋ ਉਤਰੇ ਪਾਰ। ਜੇ ਤੁਸੀਂ ਇੱਥੇ ਬੈਠੇ ਜੇ, ਮਹਾਰਾਜ ਜੀ ਦੀ ਕਥਾ ਜੋ ਥੋੜੀ ਜਿਹੀ ਕਥਾ ਆਪਾਂ ਕੀਤੀ ਆ, ਸੁਣੀ ਆ ਤੁਸੀਂ, ਆਪਾਂ ਸੁਣੀ ਆ ਸਾਰੇ, ਔਰ ਆਪਾਂ ਪੜ੍ਹੀ ਆ, ਸੁਣੀ ਆ, ਤੇ ਆਪਾਂ ਪਾਰ ਉਤਰਾਂਗੇ। ਇਹ ਨਾ ਸਮਝਿਓ ਕਿ ਆਪਾਂ ਕਥਾ ਕੀਤੀ, ਬਾਣੀ ਪੜ੍ਹੀ, ਸੁਣੀ ਤੇ ਆਪਾਂ ਨੂੰ ਇਹਦਾ ਕੋਈ ਲਾਭ ਨਹੀਂ ਹੋਣਾ। ਬਿਲਕੁਲ ਇਹਦਾ ਲਾਭ ਹੋਣਾ ਜੇ ਇਹ ਗੱਲ ਪੱਲੇ ਬੰਨ੍ਹ। ਸੰਗਤ ਦੇ ਵਿੱਚ ਬਹਿ ਕੇ ਉਮੀ ਵੀ ਤਰ ਜਾਂਦਾ। ਸੱਚੇ ਪਾਤਸ਼ਾਹ ਕਿਹਾ ਸਾਡੀ ਸੰਗਤ ਵਿੱਚ ਆ ਜਾਵੇ, ਨੀਵਾਂ ਹੋ ਕੇ ਸਿਰ ਨਵਾ ਦੇਵੇ, ਉਮੀ ਵੀ ਤਰ ਜਾਂਦਾ ਸਾਡੀ ਸੰਗਤ ਦੇ ਵਿੱਚ ਬਹਿ ਕੇ। ਇੰਨਾ ਮਾਣ ਆ ਸੰਗਤ ਦੇ ਵਿੱਚ ਬਹਿਣ ਦਾ। ਸਾਧ ਸੰਗਤ ਦਾ ਦਰਸ਼ਨ ਕਹਿ ਲਈਏ, ਹਰ ਸੰਗਤ ਦਾ ਦਰਸ਼ਨ ਕਹਿ ਲਈਏ, ਗੁਰ ਸੰਗਤ ਦਾ ਦਰਸ਼ਨ ਕਹਿ ਲਈਏ। ਸੱਚੇ ਪਾਤਸ਼ਾਹ ਵੱਖ-ਵੱਖ ਰੁਤਬਿਆਂ ਨਾਲ ਨਵਾਜਿਆ। ਔਰ ਮਹਾਰਾਜ ਨੇ ਕਿਹਾ ਕਿ ਗੁਰ ਸੰਗਤ ਤੋਂ, ਸਾਧ ਸੰਗਤ ਤੋਂ ਹਰ ਸੰਗਤ ਬਣਾ ਦਿੱਤੀ, ਹਰੀ ਦੀ ਸੰਗਤ ਬਣਾ ਦਿੱਤੀ। ਔਰ ਜਿਹੜਾ ਇਸ ਸੰਗਤ ਦੇ ਵਿੱਚ ਬਹਿ ਕੇ ਸੰਗਤ ਦਾ ਦਰਸ਼ਨ ਕਰ ਲਵੇ, ਸੱਚੀ ਸੁੱਚੀ ਦਾ, ਮਹਾਰਾਜ ਸ਼ੇਰ ਸਿੰਘ ਦੀ ਸੰਗਤ ਦਾ ਦਰਸ਼ਨ ਕਰ ਲਵੇ, ਔਰ ਉਹ ਵੀ ਪਾਰ ਹੋ ਜਾਂਦਾ ਜੀ। ਜਿਹੜਾ ਇਸ ਬਾਣੀ ਨੂੰ ਸੁਣਦਾ ਜੀ, ਪੜ੍ਹਦਾ ਜੀ, ਹਰ ਸੰਗਤ ਜੀ ਉਹ ਪਾਰ ਹੋ ਜਾਂਦਾ। ਬਾਣੀ ਨੂੰ ਆਪ ਪੜ੍ਹੋ, ਆਪਣੇ ਕੰਨਾਂ ਨੂੰ ਆਪ ਵੀ ਸੁਣਾ ਸਕਦੇ ਜੇ ਤੁਸੀਂ ਆਪਣੀ ਰਸਨਾ ਦੇ ਨਾਲ। ਔਰ ਜੇ ਨਹੀਂ ਆਪਾਂ ਪੜ੍ਹ ਸਕਦੇ, ਸੁਣ ਸਕਦੇ, ਫਿਰ ਸਤਸੰਗ ਦਾ ਲਾਭ ਉਠਾ ਸਕਦੇ। ਇੱਥੇ ਗੱਲ ਜਿਹੜੀ ਹੋਣੀ ਚਾਹੀਦੀ ਹੈ, ਜਦੋਂ ਸਤਸੰਗ ਕਰ ਰਹੇ ਹਾਂ ਤੇ ਨਿੰਦਿਆ ਤੋਂ ਰਹਿਤ ਹੋਣਾ ਚਾਹੀਦਾ ਸਤਸੰਗ ਆਪਣਾ। ਕਿਸੇ ਬੰਦੇ ਦੇ, ਵਿਅਕਤੀ ਦੇ ਉੱਪਰ ਟਿੱਪਣੀ ਨਾ ਲੈ ਕੇ ਨਹੀਂ ਹੋਣੀ ਚਾਹੀਦੀ।
ਕਿਸੇ ਦਾ ਨਾਂ ਲੈ ਕੇ ਭੰਡਣਾ ਨਹੀਂ ਚਾਹੀਦਾ। ਸਤਸੰਗ ਮਤਲਬ ਆਤਮ ਨੂੰ ਅਸੀਂ ਪਰਮਾਤਮਾ ਨਾਲ ਜੋੜਨ ਲਈ ਬਹਿੰਦੇ ਹਾਂ। ਹਰ ਸੰਤ ਜੀਓ ਮੇਰੇ ਭੈਣੋ ਤੇ ਭਰਾਓ, ਸਤਸੰਗ ਵੀ ਸਾਡੇ ਅੰਦਰ ਫਿਰ ਕੇ ਵੇਖਦਾ ਹੈ। ਸਤਸੰਗ ਕਿੱਥੇ ਹੁੰਦਾ ਹੈ? ਸਤਸੰਗ ਸਾਡੇ ਵਿੱਚ ਫਿਰ ਕੇ ਵੇਖਦਾ ਹੈ, ਆਪਣੇ ਅੰਦਰ ਵੇਖਦਾ ਕਿ ਕਿਹੜਾ ਜੁੜਿਆ ਸੱਤ ਦੇ ਨਾਲ, ਕਿਹੜਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਇਸ ਦਿਨ, ਕਿਹੜਾ ਆ ਜਿਹੜਾ ਪ੍ਰਭੂ ਨਾਲ ਜੁੜਿਆ, ਉਹ ਵੀ ਸਾਡੇ ਅੰਦਰ ਫੇਰਾ ਪਾ ਕੇ ਵੇਂਦਾ। ਸਤਸੰਗ ਤੋਂ ਕੋਈ ਓਹਲਾ ਨਹੀਂ ਗਾ ਕਿ ਅਸੀਂ ਕੀ ਕਰ ਰਹੇ ਪਾਤਸ਼ਾਹ ਦੇ ਚਰਨਾਂ 'ਚ ਬਹਿ ਕੇ। ਸੋ ਮੇਰੇ ਖਿਆਲ ਨਾਲ ਸਮਾਪਤੀ ਕਰ ਦਈਏ, ਸਮਾਂ ਬੜਾ ਹੋ ਗਿਆ, ਬੜਾ ਟਾਈਮ ਮੈਂ ਲੈ ਗਿਆ। ਫਿਰ ਸਹੀ ਹੁਣ ਸੱਚੇ ਪਾਤਸ਼ਾਹ ਦਇਆ ਕਰਨ, ਜੇ ਸਵੇਰੇ ਟਾਈਮ ਲੱਗਾ ਫਿਰ ਥੋੜੇ ਬਚਨ ਹੋਰ ਆਪਾਂ ਬਾਣੀ ਨਾਲ ਸਾਂਝੇ ਕਰਾਂਗੇ। ਆਪਾਂ ਜਕਾਰੇ ਦੇ ਉੱਪਰ ਜ਼ਿਆਦਾ ਬਚਨ ਰੱਖਣੇ ਹਨ, ਕਿਉਂਕਿ ਜਕਾਰੇ ਦੇ ਉੱਪਰ ਕੁਛ ਭਰਮ ਅਤੇ ਭੁਲੇਖੇ ਪਾਏ ਜਾਂਦੇ ਹਨ। ਆਪਾਂ ਇੱਕ ਇੱਕ ਬਚਨ ਨੂੰ ਜਿਹੜਾ ਉਹ ਪਹਿਲਾਂ ਜਿਹੜਾ ਪੜਾਂਗੇ, ਵਿਚਾਰਾਂਗੇ। ਪਹਿਲਾਂ ਆਪਾਂ ਜਕਾਰੇ ਨੂੰ, ਨਾਮ ਸ਼ਬਦ ਨੂੰ ਜਿਹੜਾ ਹੈ ਭਰਮ ਭੁਲੇਖੇ ਨੂੰ ਦੂਰ ਕਰਾਂਗੇ ਕਿ ਅਸੀਂ ਕਿਸ ਦੀ ਜੈ ਕੀਤੀ ਆ, ਕੌਣ ਆਇਆ, ਕਿਹਨੂੰ ਅਸੀਂ ਧਿਆਇਆ, ਕਿਹੜਾ ਸਾਡਾ ਮਾਲਕ ਹੈ, ਕਿਹਦੇ ਕੋਲ ਅਸੀਂ ਸੱਚਖੰਡ ਮੁੜ ਕੇ ਜਾਣਾ, ਕਿਹਨੇ ਸਾਨੂੰ ਆਪਣੀ ਜੋਤ ਧਾਰ ਤੋਂ ਭੇਜਿਆ, ਕਿਹੜਾ ਮਾਲਕ ਆ, ਕਿਹੜਾ ਕਮਲਾ ਪਤ ਪਾਰ ਬ੍ਰਹਮ ਪਰਮੇਸ਼ਰ ਆ। ਉਹ ਆਪਾਂ ਬਾਣੀ ਰਾਹੀਂ ਕੁਛ ਜਾਣ ਲਿਆ, ਹੋਰ ਜਾਣਾਂਗੇ। ਕਿਹਦੀ ਜੈ ਅਸੀਂ ਕੀਤੀ, ਕਿਹੜਾ ਸਾਡੀ ਜਿਹੜਾ ਆ ਉਹ ਪੱਤ ਰੱਖਣ ਵਾਲਾ, ਪੈਜ ਰੱਖਣ ਵਾਲਾ ਆ, ਜਿਨੇ ਮੈਂ ਇੱਕ ਜਾਂਦਾ ਜਾਂਦਾ ਬਚਨ ਸਾਂਝਾ ਕਰ ਦੇਣਾ, ਜਿਨੇ ਸਤਿਗੁਰੂ ਮਣੀ ਸਿੰਘ ਦੀ ਪੱਤ ਰੱਖੀ ਆ, ਜਿਨੇ ਸਤਿਗੁਰੂ ਮਣੀ ਸਿੰਘ ਦੀ ਪੈਜ ਰੱਖੀ ਆ, ਜਿਨੇ ਮਹਾਰਾਜ ਪੂਰਨ ਸਿੰਘ ਜੀ ਦੀ ਪੈਜ ਰੱਖੀ ਆ, ਜਿਨੇ ਸਤਿਗੁਰੂ ਸ਼ਬਦ ਮਹਾਰਾਜ ਪੂਰਨ ਸਿੰਘ ਜੀ ਦੀ ਪੈਜ ਰੱਖੀ ਆ, ਜਿਨੇ ਸਤਿਗੁਰੂ ਸ਼ਬਦ ਗੁਰਦੇਵ ਮਹਾਰਾਜ ਪੂਰਨ ਸਿੰਘ ਜੀ ਦੇ ਸਿਰ ਤੇ ਹੱਥ ਰੱਖਿਆ। ਗੱਲ ਮੈਂ ਉਹਦੀ ਕਰ ਰਿਹਾ, ਗੱਲ ਸੱਜਣੋ ਉਹਦੀ ਚੱਲ ਰਹੀ ਆ। ਅੱਜ ਇਹਨੂੰ ਸਮਝ ਲਿਓ, ਕੱਲ ਸਮਝ ਲਿਓ, ਹੋਰ ਥੋੜੇ ਚਿਰ ਨੂੰ ਸਮਝ ਲਿਓ। ਗੱਲ ਇਹੀ ਅੰਤਮ ਨਿਕਲਣੀ ਆ। 24 ਗ੍ਰੰਥਾਂ ਦਾ ਰਿਜ਼ਲਟ, 24 ਗ੍ਰੰਥਾਂ ਦਾ ਸਿੱਟਾ ਕੱਢ ਲਓ, 24 ਗ੍ਰੰਥਾਂ ਦਾ ਨਿਚੋੜ ਕਹਿ ਲਓ, ਪੁਰਾਣੀਆਂ ਬਾਣੀਆਂ ਦਾ ਨਿਚੋੜ ਕੱਢ ਲਓ। ਗੱਲ ਉਹਦੀ ਆ ਜਿਹਦੀ ਗੱਲ ਮਹਾਰਾਜ ਪੂਰਨ ਸਿੰਘ ਜੀ ਨੇ ਕੀਤੀ, ਜਿਹਦੀ ਗੱਲ ਸਤਿਗੁਰੂ ਮਣੀ ਸਿੰਘ ਜੀ ਨੇ ਕੀਤੀ। ਗੱਲ ਮੈਂ ਉਹਦੀ ਕਰ ਰਿਹਾ, ਤੇ ਉਹ ਨਿਰਕਲੰਕ ਅਵਤਾਰ ਪਰਿਪੂਰਨ ਪਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਆ। ਉਹਨਾਂ ਦੋਨਾਂ ਨੇ ਉਹਦੀ ਗੱਲ ਕੀਤੀ ਆ, ਉਹਦੇ ਨਾਂ ਦੀ ਜੈ ਕਰਾਈ ਆ, ਉਹਦੇ ਨਾਂ ਦਾ ਢੋਲ ਇਸ ਮਾਤਲੋਕ ਦੇ ਉੱਪਰ ਡੰਕਾ ਫੇਰਿਆ, ਔਰ ਹੁਕਮ ਦੇ ਵਿੱਚ ਚੱਲ ਕੇ ਹੁਕਮ ਹੀ ਹੁਕਮ ਪ੍ਰਵਾਨ ਵੀ ਹੋਇਆ ਨਿਰਕਲੰਕ ਅਵਤਾਰ ਨੂੰ। ਔਰ ਹਰ ਸੰਤ ਜੀਓ, ਇਹ ਦੋ ਹਸਤੀਆਂ ਹੋਈਆਂ ਨੇ ਜਿਹੜੀਆਂ ਹੁਕਮ ਦੇ ਵਿੱਚ ਰਹੀਆਂ, ਤੇ ਜਿਨ੍ਹਾਂ ਨੇ ਉਸ ਹੁਕਮ ਦੇ ਉੱਪਰ ਚੱਲ ਕੇ ਵਿਖਾ ਦਿੱਤਾ ਕਿ ਏਦਾਂ ਹੁਕਮ ਦੇ ਉੱਪਰ ਚੱਲੀਦਾ। ਸੱਤ ਹੈ ਜੇ ਇਹਨਾਂ ਦਾ ਪੁਰਾਣਾ ਲੇਖ ਲੈ ਲਈਏ, ਤੇ ਜੇ ਹੁਣ ਇਸ ਜਾਮੇ ਦਾ ਲੇਖ ਲੈ ਲਈਏ। ਸੋ ਆਪਾਂ ਇਹਨਾਂ ਤੋਂ ਮਾਰਗ ਦਰਸ਼ਨ ਲੈਣਾ ਹੈ ਸਤਿਗੁਰੂ ਬਾਬਾ ਮਣੀ ਸਿੰਘ ਜੀ ਤੋਂ। ਸਤਿਗੁਰੂ ਬਾਬਾ ਮਣੀ ਸਿੰਘ ਨੂੰ ਜਦੋਂ ਜੇਲ੍ਹਾਂ ਦੇ ਵਿੱਚ ਸੁੱਟਿਆ, ਇੱਕ ਸੱਚੀ ਲਿਖਤ ਲਿਖਣ ਕਰਕੇ ਸੁੱਟਦੇ ਸੀ। ਉਹਨਾਂ ਉਹਦੇ ਵਿੱਚ ਕੋਈ ਵੀ ਡਰ ਭੈ ਮੰਨਿਆ ਨਹੀਂ, ਮੰਨਿਆ, ਬੋਲਦੇ ਰਹੇ ਇਹ ਨੇਕ ਲੰਕਿਆ, ਮੈਨੂੰ ਕਾਹਦਾ ਡਰ ਆ, ਤੂੰ ਬਾਣੀ ਲਿਖਾਉਣਾ, ਮੈਂ ਤੇ ਕਹਿਣਾ ਤੂੰ ਲਿਖਾਉਣਾ। ਤੇ ਜੇ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਵਿੱਚ ਖੇਲ ਚੱਲੀ, ਤੇ ਜਿੱਥੇ ਮਹਾਰਾਜ ਪੂਰਨ ਸਿੰਘ ਉਹਨਾਂ ਨੂੰ ਹੁਕਮ ਹੋਇਆ ਕਿ ਪਹੁੰਚੋ ਜਾਂ ਪਹੁੰਚਣਾ ਹੈ ਤੂੰ ਹੁਕਮ ਦੇ ਵਿੱਚ, ਉੱਥੇ ਉਹ ਗਏ। ਮਹਾਰਾਜ ਪੂਰਨ ਸਿੰਘ ਜੀ ਕਿਸੇ ਤੋਂ ਡਰੇ, ਕੋਈ ਭੈ ਮੰਨਿਆ ਕਿਸੇ ਦਾ ਨਹੀਂ ਮੰਨਿਆ। ਜਿੱਥੇ ਜਿੱਥੇ ਹੁਕਮ ਦੇ ਵਿੱਚ ਭੇਜਿਆ ਸਾਰੇ ਜਗ੍ਹਾ ਤੇ ਗਏ ਨੇ, ਔਰ ਵਿਹਾਰ ਹੋਏ ਨੇ, ਸਨਮੁਖ ਬਹਿ ਕੇ ਹੋਏ, ਰਾਜਿਆਂ ਨਾਲ ਵੀ ਹੋਏ ਨੇ ਵਿਹਾਰ, ਬਾਣੀ ਚੱਲੀ, ਰਾਸ਼ਟਰਪਤੀ ਕੋਲ ਵੀ ਗਏ ਨੇ, ਔਰ ਸੰਤਾਂ ਸਾਧਾਂ ਕੋਲ ਵੀ ਗਏ ਨੇ। ਔਰ ਜਿਸ ਦੇ ਰਾਖਾ ਰਾਖ, ਜਿਸ ਦਾ ਮਹਾਰਾਜ ਸ਼ੇਰ ਸਿੰਘ ਬਣੇ, ਤੇ ਉਸ ਦੀ ਪਿੱਠ ਕਿੱਦਾਂ ਲੱਗਣੀ? ਜਿਸ ਦਾ ਰਾਖਾ ਰਾਖ ਰੱਖਕ ਮਹਾਰਾਜ ਸ਼ੇਰ ਸਿੰਘ ਬਣ ਜਾਵੇ, ਉਸ ਦੀ ਪਿੱਠ ਕਿੱਦਾਂ ਲੱਗ ਸਕਦੀ? ਸੋ ਬਾਣੀ ਵਿੱਚ ਪੜ੍ਹਦੇ ਜੇ, ਸ਼ਬਦ ਫੋਟੋ ਤੇ ਪੜ੍ਹਦੇ ਜੇ, ਵਿਚਾਰ ਵੀ ਲਿਆ ਕਰੋ ਮੇਰੇ ਭੈਣੋ ਤੇ ਭਰਾਓ। ਗੁਰ ਸੰਗਤ ਸਾਚਾ ਸਾਥ, ਮਹਾਰਾਜ ਸ਼ੇਰ ਸਿੰਘ ਸੱਚਾ ਸਾਥ, ਸੱਜਣ ਸੈਣ ਭਾਈ ਭੈਣ ਜੇ ਤੁਹਾਡਾ। ਮਾਤ ਪਿਤ ਬਾਣੀ ਵਿੱਚ ਆਉਂਦਾ, ਮਾਤ ਪਿਤਿਆ। ਸੋ ਮੇਰੇ ਭੈਣੋ ਤੇ ਭਰਾਓ, ਇਹਨੂੰ ਵਿਚਾਰ ਲਿਓ ਜੀ। ਸਾਰੀਆਂ ਜਿਹੜੀਆਂ ਬਾਣੀਆਂ ਇਹਨਾਂ ਨੂੰ ਵਿਚਾਰ ਲਿਓ ਜੀ। ਜਿਹੜੀ ਅੱਜ ਮੈਂ ਇੱਥੇ ਗੱਲ ਕਰ ਰਿਹਾ, ਜਾਂ ਕਹਿ ਲਓ ਕਿ ਮਹਾਰਾਜ ਹੋਣਾ ਕਰਵਾ ਲਈ ਅੱਜ ਇੱਥੇ ਗੱਲ ਆਪਣੇ ਤੋਂ, ਇਹ ਗੱਲ ਜਿਹੜੀ ਆ ਅਖੀਰ 24 ਗ੍ਰੰਥਾਂ ਦਾ ਸਿੱਟਾ। ਅੱਜ ਇਹਨੂੰ ਕੋਈ ਕਵੇ ਮੈਂ ਲਗਾ ਲਵਾਂ, ਮੈਂ ਮਹਾਰਾਜ ਸ਼ੇਰ ਸਿੰਘ ਦੀ ਖੇਡ ਨੂੰ ਜਿਹੜਾ ਆ ਉਹ ਜਿਹੜਾ ਆ ਬਦਲਣਾ ਚਾਹਾਂ, ਬਦਲਣ ਵਾਲੇ ਮਿਟ ਜਾਣੇ ਜੀ। ਇਹ ਬਦਲਣ ਵਾਲੀ ਚੀਜ਼ ਨਹੀਂ ਗੀ, ਇਹ ਮਿਟਣ ਵਾਲੀ ਚੀਜ਼ ਨਹੀਂ ਗੀ, ਇਹ ਦਬਣ ਵਾਲੀ ਚੀਜ਼ ਨਹੀਂ ਗੀ। ਇਹ ਕਿਸੇ ਦੇ ਦਬਾਇਆ ਦਬ ਨਹੀਂ ਸਕਦਾ, ਕਿਸੇ ਦੇ ਮਿਟਾਇਆ ਮਿਟ ਨਹੀਂ ਸਕਦਾ।
ਕਿਸੇ ਦੇ ਛਪਾਇਆ ਛੁਪ ਨਹੀਂ ਸਕਦਾ। ਤੇ ਇੱਕ ਬਚਨ ਮੈਂ ਸਾਂਝਾ ਕਰ ਦੇਵਾਂ ਜਾਂਦਾ ਜਾਂਦਾ ਸਮਾਪਤੀ ਦੇ ਟਾਈਮ ਤੇ, ਕਿ ਤੁਸੀਂ ਕਹਿ ਲਓ ਕਿ ਕਿਸੇ ਨੂੰ ਤੁਸੀਂ ਮਨਾ ਲਓਗੇ ਨਹੀਂ। ਮੈਂ ਅੱਗੇ ਵੀ ਬਚਨ ਕੀਤਾ ਸੀ ਕਿ ਕਿਸੇ ਨੂੰ ਆਪਾਂ ਮਨਾ ਕੇ ਤੇ ਕਵਾਂਗੇ ਕਿ ਇਹ ਮੰਨ ਲਵੇ ਨਹੀਂ। ਜਿਸ ਦੇ ਉੱਪਰ ਕਿਰਪਾ ਹੋਊਗੀ ਉਹੀ ਕੇਵਲ ਮੰਨੇਗਾ। ਇਹ ਯਾਦ ਰੱਖਣਾ ਆਪਾਂ ਕਿ ਜਿੱਤੇ ਕਿਰਪਾ ਹੋਊ ਉਹੀ ਮੰਨੂਗਾ, ਨਹੀਂ ਦੂਜਾ ਮੰਨੂਗਾ ਜਿਸ ਨੂੰ ਆਪ ਉਹਨੇ ਪੁੱਠੀ ਲੀਹ ਤੇ ਚੜਾਉਣਾ ਹੈ, ਜਿਸ ਨੂੰ ਆਪ ਪੁੱਠੇ ਰਸਤੇ ਦੇ ਵਿੱਚ ਪਾ ਦਿੱਤਾ। ਜੇ ਉਹ ਕਹਿ ਰਿਹਾ ਹੈ ਮੈਂ ਇਹਦੇ ਤੋਂ ਨਿੰਦਿਆ ਕਰਾਉਣੀ ਹੈ ਤੇ ਇਹਦਾ ਨਾਸ਼ ਕਰਨਾ ਹੈ, ਉਹਨੂੰ ਆਪਾਂ ਕਿੱਦਾਂ ਸੁਧਾਰ ਸਕਦੇ? ਆਪਾਂ ਆਪਣਾ ਕੰਮ ਕਰ ਸਕਦੇ ਹਾਂ ਕਿ ਆਹ ਸੱਚਾ ਰਸਤਾ ਬਈ, ਇਸ ਦੇ ਉੱਪਰ ਆ ਜਾਓ। ਆਉਣਾ ਹੈ ਤੇ ਮਾਰਗ ਖੁੱਲਾ ਹੈ, ਕਿਉਂ ਜੀ? ਆਉਣਾ ਨਾ ਆਉਣਾ, ਚੜਾਉਣਾ ਨਾ ਚੜਾਉਣਾ, ਉਸ ਰਸਤੇ ਦੇ ਉੱਪਰ ਮਹਾਰਾਜ ਉਹਨਾਂ ਦੇ ਹੱਥ। ਜੇ ਇਹ ਚਾਹੇ ਕਿ ਤੂੰ ਮੇਰੀ ਨਿੰਦਿਆ ਕਰ ਤੇ ਉਹ ਨਿੰਦਿਆ ਕਰੂਗਾ, ਉਹਦੇ ਮੁਖ ਚੋਂ ਨਿੰਦਿਆ ਹੋ ਜਾਣੀ ਹੈ। ਜਦ ਬਦੋ ਬਦੀ ਹੋ ਜਾਣੀ ਹੈ ਨਿੰਦਿਆ, ਤੇ ਜੇ ਨਿੰਦਿਆ ਕਰਾ ਕੇ ਉਹਨੇ ਕਿਸੇ ਦਾ ਨਾਸ ਕਰਨਾ ਹੈ ਤੇ ਉਹਨੂੰ ਰੋਕ ਕੋਈ ਨਹੀਂ ਸਕਦਾ। ਸੋ ਆਪਾਂ ਦਇਆ ਮੇਰ ਮੰਗੀਏ ਕਿ ਸਾਡੇ ਤੇ ਤਰਸ ਕਰ। ਆਪਾਂ ਇਹੀ ਕਹਿ ਸਕਦੇ ਕਿ ਸਾਰਿਆਂ ਤੇ ਤਰਸ ਕਰ। ਨਿਰਵੈਰ ਭਾਵਨਾ ਤੇ ਇਹੀ ਆ ਕਿ ਆਪਾਂ ਇਹੀ ਕਹਿ ਸਕਦੇ ਹਾਂ, ਨਿਰਵੈਰ ਭਾਵਨਾ ਦੇ ਵਿੱਚ ਭਗਤ ਜਨ ਹੋਵੇ ਕਿ ਸਾਰਿਆਂ ਦੇ ਉੱਪਰ ਹੀ ਤਰਸ ਕਰ। ਕਿਸੇ ਪ੍ਰਤੀ ਵੀ ਆਪਾਂ ਰਾਗ ਦਵੇਸ਼ ਦੀ ਭਾਵਨਾ ਨਹੀਂ ਰੱਖਣੀ। ਭਗਤ ਜਨ ਦੂਈ ਦਵੈਤੀ ਦੀ ਭਾਵਨਾ ਆਪਾਂ ਨਹੀਂ ਰੱਖਣੀ। ਆਪਾਂ ਇਹੀ ਕੋਸ਼ਿਸ਼ ਕਰਨੀ ਕਿ ਪ੍ਰੇਮ ਪ੍ਰੀਤੀ ਨਾਲ ਆਪਾਂ ਸਾਰੇ ਰਹੀਏ, ਜੀਵਨ ਆਪਣਾ ਸਫਲ ਕਰੀਏ। ਸੋ ਸਾਰਿਆਂ ਦਾ ਤੁਹਾਡਾ ਜੀ ਆਇਆਂ। ਮੇਰੇ ਭੈਣਾਂ ਤੇ ਭਰਾਓ, ਆਪ ਜੀ ਨੇ ਬੜਾ ਸਮਾਂ ਦਿੱਤਾ, ਮੈਂ ਬੜਾ ਜ਼ਿਆਦਾ ਸਮਾਂ ਲੈ ਗਿਆ ਤੁਹਾਡਾ। ਸੋ ਆਓ ਜਕਾਰੇ ਦਾ ਸਾਥ ਦਿਓ। ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ, ਦਇਆ ਕਰਨ, ਔਰ ਆਪਾਂ ਇਸ ਮਾਰਗ ਤੇ ਦ੍ਰਿੜਤਾ ਨਾਲ ਜਿਹੜਾ ਚੱਲ ਸਕੀਏ। ਚਲੋ ਜੀ ਲਾਈਏ ਜਕਾਰੇ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਮੇਰ ਕਰੋ ਜੀ ਸੱਚੇ ਪਾਤਸ਼ਾਹ। ਪੜ੍ਹਦੇ ਜੀ ਬਾਣੀ ਥੋੜੀ ਆਦੇ ਦੇ ਮੈਂ ਆਦੇ ਸੋ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 14 ਜੇਠ 2010 ਵਿਕਰਮੀ, ਪਿੰਡ ਰਾਮਪੁਰ, ਜ਼ਿਲ੍ਹਾ ਅੰਮ੍ਰਿਤਸਰ, ਸੋਹਣ ਸਿੰਘ ਦੇ ਗ੍ਰਹਿ। ਸਤ ਸੰਤੋਖ ਧਰਮ ਹਰ ਜਤ ਹੈ, ਹਕ ਹਲਾਲ ਕਮਾਈ ਸਾਚੀ ਹੱਤ ਹੈ। ਸੋਹੰਗ ਸਾਚਾ ਸ਼ਬਦ ਸਤਿਜੁਗ ਸਾਚਾ ਨਤ ਹੈ। ਪ੍ਰਭ ਅਬਨਾਸੀ ਰਸਨਾ ਗਾਏ ਗੁਰਮੁਖਾਂ ਦੇਵੇ ਮਤ ਹੈ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਬਜਾਏ ਸਾਚੇ ਵਤ ਹੈ। ਆਤਮ ਨਾਮ ਸੱਚ ਬਜਾਵਣਾ ਪ੍ਰਭ ਅਬਨਾਸੀ ਹਿਰਦੇ ਵਸਾਵਣਾ। ਸਰਬ ਘਟ ਵਾਸੀ ਭੁੱਲ ਨਾ ਜਾਵਣਾ ਘੰਟਪੁਰ ਵਾਸੀ ਸਦ ਸੰਗ ਰਹਾਵਣਾ। ਆਦ ਅੰਤ ਕਰੇ ਬੰਦ ਖਲਾਸੀ ਵੇਲਾ ਅੰਤਮ ਆਪ ਸੁਹਾਵਣਾ। ਮਾਨਸ ਜਨਮ ਕਰਾਏ ਰਹਿ ਰਾਸੀ ਜੋਤ ਸਰੂਪੀ ਦਸ ਦਿਖਾਵਣਾ। ਜੋ ਜਨ ਹੋਏ ਮਦਰਾ ਮਾਸੀ ਪ੍ਰਭ ਅਮਨਾਸੀ ਨਾ ਆਪਣੀ ਸ਼ਰਨ ਲਗਾਵਣਾ। ਜੋ ਜਨ ਹੋਏ ਚਰਨ ਦਾਸੀ ਸਵਾਸ ਸਰੂਪ ਪ੍ਰਭ ਦਰਸ ਦਿਖਾਵਣਾ। ਪ੍ਰਭ ਸਾਚੇ ਸਦ ਬਲ ਬਲ ਜਾਸੀ ਆਤਮ ਰੰਗ ਮਜੀਠ ਚੜਾਵਣਾ। ਹਰ ਪਾਏ ਸਾਚਾ ਸਾਸ ਵਾਸੀ ਦਰਗਾਹ ਸਾਚੀ ਮਾਨ ਦਵਾਵਣਾ। ਆਤਮ ਸਾਚੀ ਧੀਰਤ ਰਾਸੀ ਸਾਚਾ ਦੀਪਕ ਜੋਤ ਜਗਾਵਣਾ। ਏਕਾ ਆਤਮਾ ਤ੍ਰਿਪਤਾਸੀ ਦੀਪਕ ਜੋਤ ਆਪ ਜਗਾਵਣਾ। ਚਿਰਨਾ ਨਿਜਰੋਂ ਆਪ ਚੁਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੇ ਰੰਗ ਹਰ ਰੰਗਾਵਣਾ। ਰੰਗ ਰੰਗੀਲਾ ਹਰ ਗੁਰ ਜਾਨ ਗੁਰ ਪੂਰੇ ਕਰ ਆਤਮ ਗੁਰ ਪੂਰੇ ਕਰ ਪਛਾਨ। ਪ੍ਰਭ ਅਬਨਾਸੀ ਆਪ ਬਣਾਏ ਮਾਤ ਚਤਰਸ ਜਾਨ। ਆਤਮ ਸਾਚਾ ਦਰ ਖੁਲਾਏ ਦਰ ਘਰ ਸਾਚੇ ਬੂਝ ਬਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜੀਵ ਜਨਤਾ ਆਦਨ ਅਤਾ ਸਾਚਾ ਕੰਤਾ ਪੂਰਨ ਭਗਵੰਤਾ। ਸਾਧਾ ਸੰਤਾ ਮਾਨ ਦਵੰਤਾ ਤਾਨ ਰਖੰਤਾ ਨਾਮ ਜਪੰਤਾ। ਜਾਮ ਪਲੰਤਾ ਸਚ ਧਾਮ ਬਹੰਤਾ ਜੋਤੀ ਜੋਤ ਮਲੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚ ਕਰਮ ਕਰੰਤਾ। ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। 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 ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋ